ਹੈਲੋ ਗਾਇਜ਼, ਵੈਲਕਮ ਟੂ ਕਰੀਅਰ ਐਜ। ਰਾਜੇ, ਤੁਹਾਨੂੰ ਪਤਾ ਹੈ ਐਕਸਾਈਜ਼ ਇੰਸਪੈਕਟਰ ਦੇ ਐਗਜ਼ਾਮ ਦੇ ਵਿੱਚ ਦੋ ਨਵੇਂ ਟੌਪਿਕ ਐਡ ਹੋਏ ਨੇਗੇ, ਟੈਕਸੇਸ਼ਨ ਤੇ ਇੰਡਸਟਰੀਅਲ ਪ੍ਰਮੋਸ਼ਨ। ਠੀਕ ਹੈ, ਤਾਂ ਇਹਨਾਂ ਦੇ ਸੋਰਸਿਸ ਬਾਰੇ ਗੱਲ ਕਰਾਂਗੇ ਆਪਾਂ। ਤੁਸੀਂ ਕਿੱਥੋਂ ਪੜ੍ਹ ਸਕਦੇ ਹੋ, ਠੀਕ ਹੈ, ਵਿਦਾਊਟ ਐਨੀ ਕੋਚਿੰਗ, ਵਿਦਾਊਟ ਐਨੀ ਅਦਰ ਗਾਈਡੈਂਸ। ਤੁਸੀਂ ਕਿਵੇਂ ਕਿਹੜੇ ਸੋਰਸਿਸ ਫੋਲੋ ਕਰਕੇ ਇਹ ਦੋਨਾਂ ਜਿਹੜੇ ਟੌਪਿਕਸ ਨਵੇਂ ਐਡ ਹੋਏ ਨੇ ਇਹਨਾਂ ਨੂੰ ਕਰ ਸਕਦੇ ਹੋ, ਠੀਕ, ਕਵਰ ਕਰ ਸਕਦੇ ਹੋ, ਠੀਕ ਹੈ, ਇਹਨੀ ਪ੍ਰੈਪਰੇਸ਼ਨ ਕਿਵੇਂ ਕਰ ਸਕਦੇ ਹੋ। ਸੋ ਵਿਦਾਊਟ ਵੇਸਟਿੰਗ ਟਾਈਮ ਲੈਟਸ ਗੈਟ ਸਟ੍ਰੇਟ ਟੂ ਦਾ ਪੁਆਇੰਟ। ਪਹਿਲੀ ਗੱਲ ਰਾਜੇ, ਟੈਕਸੇਸ਼ਨ ਦੀ ਦੋ ਟੌਪਿਕਸ ਨੇ, ਟੈਕਸੇਸ਼ਨ ਤੇ ਇੰਡਸਟਰੀਅਲ ਪ੍ਰਮੋਸ਼ਨ। ਠੀਕ ਹੈ, ਤਾਂ ਇਹਨਾਂ ਦੇ ਜਿਹੜੇ ਸਬ ਟੌਪਿਕਸ ਨੇ ਉਹ ਵੀ ਆਪਾਂ ਨੂੰ ਸਿਲੇਬਸ ਵਿੱਚ ਗਿਵਨ ਨੇ, ਜਿਹੜੇ SSSB ਬੋਰਡ ਨੇ ਜਾਰੀ ਕੀਤਾ। ਇਹ ਸਾਰਾ ਦਾ ਸਾਰਾ ਸਿਲੇਬਸ ਐਜ਼ ਇਟ ਇਜ਼ ਮੈਨੇ ਕਾਪੀ ਪੇਸਟ ਕੀਤਾ ਹੈਗਾ, ਠੀਕ ਹੈ, ਜਿਹੜਾ ਕਿ ਬੋਰਡ ਨੇ ਜਾਰੀ ਕੀਤਾ। ਤਾਂ ਕੱਲਾ ਜਿਹੜਾ ਟੌਪਿਕ ਹੈ ਰਾਜੀ, ਇੰਡੀਅਨ ਇਕੋਨਮੀ ਆਫ ਪੰਜਾਬ, ਨੀਤੀ ਆਯੋਗ, ਕੱਲਾ ਟੌਪਿਕ ਆਪਾਂ ਦੇਖਾਂਗੇ ਕਿਹੜਾ ਟੌਪਿਕ ਕਿੱਥੋਂ ਕਰਿਆ ਜਾ ਸਕਦਾ, ਕਿਹੜਾ ਟੌਪਿਕ ਕਿੱਥੋਂ ਕਰਿਆ ਜਾ ਸਕਦਾ। ਠੀਕ ਹੈ, ਮੈਂ ਜਸਟ ਸਿੱਧਾ ਨਹੀਂ ਕਹਿ ਰਿਹਾ ਵੀ ਟੈਕਸੇਸ਼ਨ ਤੁਸੀਂ ਇਸ ਬੁੱਕ 'ਚੋਂ ਪੜ੍ਹ ਲਓ, ਇੰਡਸਟਰੀਅਲ ਇਸ 'ਚੋਂ ਪੜ੍ਹ ਲਓ, ਨਹੀਂ, ਇੱਦਾਂ ਨਹੀਂ। ਜਿਹੜੇ ਕੱਲੇ ਸਬ ਟੌਪਿਕ ਆ ਉਹ ਕਿੱਥੋਂ ਪੜ੍ਹਨਾ ਆਪਾਂ ਉਹਦੇ ਬਾਰੇ ਗੱਲ ਕਰਦੇ ਹਾਂ। ਠੀਕ ਹੈ, ਪਹਿਲੀ ਗੱਲ ਕਰਦੇ ਹਾਂ ਜੀ ਇੰਡੀਅਨ ਇਕੋਨਮੀ ਦੀ। ਠੀਕ ਹੈ, ਇੰਡੀਅਨ ਇਕੋਨਮੀ ਰਾਜੇ, ਹੁਣ ਇੰਡੀਅਨ ਇਕੋਨਮੀ ਐਜ਼ ਸੱਚ ਇਕੱਲਾ ਹੀ ਵੱਡਾ ਚੈਪਟਰ ਹੈ ਰਾਜੇ, ਮਤਲਬ ਪੂਰਾ ਵੱਡਾ ਟੌਪਿਕ ਹੈ, ਇੱਕ ਬੁੱਕ ਹੈਗੀ ਹੈ ਪੂਰੀ ਇੰਡੀਅਨ ਇਕੋਨਮੀ ਦੀ। ਠੀਕ ਹੈ, ਰਮੇਸ਼ ਸਿੰਘ ਦੀ। ਤਾਂ ਉਹਦੇ ਵਿੱਚੋਂ ਮਤਲਬ ਸਾਰੇ ਹੀ ਇੰਡੀਅਨ ਇਕੋਨਮੀ ਕਵਰ ਹੋਊਗੀ, ਬਟ ਆਪਾਂ ਨੇ ਸਾਰੀ ਇੰਡੀਅਨ ਇਕੋਨਮੀ ਕਵਰ ਨਹੀਂ ਕਰਨੀ। ਆਪਣੇ ਕੁਝ ਬੇਸਿਕ ਥੀਮਸ ਜਿਹੜੇ ਕੀ ਨੇ ਉਹ ਕਵਰ ਕਰਨੇ ਨੇ। ਠੀਕ ਹੈ, ਹੁਣ ਮੇਰਾ ਕੀ ਇਸ ਵੀਡੀਓ ਦੇ ਵਿੱਚ ਕੀ ਕਰਾਂਗੇ ਆਪਾਂ, ਕੁਝ ਬੇਸਿਕ ਥੀਮਸ ਕਰਾਂਗੇ, ਕਿਹੜੇ ਇੰਪੋਰਟੈਂਟ ਥੀਮਸ ਬਣਦੇ ਨੇ, ਫਿਰ ਕਰਾਂਗੇ ਉਹਦੇ ਸੋਰਸਿਸ। ਠੀਕ ਹੈ, ਵੀ ਉਹ ਥੀਮ ਜਿਹੜੇ ਕਿੱਥੋਂ ਕਵਰ ਕਰਨੇ ਨੇ। ਠੀਕ ਹੈ, ਵੀਡੀਓ ਹੋ ਸਕਦਾ ਥੋੜ੍ਹੀ ਜਿਹੀ ਲੰਬੀ ਬਣ ਜੇ ਤਾਂ ਪੇਸ਼ੈਂਸ ਰੱਖਣੀ ਹੈ। ਠੀਕ ਹੈ, ਬਟ ਆਪਾਂ ਸੋਰਸਿਸ ਸਾਰੇ ਡਿਟੇਲ ਦੇ ਵਿੱਚ ਕਰਾਂਗੇ, ਕੱਲਾ ਮਾਈਕਰੋ ਟੌਪਿਕ ਜਿਹੜਾ ਹੈਗਾ, ਇਹ ਟੌਪਿਕ ਕਿੱਥੋਂ ਕਰਿਆ ਜਾ ਸਕਦਾ, ਇਹ ਟੌਪਿਕ ਕਿੱਥੋਂ ਕਰਿਆ ਜਾ ਸਕਦਾ, ਇੱਦਾਂ ਦੇਖਾਂਗੇ ਆਪਾਂ। ਠੀਕ ਹੈ, ਤਾਂ ਬਜਟ, ਤਾਂ ਆਪਾਂ ਥੀਮਸ ਦੀ ਗੱਲ ਕਰਦੇ ਰਾਜੇ ਇੰਡੀਅਨ ਇਕੋਨਮੀ ਦੇ ਵਿੱਚ। ਦੇਖੋ ਪੂਰੇ ਸਬਜੈਕਟ ਹੈ ਵੈਸੇ ਤਾਂ ਇਹ, ਅਤੇ ਆਪਾਂ ਬਟ ਥੀਮਸ ਹੀ ਕਰਨੇ ਨੇ ਬੇਸਿਕਲੀ। ਤਾਂ ਬਜਟ ਦੀਆਂ ਟਰਮਸ ਰਾਜੇ, ਜਿਵੇਂ ਫਿਸਕਲ ਡੈਫੀਸਿਟ ਕੀ ਹੁੰਦਾ ਹੈ, ਪ੍ਰਾਇਮਰੀ ਡੈਫੀਸਿਟ ਕੀ ਹੁੰਦਾ ਹੈ, ਰੈਵਨਿਊ ਡੈਫੀਸਿਟ ਕੀ ਹੁੰਦਾ ਹੈ ਨਾ, ਇਹ ਸਾਰੀਆਂ ਚੀਜ਼ਾਂ, ਇਹਨਾਂ ਦੇ ਡੈਫੀਨੇਸ਼ਨਸ, ਇਹਨਾਂ ਦੇ ਜਿਹੜੇ ਫੁੱਲ ਫਾਰਮਸ ਵਗੈਰਾ ਕਰਨੀਆਂ ਨੇ ਸਾਰੀਆਂ। ਠੀਕ ਹੈ, ਹੋਰ ਵੀ ਜਿਹੜੀ ਬਜਟ ਦੀ ਗਲੋਸਰੀ ਹੁੰਦੀ ਹੈਗੀ ਉਹ ਸਾਰੀ ਕਰਨੀ ਆਪਾਂ ਨੇ। ਠੀਕ ਹੈ, ਨੈਕਸਟ ਆ ਜਾਂਦਾ ਰਾਜੇ GDP ਤੇ GNP ਦੀਆਂ। ਪਹਿਲਾਂ ਮੈਂ ਤੁਹਾਨੂੰ ਥੀਮਸ ਦੱਸ ਰਿਹਾ, ਫਿਰ ਦੱਸੂਗਾ ਸੋਰਸ ਕਿੱਥੋਂ ਕਰਨਾ ਹੈ ਸਾਰਾ। GDP GNP ਗ੍ਰੋਸ ਡੋਮੈਸਟਿਕ ਪ੍ਰੋਡਕਟ ਹੈ ਨਾ, NNP ਆਪਣਾ। ਠੀਕ ਹੈ, ਆਪਣੀ ਨੈਸ਼ਨਲ ਇਨਕਮ ਰਾਜੇ, ਦੇਸ਼ ਦੀ ਪੂਰੀ ਦੀ ਇਨਕਮ ਕਿਵੇਂ ਆਪਾਂ ਕੈਲਕੂਲੇਟ ਕਰਦੇ ਹਾਂ। ਠੀਕ ਹੈ, ਤਾਂ ਇਹ ਜਿਹੜੇ ਫਾਰਮੂਲਾਸ ਨੇ, ਇਹ ਸਾਰੀ ਗਲੋਸਰੀ ਹੈ, ਇਹ ਵੀ ਇੰਪੋਰਟੈਂਟ ਹੈਗੀ। ਠੀਕ ਹੈ, ਨੈਕਸਟ ਹੈਗਾ 5 ਈਅਰ ਪਲਾਨਸ, ਜਿਹੜੇ ਆਪਣੇ 5 ਸਾਲਾ ਪਲਾਨਸ ਨੇ ਹੈ ਨਾ, ਪਲੈਨਿੰਗ ਕਮਿਸ਼ਨ ਬਣਾਉਂਦੀ ਹੁੰਦੀ ਸੀ ਪਹਿਲਾਂ। ਤਾਂ ਰਾਜੇ ਕਿਹੜੇ ਪਲਾਨ ਦੇ ਵਿੱਚ ਅਸੀਂ ਕੀ ਐਗਰੀਕਲਚਰ ਨੂੰ ਪ੍ਰਮੋਟ ਕੀਤਾ, ਕਿਹਦੇ ਵਿੱਚ ਇੰਡਸਟਰੀ ਪ੍ਰਮੋਟ ਕੀਤੀ, ਕਿਹਦੇ ਵਿੱਚ ਇੰਕਲੂਸਿਵ ਗਰੋਥ ਨੂੰ ਪ੍ਰਮੋਟ ਕੀਤਾ, ਹੈ ਨਾ, ਇਹ ਸਾਰੀਆਂ ਚੀਜ਼ਾਂ। ਪਲਾਨ ਹੋਲੀਡੇ ਕਦੋਂ ਆਇਆ ਗਾ, ਹੈ ਨਾ, ਇਹ ਚੀਜ਼ਾਂ ਤਾਂ ਇਹ ਕਾਫੀ ਇੰਪੋਰਟੈਂਟ ਨੇਗੇ। ਇਹਦੇ ਵਿੱਚ ਬਹੁਤ ਸਾਰੇ ਕੁਐਸਚਨ ਪੁੱਛੇ ਜਾਂਦੇ ਨੇ ਅਕਸਰ ਹੀ ਐਗਜ਼ਾਮ ਦੇ ਵਿੱਚ। ਠੀਕ ਹੈ, ਗ੍ਰੀਨ ਰੈਵੋਲੂਸ਼ਨ ਰਾਜੇ, ਹਰਿਤ ਕ੍ਰਾਂਤੀ, ਸਵਾਮੀਨਾਥਨ ਸਾਹਿਬ ਦੀ ਕੀ ਕੰਟਰੀਬਿਊਸ਼ਨ ਰਹੀ ਹੈ, ਨਾਰਮਨ ਬੋਰਲੌਗ ਦੀ ਕੰਟਰੀਬਿਊਸ਼ਨ ਰਹੀ ਹੈ। ਠੀਕ ਹੈ, ਉਸ ਤੋਂ ਬਾਅਦ ਰਾਜੇ FCI ਕਦੋਂ ਬਣਿਆ ਸੀਗਾ। ਠੀਕ ਹੈ, FCI ਆਪਣਾ, ਇਹ ਸਾਰਾ ਕੁਛ ਆ ਜਾਊਗਾ। ਨੈਕਸਟ ਰਾਜੇ ਅੱਜ ਕੱਲ੍ਹ ਜਿਹੜਾ ਚੱਲ ਰਿਹਾ ਕਰੰਟ ਦੇ ਵਿੱਚ PDS, ਪਬਲਿਕ ਡਿਸਟਰੀਬਿਊਸ਼ਨ ਸਿਸਟਮ, ਨੈਸ਼ਨਲ ਫੂਡ ਸਿਕਿਉਰਿਟੀ ਐਕਟ 2013, ਜਿਹਦੇ ਵਿੱਚ ਕਿ ਸਬਸਿਡਾਈਜ਼ਡ ਰਾਸ਼ਨ ਮਿਲਦਾ ਹੈ ਨਾ ਗਰੀਬ ਪਰਿਵਾਰ ਦੇ ਲੋਕਾਂ ਨੂੰ। ਅਤੇ ਮੋਸਟ ਰੀਸੈਂਟਲੀ ਜਿਹੜਾ ਹੈਗਾ ਰਾਜੇ ਫਾਰਮ ਲਾਜ਼, ਸਾਡੇ 3 ਐਗਰੀਕਲਚਰਲ ਲਾਜ਼ ਆਏ ਨੇ ਜਿਹੜੇ, ਉਹਨਾਂ ਬਾਰੇ। ਠੀਕ ਹੈ, ਥੋੜ੍ਹਾ ਬਹੁਤ ਪੜਾਂਗੇ ਆਪਾਂ। ਤਾਂ LPG ਰਿਫੋਰਮਸ ਰਾਜੇ, ਠੀਕ ਹੈ, ਤੁਹਾਨੂੰ ਪਤਾ 1990 ਤੋਂ ਬਾਅਦ ਅਸੀਂ ਕੀ ਹੈ ਪ੍ਰਾਈਵੇਟਾਈਜੇਸ਼ਨ ਵੱਲ ਥੋੜ੍ਹਾ ਜਿਹਾ ਵੱਧ ਗਏ ਸੀਗੇ, ਨਿਓ ਲਿਬਰਲ ਜਿਹੜੀ ਫਿਲੋਸਫੀ ਆਪਾਂ ਲੈ ਕੇ ਆਏ ਸੀਗੇ। ਠੀਕ ਹੈ, ਲਿਬਰਲਾਈਜੇਸ਼ਨ, ਪ੍ਰਾਈਵੇਟਾਈਜੇਸ਼ਨ, ਗਲੋਬਲਾਈਜੇਸ਼ਨ, ਇਹ ਸਾਰਾ ਕੁਛ। ਤਾਂ ਇਹ ਵੀ ਕਾਫੀ ਇੰਪੋਰਟੈਂਟ ਟੌਪਿਕ ਹੈ। ਨੈਕਸਟ ਆ ਜਾਂਦਾ ਆਪਣਾ ਰਾਜੇ ਬੈਂਕਿੰਗ ਵਾਲਾ ਟੌਪਿਕ। ਠੀਕ ਹੈ, ਬੈਂਕਿੰਗ ਦੇ ਵਿੱਚ ਦੇਖੋ ਬੈਂਕਿੰਗ ਟਾਈਪ ਆਫ ਬੈਂਕਸ ਕਿਹੜੇ ਹੁੰਦੇ ਨੇ, ਸਮਾਲ ਫਾਈਨੈਂਸ ਬੈਂਕਸ, ਪੇਮੈਂਟ ਬੈਂਕ, ਜਿਵੇਂ ਆਪਣਾ Paytm ਪੇਮੈਂਟ ਬੈਂਕ ਹੈਗਾ, ਹੈ ਨਾ, ਉਹ ਸਾਰਾ ਕੁਛ। ਬੈਂਕਿੰਗ ਦੇ ਟਰਮਸ ਹੋਰ CRR SLR ਕੀ ਹੁੰਦਾ ਹੈਗਾ, RBI ਕੀ ਹੁੰਦਾ, RBI ਦੀ ਫੁੱਲ ਫਾਰਮ, RBI ਦਾ ਐਕਟ 1934, RBI ਕਦੋਂ ਨੈਸ਼ਨਲਾਈਜ਼ ਹੋਇਆ ਸੀਗਾ, ਬੈਂਕਾਂ ਦੀ ਕਦੋਂ ਨੈਸ਼ਨਲਾਈਜੇਸ਼ਨ ਹੋਈ ਸੀਗੀ, ਹੈ ਨਾ, ਇਹ ਚੀਜ਼ਾਂ। ਅਤੇ RBI ਹੋਰ ਕੰਮ ਕੀ ਕਰਦਾ ਜੇ, ਮੋਨੀਟਰੀ ਪੋਲਿਸੀ ਕਮੇਟੀ ਹੈਗੀ ਹੈ ਇਹਦੀ, ਜਿਹੜੀ ਕਿ RBI ਦਾ ਗਵਰਨਰ ਚੇਅਰਮੈਨ ਹੈ ਜਿਹਦਾ ਕਿ। ਅਤੇ ਮੋਨੀਟਰੀ ਪੋਲਿਸੀ ਕਮੇਟੀ ਕੀ ਕਰਦੀ ਹੈ ਰਾਜੇ, ਇਨਫਲੇਸ਼ਨ ਟਾਰਗੇਟਿੰਗ ਕਰਦੀ ਹੈ। ਹੁਣ ਇਨਫਲੇਸ਼ਨ ਕੀ ਹੁੰਦੀ ਹੈ, ਮਹਿੰਗਾਈ ਕੀ ਹੁੰਦੀ ਹੈ, CPI ਦੀ ਫੁੱਲ ਫਾਰਮ, WPI ਦੀ ਫੁੱਲ ਫਾਰਮ ਕੀ, ਇਹਦੇ ਵਿੱਚ ਬਾਸਕਿਟ ਕੀ ਹੁੰਦੀ ਹੈ ਇਹਨਾਂ ਦੀ, ਇਹ ਸਾਰਾ ਕੁਛ ਇੰਪੋਰਟੈਂਟ ਹੈ। ਠੀਕ ਹੈ, ਇਨਇਕੁਐਲਿਟੀ ਦੇ ਕਰਵਸ ਕੁਛ ਹੁੰਦੀਆਂ ਨੇ, ਜਿਵੇਂ ਕਿ ਆਪਣਾ ਗਿਨੀ ਕੋਫੀਸ਼ੀਐਂਟ ਤੁਸੀਂ ਸੁਣਿਆ ਹੋਣਾ। ਠੀਕ ਹੈ, ਗਿਨੀ ਕੋਫੀਸ਼ੀਐਂਟ ਕੀ ਹੁੰਦਾ ਬੇਸਿਕਲੀ, ਇਹ ਵੀ ਕਿਸੇ ਕੋਲ ਤਾਂ ਇੰਨੀਆਂ ਚੀਜ਼ਾਂ ਨੇ, ਕਿਸੇ ਕੋਲ ਕੋਈ ਵੀ ਚੀਜ਼ ਨਹੀਂ ਹੈਗੀ। ਤਾਂ ਜਿਹੜੀ ਇਹ ਆਰਥਿਕ ਨਾ ਬਰਾਬਰੀ ਹੈ ਰਾਜੇ, ਠੀਕ ਹੈ, ਆਰਥਿਕ ਨਾ ਬਰਾਬਰੀ ਹੈ ਜਿਹੜੀ, ਇਹਨੂੰ ਮੇਜ਼ਰ ਕਰਨ ਦਾ ਤਰੀਕਾ ਹੁੰਦਾ ਹੈਗਾ, ਜਿਹਦੇ ਵਿੱਚ ਗਿਨੀ ਕੋਫੀਸ਼ੀਐਂਟ ਵੀ ਇੱਕ ਤਰੀਕਾ ਹੈਗਾ। ਠੀਕ ਹੈ, ਹੋਰ ਰਾਜੇ ਲਫੇਅਰ ਕਰਵ ਹੁੰਦੀ ਹੈ ਆਪਣੀ। ਠੀਕ ਹੈ, ਜਾਂ ਫਿਰ ਫਿਲਿਪਸ ਕਰਵ ਵੀ ਹੁੰਦੀ ਹੈ ਇੱਕ। ਤਾਂ ਸਾਰੀਆਂ ਜਿਹੜੀ ਕਰਵਸ ਨੇਗੀਆਂ, ਇਹਦੇ ਡਾਇਰੈਕਟ ਕੁਐਸਚਨ ਇਹਦੇ ਵਿੱਚੋਂ ਆ ਜਾਂਦਾ ਹੈਗਾ। ਠੀਕ ਹੈ, ਕਈ ਐਗਜ਼ਾਮ ਦੇ ਵਿੱਚ ਪਹਿਲਾਂ ਆ ਵੀ ਚੁੱਕਿਆ ਅਤੇ ਹੁਣ ਵੀ ਪੂਰੀ ਉਮੀਦ ਹੈਗੀ ਹੈ। ਠੀਕ ਹੈ, ਅਤੇ ਹੁਣ ਗੱਲ ਕਰਦੇ ਰਾਜੇ ਸੋਰਸਿਸ ਦੀ, ਸੋਰਸਿਸ ਕਿਹੜੇ ਹੋਣਗੇ ਇਹਦੇ ਵਿੱਚ। ਦੇਖੋ ਮੈਕਸਿਮਮ ਜਿਹੜਾ ਪੋਰਸ਼ਨ ਇਹਦੇ ਵਿੱਚ ਹੈਗਾ ਉਹ ਆਪਣਾ ਲੂਸੈਂਟ ਦੇ ਵਿੱਚੋਂ ਕਵਰ ਹੋ ਰਿਹਾ। ਇਹਦੇ 2-3 ਸੋਰਸਿਸ ਮੈਂ ਦੱਸਦਾ ਤੁਹਾਨੂੰ, ਲੂਸੈਂਟ ਦੇ ਵਿੱਚ ਕਵਰ ਹੋ ਰਿਹਾ। ਬਜਟ ਦੀਆਂ ਟਰਮਸ, 5 ਈਅਰ ਪਲਾਨਸ ਤਾਂ ਕਾਫੀ ਅੱਛੇ ਦਿੱਤੇ ਹੋਏ ਨੇ ਲੂਸੈਂਟ ਦੇ ਵਿੱਚ। ਠੀਕ ਹੈ, ਗ੍ਰੀਨ ਰੈਵੋਲੂਸ਼ਨ ਬਾਰੇ, LPG ਬਾਰੇ, ਬੈਂਕਿੰਗ ਬਾਰੇ ਵੀ ਕਾਫੀ ਅੱਛਾ ਦਿੱਤਾ ਹੋਇਆ। ਠੀਕ ਹੈ, ਸੈਕਿੰਡ ਜਿਹੜਾ ਸੋਰਸ ਆ ਰਾਜੇ 12th ਦੀ NCERT,
मैक्रो इकोनॉमिक्स 2 NCERT ने 12th ਦੀਆਂ, ठीक है। मैक्रो वाली पढ़नी ਆਪਾਂ ਨੇ, मैक्रो MA वाली पढ़नी हैगी है, ठीक है, मैक्रो इकोनॉमिक्स। थर्ड ਜਿਹੜਾ ਰਾਜੇ ਇੱਕ ਹੋਰ ਇੰਪੋਰਟੈਂਟ ਆ ਜਾਂਦਾ ਰਮੇਸ਼ ਸਿੰਘ ਜਾਂ ਫਿਰ ਸ਼੍ਰੀ ਰਾਮ IAS, ਦੋਨਾਂ ਦੇ ਵਿੱਚੋਂ ਕੋਈ ਵੀ ਤੁਹਾਡੇ ਕੋਲ ਐਕਸੈਸਿਬਲ ਹੈਗੀ ਹੈ ਉਹ ਤੁਸੀਂ ਪੜ੍ਹ ਸਕਦੇ ਹੋ। ਇਹ ਕਿਉਂਕਿ ਸਿਰਫ ਇਹ ਬਸ ਲਾਸਟ ਵਾਲਾ ਟੌਪਿਕ ਵਾਸਤੇ, ਇਨਫਲੇਸ਼ਨ ਤੇ ਕਰਵਸ ਵਾਸਤੇ ਇਹ ਟੌਪਿਕ ਸਰ ਜਿਹੜੀ ਇਹ ਵਾਲੇ ਦੋਨੋਂ ਸੋਰਸਿਸ ਨੇ, ਰਮੇਸ਼ ਸਿੰਘ ਜਾਂ ਫਿਰ ਸ਼੍ਰੀ ਰਾਮ IAS, ਸਿਰਫ ਲਾਸਟ ਟੌਪਿਕ ਵਾਸਤੇ ਇਨਫਲੇਸ਼ਨ ਤੇ ਇਨਇਕੁਐਲਿਟੀ ਕਰਵਸ। ਬਾਕੀ ਸਾਰੇ ਦੇ ਸਾਰੇ ਜਿਹੜੇ ਤੁਹਾਡੇ ਰਜੇ ਟੌਪਿਕਸ ਨੇ ਉਹ ਲੂਸੈਂਟ ਦੇ ਵਿੱਚ ਕਵਰ ਹੋ ਰਹੇ ਨੇ। ਜਿਹੜੀ ਮੈਂ ਗੱਲ ਕਰ ਰਿਹਾ ਜੀ ਗਲੋਸਰੀ ਦੀ, ਠੀਕ ਹੈ, ਹੁਣ 12th NCERT ਜਿਹੜੀ ਮੈਂ ਕਹਿ ਰਿਹਾ ਇਹਦੇ ਵਿੱਚ ਸਿਰਫ ਤੁਸੀਂ ਲਾਸਟ ਦੇ ਪੇਜਿਸ ਪੜ੍ਹਨੇ ਨੇ, ਲਾਸਟ ਦੇ 4-5 ਪੇਜਿਸ ਨੇ ਜਿਹਦੇ ਵਿੱਚ ਕੀ ਗਲੋਸਰੀ ਦਿੱਤੀ ਹੋਈ ਹੈਗੀ, ਗਲੋਸਰੀ, ਠੀਕ ਹੈ। ਇਹਦੇ ਵਿੱਚ ਕੀ ਹੈ ਰਾਜੇ, ਮਤਲਬ ਡਿਫਰੈਂਟ ਟਰਮਸ ਦੀ ਡੈਫੀਨੇਸ਼ਨਸ, GDP ਕੀ ਹੁੰਦੀ ਹੈ, NNP ਕੀ ਹੁੰਦੀ ਹੈ, ਇਹ ਸਾਰੇ ਟਰਮਸ ਦੀ ਡੈਫੀਨੇਸ਼ਨ ਇਸ NCERT ਦੇ ਵਿੱਚ ਲਾਸਟ ਪੇਜਿਸ 'ਤੇ ਦਿੱਤੀਆਂ ਹੋਈਆਂ ਨੇ, ਠੀਕ ਹੈ। ਤਾਂ ਆਪਣੀ ਪੂਰੀ ਇੰਡੀਅਨ ਇਕੋਨਮੀ ਰਾਜੇ ਇਹ 3 ਸੋਰਸਿਸ ਤੋਂ ਕਵਰ ਹੋ ਜੂਗੀ। ਮੈਕਸਿਮਮ ਪੋਰਸ਼ਨ ਆਪਣਾ ਲੂਸੈਂਟ ਦੇ ਵਿੱਚੋਂ ਕਵਰ ਹੋ ਰਿਹਾ, ਕੁਝ ਪੋਰਸ਼ਨ 12th NCERT ਦੇ ਵਿੱਚੋਂ, ਕੁਝ ਪੋਰਸ਼ਨ ਰਮੇਸ਼ ਸਿੰਘ ਜਾਂ ਫਿਰ ਸ਼੍ਰੀ ਰਾਮ। ਇਹ ਸਾਰੀਆਂ ਬੁੱਕਸ ਰਾਜੇ ਆਪਾਂ ਨੂੰ ਇੰਟਰਨੈਟ ਦੇ ਉੱਪਰ ਅਵੇਲੇਬਲ ਨੇ PDF ਦੇ ਫਾਰਮ ਦੇ ਵਿੱਚ। ਲੂਸੈਂਟ ਤੁਹਾਡੇ ਕੋਲ ਬੁੱਕ ਐਜ਼ ਇਟ ਇਜ਼ ਹੋਣੀ ਵੀ ਹੈ, ਅਗਰ ਨਹੀਂ ਹੈਗੀ ਤਾਂ ਲੂਸੈਂਟ ਤਾਂ ਬਾਏ ਕਰ ਲਓ ਰਾਜੇ, ਲੂਸੈਂਟ ਤਾਂ ਬਹੁਤ ਅੱਛੀ ਬੁੱਕ ਹੈ, ਇਹ ਤਾਂ ਬਾਏ ਕਰ ਲੈਣੀ ਚਾਹੀਦੀ ਹੈ, ਠੀਕ ਹੈ। ਬਾਕੀ ਦੋਨੋਂ ਤੁਹਾਨੂੰ PDF ਇੰਟਰਨੈਟ ਦੇ ਉੱਪਰ ਮਿਲ ਜਾਏਗੀ, ਠੀਕ ਹੈ। ਚਲੋ ਨੈਕਸਟ ਸਬ ਟੌਪਿਕ ਆਪਣਾ ਟੌਪਿਕ ਹੈਗਾ ਰਾਜੇ ਟੈਕਸੇਸ਼ਨ ਦੇ ਵਿੱਚ ਇਕਨੋਮੀ ਆਫ ਪੰਜਾਬ। ਹੁਣ ਇਕਨੋਮੀ ਆਫ ਪੰਜਾਬ ਰਾਜੇ ਆਪਾਂ ਨੂੰ ਪਤਾ ਪੰਜਾਬ ਆਪਣਾ ਐਗਰੀਰੀਅਨ ਬੇਸਡ ਇਕੋਨਮੀ ਹੈ, ਸਾਰਾ ਕੁਝ ਆਪਣਾ ਐਗਰੀਕਲਚਰ ਦੇ ਉੱਪਰ ਡਿਪੈਂਡੈਂਟ ਹੈਗਾ। ਤਾਂ ਇੱਕ ਐਗਰੀਰੀਅਨ ਇਕੋਨਮੀ ਹੈਗੀ ਤਾਂ ਸਾਰਾ ਕੁਝ ਜੋ ਵੀ ਐਗਰੀਕਲਚਰ ਦੇ ਨਾਲ ਰਿਲੇਟਡ ਹੈਗਾ ਉਹ ਆਪਣੀ ਪੰਜਾਬ ਦੀ ਇਕੋਨਮੀ ਨਾਲ ਰਿਲੇਟਡ ਹੈਗਾ, ਠੀਕ ਹੈ। ਰਬੀ ਕ੍ਰੋਪਸ ਕਿਹੜੀਆਂ ਹੁੰਦੀਆਂ ਨੇ, ਖਰੀਫ ਕ੍ਰੋਪਸ ਕਿਹੜੀਆਂ ਹੁੰਦੀਆਂ ਨੇ, ਜ਼ਾਇਦ ਕ੍ਰੋਪਸ ਕਿਹੜੀਆਂ ਹੁੰਦੀਆਂ ਨੇ, ਠੀਕ ਹੈ। ਇਹਨਾਂ ਦਾ ਕ੍ਰੋਪਿੰਗ ਪੈਟਰਨ ਕੀ ਹੈਗਾ ਰਾਜੇ, ਹੈ ਨਾ, ਇਹ ਸਾਰਾ ਕੁਝ। ਅਤੇ GDP ਦੇ ਵਿੱਚ ਕੀ ਕੰਟਰੀਬਿਊਸ਼ਨ ਹੈ ਐਗਰੀਕਲਚਰ ਦੀ ਪੰਜਾਬ ਦੀ ਟੋਟਲ GDP ਦੇ ਵਿੱਚ ਕੀ ਕੰਟਰੀਬਿਊਸ਼ਨ ਹੈਗੀ ਹੈ, ਠੀਕ ਹੈ। ਇਹ ਇੰਪੋਰਟੈਂਟ ਇਸ ਕਰਕੇ ਰਾਜੇ ਕਿਉਂਕਿ ਨੈਸ਼ਨਲ ਲੈਵਲ ਦੀ ਜਿਹੜੀ ਐਵਰੇਜ ਹੈਗੀ ਹੈ, ਨੈਸ਼ਨਲ ਐਵਰੇਜ ਤੋਂ ਪੰਜਾਬ ਦੇ ਵਿੱਚ ਐਗਰੀਕਲਚਰ ਦੀ ਮਹੱਤਵ ਜਿਹੜਾ ਜ਼ਿਆਦਾ ਹੈਗਾ, ਐਗਰੀਕਲਚਰ ਦਾ ਪੰਜਾਬ ਦੀ GDP ਦੇ ਵਿੱਚ ਕੰਟਰੀਬਿਊਸ਼ਨ ਜ਼ਿਆਦਾ ਹੈਗਾ ਕੰਪੇਅਰ ਟੂ ਨੈਸ਼ਨਲ ਐਵਰੇਜ। ਅਤੇ ਕਰਕੇ ਓਬਵੀਅਸ ਰੀਜ਼ਨ ਨੇ ਬਿਕਾਜ਼ ਆਪਾਂ ਨੂੰ ਪਤਾ ਜ਼ਿਆਦਾ ਐਗਰੀਕਲਚਰ ਹੀ ਆਪਣੇ ਸਟੇਟ ਦੇ ਵਿੱਚ ਹੈਗਾ, ਹੈ ਨਾ। ਤਾਂ ਇਹ ਚੀਜ਼ ਹੈਗੀ। ਇਹ ਜਿਹੜੇ ਦੋਨੇ ਟੌਪਿਕਸ ਨੇ ਰਾਜੇ ਇਹ ਆਪਣੇ ਸਾਡਾ ਪੰਜਾਬ ਬੁੱਕ ਦੇ ਵਿੱਚੋਂ ਕਵਰ ਹੋ ਜਾਣਗੇ, ਠੀਕ ਹੈ। ਇੱਧਰ ਆਪਾਂ ਸੋਰਸਿਸ ਪੜ੍ਹ ਰਹੇ ਹਾਂ, ਸਾਡਾ ਪੰਜਾਬ ਮੁਨੀਸ਼ ਜਿੰਦਲ ਵਾਲੀ ਬੁੱਕ ਹੈਗੀ ਜਿਹੜੀ ਉੱਥੋਂ ਕਵਰ ਹੋ ਜੂ ਆਪਣਾ, ਠੀਕ ਹੈ। ਦੋਨੇ ਟੌਪਿਕਸ ਐਗਰੀਰੀਅਨ ਸਾਰਾ ਐਗਰੀਕਲਚਰ ਇਕੋਨਮੀ ਅਤੇ ਆਪਣਾ GDP ਦੇ ਵਿੱਚ ਕੀ ਕੰਟਰੀਬਿਊਸ਼ਨ ਹੈ, ਇਹ ਸਾਰਾ ਕੁਝ ਇਹਦੇ ਵਿੱਚ ਕਵਰ ਹੋ ਜਾਏਗਾ। ਹੋਰ ਵੀ ਮਤਲਬ ਕਿਹੜੇ ਸੈਕਟਰ ਨੇ ਪੰਜਾਬ ਦੇ ਇਕੋਨਮੀ ਦੇ, ਠੀਕ ਹੈ, ਪ੍ਰਾਇਮਰੀ, ਟਰਸ਼ੀਅਰੀ ਅਤੇ ਸੈਕੰਡਰੀ ਟੈਕਸ ਸੈਕਟਰ ਜਿਹੜਾ ਹੈਗਾ, ਤਾਂ ਉਹ ਵੀ ਸਾਰਾ ਕੁਝ ਰਾਜੇ ਆਪਣਾ ਇਸ ਬੁੱਕ ਦੇ ਵਿੱਚੋਂ ਕਵਰ ਈਜ਼ੀਲੀ ਹੋ ਜਾਏਗਾ, ਠੀਕ ਹੈ। ਜਿਹੜਾ ਰਾਜੇ ਲਾਸਟ APMC ਐਕਟ ਹੈਗਾ, ਐਗਰੀਕਲਚਰ ਪ੍ਰੋਡਿਊਸ ਮਾਰਕੀਟ ਕਮੇਟੀ ਐਕਟ, ਜਿਹੜੀਆਂ ਆਪਣੀਆਂ ਮੰਡੀਆਂ ਨੇਗੀਆਂ, ਠੀਕ ਹੈ, ਮੰਡੀਆਂ। ਤਾਂ ਜਿਹੜੇ ਆਪਣੇ 3 ਫਾਰਮ ਲੋਸ ਨੇ ਰਾਜੇ ਇਹ ਮੰਡੀਆਂ ਨੂੰ ਹੀ ਥੋੜ੍ਹਾ ਜਿਹਾ ਡਿਸਮੈਂਟਲ ਕਰਨ ਦੀ ਕੋਸ਼ਿਸ਼ ਕਰਦੇ ਨੇਗੇ, ਠੀਕ ਹੈ। ਜਿਹੜੇ ਪਾਰਲੀਮੈਂਟ 3 ਫਾਰਮ ਲੋਸ ਲੈ ਕੇ ਆਈ ਹੈ ਉਹ ਕਿਤੇ ਨਾ ਕਿਤੇ ਜਿਹੜੇ ਆਪਣੀਆਂ ਸਟੇਟ ਦੀਆਂ APMC ਨੇ ਉਹਨਾਂ ਨੂੰ ਕੁਛ ਨਾ ਕੁਛ ਡੈਮੇਜ ਕਰ ਰਹੀਆਂ ਹੈਗੀਆਂ। ਤਾਂ ਪੰਜਾਬ ਦਾ ਇੱਕ APMC ਐਕਟ ਬਹੁਤ ਇੰਪੋਰਟੈਂਟ ਹੈ, ਉਹ ਤੁਸੀਂ ਥੋੜ੍ਹੀ ਉਹਦੀ ਸਮਰੀ ਪੜ੍ਹ ਲੈਣੀ ਹੈ। ਤੁਸੀਂ ਕੀ ਕਰਨਾ ਰਾਜੇ, ਪੜ੍ਹਨਾ ਕਿੱਥੋਂ, ਸੋਰਸ ਕੀ ਇਹਦਾ ਸੋਰਸ ਹੈਗਾ ਰਾਜੇ ਇੰਟਰਨੈਟ। ਤੁਸੀਂ ਇੰਟਰਨੈਟ ਦੇ ਉੱਪਰ ਸਰਚ ਕਰਨਾ ਰਾਜੇ ਪੰਜਾਬ APMC ਐਕਟ, ਠੀਕ ਹੈ, ਪੰਜਾਬ APMC ਐਕਟ ਸਮਰੀ, ਜਾਂ ਤਾਂ ਤੁਹਾਨੂੰ ਕੋਈ ਸਮਰੀ ਮਿਲ ਜਾਏਗੀ ਜਾਂ ਫਿਰ ਕੋਈ ਨਿਊਜ਼ਪੇਪਰ ਦਾ ਆਰਟੀਕਲ ਮਿਲ ਜਾਏਗਾ, ਠੀਕ ਹੈ। ਤੁਸੀਂ ਉਹ ਕਰ ਲੈਣਾ, ਠੀਕ ਹੈ। ਬਹੁਤ ਜ਼ਿਆਦਾ ਡਿਟੇਲ ਦੇ ਵਿੱਚ ਨਹੀਂ ਕਰਨਾ, ਬਸ ਸਿੰਪਲ ਜੀ ਬਰੀਫ ਜਿਹੀਆਂ ਚੀਜ਼ਾਂ ਕਰਨੀਆਂ ਨੇ ਜਿਹੜੇ ਤੁਹਾਨੂੰ ਕਿਸੇ ਨਾ ਕਿਸੇ ਨਿਊਜ਼ਪੇਪਰ ਆਰਟੀਕਲ ਦੇ ਵਿੱਚ ਮਿਲ ਜਾਣਗੀਆਂ, ਠੀਕ ਹੈ। APMC ਐਕਟ ਕੋਈ ਬਹੁਤ ਜ਼ਿਆਦਾ ਇੰਪੋਰਟੈਂਟ ਤਾਂ ਨਹੀਂ ਹੈਗਾ, ਅਗਰ ਕਰਨਾ ਹੋਏ ਕਰ ਲਓ, ਵਰਨਾ ਛੱਡ ਸਕਦੇ ਹੋ ਇਹਨੂੰ, ਕੋਈ ਦਿੱਕਤ ਵਾਲੀ ਗੱਲ ਨਹੀਂ, ਠੀਕ ਹੈ। ਬਾਕੀ ਜਿੰਨੀ ਇਕੋਨਮੀ ਆਪਣੀ ਪੰਜਾਬ ਦੀ ਹੈਗੀ ਉਹ ਆਪਣੀ ਸਾਡਾ ਪੰਜਾਬ ਬੁੱਕ ਦੇ ਵਿੱਚੋਂ ਕਵਰ ਈਜ਼ੀਲੀ ਹੋ ਜਾਏਗੀ, ਠੀਕ ਹੈ। ਥਰਡ ਟੌਪਿਕ ਹੈਗਾ ਰਾਜੇ ਨੀਤੀ ਆਯੋਗ। ਕਾਫੀ ਇੰਪੋਰਟੈਂਟ ਹੈ, ਦੇਖੋ ਇਹੀ ਜਿਹੇ ਜਿਹੜੇ ਟੌਪਿਕ ਨੇ ਇੱਥੋਂ ਕੁਐਸਚਨ ਬਣਦੇ ਨੇਗੇ, ਠੀਕ ਹੈ। ਇਹ ਕੁਐਸਚਨ ਦਾ ਪ੍ਰੋਨ ਏਰੀਆ ਹੈਗਾ, ਠੀਕ ਹੈ। ਹੁਣ ਦੇਖੋ ਇੰਡੀਅਨ ਇਕੋਨਮੀ ਐਜ਼ ਸੱਚ ਬਹੁਤ ਵੱਡਾ ਟੌਪਿਕ, ਬਹੁਤ ਮਤਲਬ ਪੂਰੀ ਬੁੱਕ ਹੈਗੀ ਆਪਾਂ ਜਿਵੇਂ ਪਹਿਲਾਂ ਵੀ ਕੀਤਾ, ਬਟ ਆਪਣੇ ਕੁਝ ਥੀਮਸ ਇਹਦੇ ਵਿੱਚ ਕੀਤੇ ਨੇ ਔਰ ਇਸੇ ਕਰਕੇ ਇਹਨੂੰ ਜ਼ਿਆਦਾ ਟਾਈਮ ਲੱਗ ਗਿਆ ਇੰਡੀਅਨ ਇਕੋਨਮੀ ਨੂੰ। ਬਾਕੀ ਦੇ ਟੌਪਿਕਸ ਜਿਹੜੇ ਛੋਟੇ ਟੌਪਿਕਸ ਨੇ, ਠੀਕ ਹੈ। ਇਕਨੋਮੀ ਆਫ ਪੰਜਾਬ ਕੀ ਬਹੁਤ ਵੱਡਾ ਟੌਪਿਕ ਨਹੀਂ ਹੈਗਾ। ਨੀਤੀ ਆਯੋਗ ਆਪਾਂ ਨੂੰ ਬਿਲਕੁਲ ਈਜ਼ੀ ਜਿਹਾ ਟੌਪਿਕ ਹੈਗਾ। ਇਹ ਕਿੱਥੋਂ ਕਵਰ ਕਰਨਾ ਰਾਜੇ, ਇਹ ਕਰਨਾ ਰਮੇਸ਼ ਸਿੰਘ ਦੇ ਵਿੱਚੋਂ, ਰਮੇਸ਼ ਸਿੰਘ ਬੁੱਕ ਦੇ ਵਿੱਚ ਤੁਹਾਨੂੰ ਕਵਰ ਹੋ ਜਾਏਗਾ। ਰਮੇਸ਼ ਸਿੰਘ ਦੀ ਬੁੱਕ ਜਿਹੜੀ ਹੈਗੀ ਹੈ ਇੰਟਰਨੈਟ ਦੇ ਉੱਪਰ PDF ਤੁਹਾਨੂੰ ਫ੍ਰੀਲੀ ਅਵੇਲੇਬਲ ਮਿਲ ਜਾਏਗੀ, ਠੀਕ ਹੈ, ਸਰਚ ਕਰੋ ਤਾਂ ਨੀਤੀ ਆਯੋਗ ਇਹਦੇ ਵਿੱਚੋਂ ਕਵਰ ਹੋ ਜਾਏਗਾ। ਨੈਕਸਟ ਆਉਂਦਾ ਰਾਜੇ ਟੈਕਸੇਸ਼ਨ। ਆਹ ਚਾਰੇ ਪੋਰਸ਼ਨ ਟੈਕਸੇਸ਼ਨ ਦੇ ਨੇਗੇ। ਬੇਸਿਕਲੀ ਟੈਕਸੇਸ਼ਨ ਇੱਥੋਂ ਸਟਾਰਟ ਹੁੰਦੀ ਹੈ, ਜਿਹੜਾ ਪੂਰਾ ਆਪਣਾ ਹੈਡਿੰਗ ਟੈਕਸੇਸ਼ਨ ਦਾ ਸੀਗਾ, ਤਾਂ ਬੇਸਿਕਲੀ 4 ਪੁਆਇੰਟਸ ਹੀ ਟੈਕਸੇਸ਼ਨ ਦੇ ਵਿੱਚ ਆਉਂਦੇ ਨੇ, ਠੀਕ ਹੈ। ਇਹਨਾਂ ਦੇ ਵਿੱਚੋਂ ਵੀ ਰਾਜੇ GST ਜਿਹੜਾ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ, ਠੀਕ ਹੈ। ਹੁਣ GST ਦੇਖੋ ਕਰਨਾ ਕਿਤੋਂ, ਇਹ ਅਗੇਨ ਰਮੇਸ਼ ਸਿੰਘ ਦੇ ਵਿੱਚੋਂ ਵੀ ਹੋ ਸਕਦਾ ਜਾਂ ਫਿਰ ਇੱਕ ਹੋਰ ਜ਼ਿਆਦਾ ਬੈਟਰ ਸੋਰਸ ਹੈਗਾ ਸ਼੍ਰੀ ਰਾਮ IAS, ਠੀਕ ਹੈ। ਇਹਨੂੰ ਮੈਂ ਜ਼ਿਆਦਾ ਪ੍ਰੈਫਰ ਕਰਾਂਗਾ। ਇਹਦੇ ਵਿੱਚ ਕਾਫੀ ਅੱਛਾ GST ਨੂੰ ਐਕਸਪਲੇਨ ਕੀਤਾ ਗਿਆ, ਠੀਕ ਹੈ। GST ਦੇ ਕਿਹੜੇ ਐਕਟ ਨੇ, SGST ਐਕਟ ਹੈਗਾ, ਠੀਕ ਹੈ, CGST ਐਕਟ ਹੈਗਾ, IGST ਐਕਟ ਹੈਗਾ, ਠੀਕ ਹੈ, ਕੰਪਨਸੇਸ਼ਨ ਵਾਲਾ ਐਕਟ ਹੈਗਾ,
ਠੀਕ ਹੈ। ਹੁਣ ਕੰਪਨਸੇਸ਼ਨ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਬਿਕਾਜ਼ ਰੀਸੈਂਟ ਟਾਈਮ ਦੇ ਵਿੱਚ ਕੋਵਿਡ ਕਰਕੇ ਜਿਹੜੀ ਕੰਪਨਸੇਸ਼ਨ ਹੈ ਸਟੇਟਸ ਨੂੰ ਨਹੀਂ ਦਿੱਤੀ ਜਾ ਰਹੀ। ਬੇਸਿਕਲੀ ਹੈਗੀ ਇਹਦੇ ਵਿੱਚ ਵੀ ਸੈਂਟਰ ਨੂੰ 5 ਸਾਲਾਂ ਵਾਸਤੇ ਐਟਲੀਸਟ ਸੈਂਟਰ ਕੀ ਹੈ ਸਟੇਟਸ ਨੂੰ ਕੁਝ ਕੰਪਨਸੇਸ਼ਨ ਪ੍ਰੋਵਾਈਡ ਕਰੇਗੀ। GST ਲਾਗੂ ਕਰਨ ਦੇ ਵਿੱਚ ਸਟੇਟਸ ਨੇ ਇੱਕ ਪ੍ਰੋਮਿਸ ਮੰਗਿਆ ਸੀ ਸੈਂਟਰ ਤੋਂ ਵੀ ਸਾਨੂੰ ਹਰ ਸਾਲ ਕੁਛ ਨਾ ਕੁਛ ਕੰਟਰੀਬਿਊਸ਼ਨ ਚਾਹੀਦੀ ਹੈ, ਕੁਛ ਨਾ ਕੁਛ ਕੰਪਨਸੇਸ਼ਨ ਚਾਹੀਦੀ ਹੈ, ਠੀਕ ਹੈ। ਬਟ ਇਸ ਵਾਰੀ ਕੋਵਿਡ ਕਰਕੇ ਸੈਂਟਰ ਕੋਲੇ ਜਿਹੜਾ ਰੈਵਨਿਊ ਘੱਟ ਆਇਆ ਸੀਗਾ, ਇਸ ਕਰਕੇ ਸਟੇਟਸ ਨੂੰ ਜਿਹੜਾ ਕੀ ਹੈ ਕੰਪਨਸੇਸ਼ਨ ਘੱਟ ਵੱਧ ਮਿਲੀ ਸੀਗੀ। ਤਾਂ ਪੰਜਾਬ ਵਰਗੀ ਸਟੇਟਸ, ਕੇਰਲਾ, ਬੰਗਾਲ ਵਰਗੀਆਂ ਸਟੇਟਸ ਨੇ ਕਾਫੀ ਇਹਦਾ ਵਿਰੋਧ ਕੀਤਾ, ਮਨਪ੍ਰੀਤ ਬਾਦਲ ਸਾਹਿਬ ਨੇ ਕਾਫੀ ਵਿਰੋਧ ਕੀਤਾ। ਤਾਂ ਇਸ ਕਰਕੇ ਕੰਪਨਸੇਸ਼ਨ ਵਾਲਾ ਐਕਟ ਕਾਫੀ ਇੰਪੋਰਟੈਂਟ ਬਣ ਜਾਂਦਾ ਵੀ ਕਿਵੇਂ ਜਿਹੜੀ ਕੀ ਹੈ ਦੇਣੀ ਹੈ, ਕਿੰਨਾ ਗਰੋਥ ਇਹਦੇ ਵਿੱਚ ਹੁੰਦੀ ਹੈ, ਤਾਂ 14% ਇਹਦਾ ਆਨਸਰ ਆਊਗਾ, ਠੀਕ ਹੈ। ਇਹ ਸਾਰਾ ਕੁਛ ਆਪਾਂ ਪੜ੍ਹਦੇ ਹਾਂ, ਤਾਂ ਜਦੋਂ ਵੀ ਤੁਸੀਂ GST ਵਾਲਾ ਟੌਪਿਕ ਪੜ੍ਹੋਗੇ ਇਹ ਸਾਰਾ ਕੁਝ ਤੁਹਾਨੂੰ ਬੜਾ ਈਜ਼ੀਲੀ ਯਾਦ ਹੋ ਜਾਏਗਾ, ਠੀਕ ਹੈ। GST ਦਾ ਐਕਟ ਕਿਹੜਾ ਰਾਜੇ, GST ਕਾਊਂਸਲ ਦਾ ਆਰਟੀਕਲ 279A, ਠੀਕ ਹੈ। ਥੋੜ੍ਹਾ ਜਿਹਾ ਪੋਲਿਟੀ ਵਾਲਾ ਪੋਰਸ਼ਨ ਵੀ ਕਵਰ ਹੋ ਜਾਊਗਾ ਇਹਦੇ ਵਿੱਚੋਂ, ਠੀਕ ਹੈ। ਆਰਟੀਕਲ 246A ਐਡ ਕੀਤਾ ਆਪਾਂ ਨੇ, ਠੀਕ ਹੈ। ਤਾਂ ਮਤਲਬ ਇਹ ਕੁਛ ਪੋਲਿਟੀ ਵਾਲਾ ਪੋਰਸ਼ਨ ਵੀ ਜਿਹੜਾ ਹੈਗਾ ਕਵਰ ਹੋ ਜਾਏਗਾ ਇਸ ਬੁੱਕ ਦੇ ਵਿੱਚੋਂ, ਸ਼੍ਰੀ ਰਾਮ IAS ਦੇ ਵਿੱਚੋਂ। ਰਮੇਸ਼ ਸਿੰਘ ਦੇ ਵਿੱਚ ਇੰਨੀ ਕੋਈ ਵਧੀਆ ਦਿੱਤਾ ਨਹੀਂ ਹੋਇਆ GST ਬਾਰੇ, ਸ਼੍ਰੀ ਰਾਮ IAS ਵਿੱਚ ਕਾਫੀ ਅੱਛਾ ਦਿੱਤਾ ਹੋਇਆ, ਠੀਕ ਹੈ, ਤੁਸੀਂ ਇਹ ਪੜ੍ਹ ਸਕਦੇ ਹੋ। ਅਤੇ ਹੁਣ ਜਿਹੜੇ ਬਾਕੀ ਦੇ ਰਾਜੇ ਟੈਕਸਿਸ ਨੇਗੇ ਜਿਵੇਂ ਕਸਟਮ, ਐਕਸਾਈਜ਼, ਇਹ ਕੋਈ ਬਹੁਤ ਜ਼ਿਆਦਾ ਇੰਪੋਰਟੈਂਟ ਨਹੀਂ ਹੈਗੇ। ਉਹਦਾ ਰੀਜ਼ਨ ਕੀ ਹੈ ਰਾਜੇ, ਪਹਿਲੀ ਗੱਲ ਤਾਂ ਦੇਖੋ ਕਸਟਮ ਦਾ ਬਹੁਤ ਵੱਡਾ ਪਾਰਟ GST ਦੇ ਵਿੱਚ ਸਬਅਜ਼ਿਊਮ ਹੋ ਚੁੱਕਿਆ, ਠੀਕ ਹੈ। ਥੋੜ੍ਹਾ ਜਿਹਾ ਹੈਗਾ ਹਲੇ ਵੀ ਬਾਹਰ ਹੈ ਜਿਹੜਾ, ਬਟ ਜ਼ਿਆਦਾ GST ਦੇ ਵਿੱਚ ਹੋ ਚੁੱਕਿਆ। ਅਤੇ ਐਕਸਾਈਜ਼ ਦੇ ਵੀ ਰਾਜੇ ਦੋ ਪਾਰਟ ਨੇ, ਇੱਕ ਸੈਂਟਰਲ ਐਕਸਾਈਜ਼, ਇੱਕ ਸਟੇਟ ਐਕਸਾਈਜ਼। ਸੈਂਟਰਲ ਐਕਸਾਈਜ਼ ਖਤਮ ਹੋ ਚੁੱਕਿਆ ਰਾਜੇ ਵੀ ਕਿਤੇ ਵੀ GST ਦੇ ਵਿੱਚ ਆ ਗਿਆ। ਸਟੇਟ ਐਕਸਾਈਜ਼ ਦੀ ਮੈਂ ਗੱਲ ਕਰਾਂ ਜਿਵੇਂ ਪੰਜਾਬ ਐਕਸਾਈਜ਼, ਤਾਂ ਪੰਜਾਬ ਦਾ ਐਕਸਾਈਜ਼ ਐਕਟ ਹੈਗਾ ਰਾਜੇ ਪੰਜਾਬ ਐਕਸਾਈਜ਼ ਐਕਟ 1914, ਠੀਕ ਹੈ। ਹੁਣ ਇਸੇ ਐਕਟ ਦੇ ਵਿੱਚ ਰਾਜੇ ਜਿਹੜੀ ਆਪਣੀ ਜਾਲੀ ਸ਼ਰਾਬ ਬਣਦੀ ਹੈ ਜਾਂ ਸੇਲ ਹੁੰਦੀ ਹੈ ਉਹਨੂੰ ਅਸੀਂ ਰੈਗੂਲੇਟ ਕਰ ਸਕਦੇ ਹਾਂ, ਠੀਕ ਹੈ। ਰੀਸੈਂਟਲੀ ਰਾਜੇ ਤੁਹਾਨੂੰ ਪਤਾ ਤਰਨਤਾਰਨ ਦੇ ਵਿੱਚ ਇੱਕ ਟਰੈਜਡੀ ਹੋਈ ਸੀ, ਹੂਚ ਟਰੈਜਡੀ ਆਪਾਂ ਕਹਿੰਦੇ ਹਾਂ ਉਹਨੂੰ। ਹੂਚ ਕੀ ਹੁੰਦੀ ਹੈ ਰਾਜੇ, ਇਹੀ ਜਿਹੜੀ ਜਾਲੀ ਸ਼ਰਾਬ ਬਣਦੀ ਹੈ ਜਾਂ ਮਤਲਬ ਘਰ ਦੀ ਸ਼ਰਾਬ ਕਹਿ ਦਿੰਦੇ ਆ ਤੁਸੀਂ, ਠੀਕ ਹੈ। ਤਾਂ ਜਿਹੜੀ ਹੂਚ ਦੇ ਨਾਲ 100 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਸੀਗੀ, ਠੀਕ ਹੈ। ਮਤਲਬ ਕੁਛ ਇਹਦੇ ਵਿੱਚ ਅਡਲਟਰੈਂਟਸ ਸੀਗੇ, ਕੁਛ ਮਿਲਾਵਟ ਸੀਗੀ, ਠੀਕ ਹੈ, ਸਪਿਰਿਟ ਵਗੈਰਾ ਦਾ ਯੂਜ਼ ਹੋਇਆ ਸੀ। ਤਾਂ ਇਹਦੇ ਕਰਕੇ ਕਾਫੀ ਡੈਥਸ ਹੋਈਆਂ ਸੀ। ਇਸੇ ਕਰਕੇ ਇਸ ਐਕਟ ਨੂੰ, ਇਸ ਲਾਅ ਨੂੰ ਹੋਰ ਵੀ ਸਟ੍ਰਿਕਟ ਬਣਾਉਣ ਦੇ ਪ੍ਰਪੋਜ਼ਲ ਹੋਏ ਸੀਗੇ। ਇਹਦਾ ਇੱਕ ਸੈਕਸ਼ਨ ਹੈ ਰਾਜੇ ਸੈਕਸ਼ਨ 61 ਆਫ ਪੰਜਾਬ ਐਕਸਾਈਜ਼ ਐਕਟ, ਜਿਹਦੇ ਵਿੱਚ ਕਿ 3 ਸਾਲ ਦੀ ਸਜ਼ਾ ਹੈਗੀ ਹੈ ਅਤੇ 10 ਲੱਖ ਦੀ ਫਾਈਨ ਹੈਗਾ ਅਗਰ ਤੁਸੀਂ ਇਹ ਜੀ ਇਲੀਗਲ ਸ਼ਰਾਬ ਬਣਾਉਣੇ ਹੋ, ਠੀਕ ਹੈ। ਤਾਂ ਇਹਨੂੰ ਵੀ ਹੋਰ ਜ਼ਿਆਦਾ ਸਟ੍ਰਿਕਟ ਕਰਨ ਦੇ ਪ੍ਰਪੋਜ਼ਲ ਸੀਗੇ ਵੀ ਇਹਨੂੰ ਕੀ ਹੈ ਫਾਂਸੀ ਦੀ ਸਜ਼ਾ ਇਹਦੇ ਵਿੱਚ ਐਡ ਕੀਤੀ ਜਾਵੇ, ਠੀਕ ਹੈ। ਇੱਕ ਨਵਾਂ ਸੈਕਸ਼ਨ ਐਡ ਕੀਤਾ ਜਾਵੇ ਸੈਕਸ਼ਨ 61A, ਠੀਕ ਹੈ, ਵੀ ਜਿਹੜੀ ਡੈਥ ਪੈਨਲਟੀ ਉਹ ਐਡ ਕੀਤੀ ਜਾਵੇ, ਠੀਕ ਹੈ। ਤਾਂ ਇਹ ਪ੍ਰਪੋਜ਼ਲ ਸੀਗੇ। ਹੁਣ ਦੇਖੋ ਆਪਾਂ ਨੇ ਬਹੁਤ ਜ਼ਿਆਦਾ ਡਿਟੇਲ ਦੇ ਵਿੱਚ ਨਹੀਂ ਜਾਣਾ, ਸਿਰਫ ਇਹਦੇ ਵਿੱਚ ਕੀ ਪੜ੍ਹਨਾ ਹੈ ਵੀ ਪੰਜਾਬ ਦਾ ਐਕਸਾਈਜ਼ ਐਕਟ ਕਦੋਂ ਬਣਿਆ ਸੀ, 1914 ਦੇ ਵਿੱਚ ਬਣਿਆ ਸੀ, ਬਸ ਇੰਨਾ ਕੁ ਯਾਦ ਕਰਨਾ ਚਾਹੀਦਾ। ਹੋਰ ਆਪਾਂ ਬਹੁਤ ਜ਼ਿਆਦਾ ਡਿਗ ਆਊਟ ਨਹੀਂ ਕਰਨਾ, ਹੋਰ ਬਹੁਤ ਡੂੰਘਾਈ ਦੇ ਵਿੱਚ ਨਹੀਂ ਜਾਣਾ, ਠੀਕ ਹੈ। ਇਹਦਾ ਰੀਜ਼ਨ ਕੀ ਹੈ ਰਾਜੇ, ਮੈਂ ਕੋਈ ਮਤਲਬ ਫਲਾਵਟੀ ਗੱਲ ਨਹੀਂ ਕਰ ਰਿਹਾ, ਕੁਛ ਸੁਪਰਫਿਸ਼ੀਅਲ ਗੱਲ ਨਹੀਂ ਕਰ ਰਿਹਾ। ਇਹਦਾ ਰੀਜ਼ਨ ਇਹ ਹੈ ਕਿਉਂਕਿ ਐਗਜ਼ਾਮੀਨਰ ਨੂੰ ਰਾਜੇ ਕੁਐਸਚਨ ਬਣਾਉਣ ਵਾਸਤੇ ਕੋਈ ਏਰੀਆ ਚਾਹੀਦਾ, ਈਜ਼ੀ ਏਰੀਆ ਚਾਹੀਦਾ, ਠੀਕ ਹੈ। ਹੁਣ ਬਹੁਤ ਜ਼ਿਆਦਾ ਡੂੰਘਾ ਜਾ ਕੇ ਤਾਂ ਉਹ ਵੀ ਨਹੀਂ ਕੁਐਸਚਨ ਬਣਾਏਗਾ, ਠੀਕ ਹੈ। ਤਾਂ GST ਵਾਲਾ ਪੋਰਸ਼ਨ ਮੈਂ ਤੁਹਾਨੂੰ ਕਿਉਂ ਕਹਿ ਰਿਹਾ ਇੰਪੋਰਟੈਂਟ ਹੈ ਕਿਉਂਕਿ ਇਹਦੇ ਵਿੱਚੋਂ ਕੁਐਸਚਨ ਬਣਾਉਣੇ ਸੌਖੇ ਨੇ ਔਰ ਕੁਐਸਚਨ ਇਹੋ ਜਿਹੇ ਬਣਾਉਣੇ ਸੌਖੇ ਨੇ ਜਿਹੜਾ ਕਿ ਸਟੂਡੈਂਟ ਸੋਲਵ ਵੀ ਕਰ ਸਕੇ, ਠੀਕ ਹੈ। ਪੇਪਰ ਬਣਾਊਗਾ ਰਾਜੇ ਐਗਜ਼ਾਮੀਨਰ ਕਿਉਂ ਬਣਾਊਗਾ, ਬੱਚੇ ਸੋਲਵ ਕਰ ਪਾਵੇ ਤਾਂ ਹੀ ਬਣਾਏਗਾ ਨਾ। ਕੋਈ ਬਿਨਾਂ ਮਤਲਬ ਦੀ ਕੋਈ ਏਲੀਅਨ ਚੀਜ਼ ਥੋੜ੍ਹੀ ਪਾ ਦੇਗਾ ਵੀ ਮਾਰਸ ਤੋਂ ਲੈ ਕੇ ਕੋਈ ਚੀਜ਼ ਪਾ ਦੇ ਉੱਥੇ, ਨਹੀਂ, ਕੋਈ ਅੱਛੀ ਚੀਜ਼ ਹੀ ਪਾਏਗਾ ਜਿਹਦੇ ਕਿ ਚਾਂਸਿਸ ਨੇ ਕਿ ਮੈਕਸਿਮਮ ਜਿਹੜੇ ਅੱਛੇ ਪੜ੍ਹੇ ਹੋਏ ਸਟੂਡੈਂਟਸ ਨੇਗੇ ਜਿਹੜੇ ਪੜ੍ਹ ਕੇ ਆਏ ਨੇ ਉਹ ਕਰ ਸਕਣ, ਠੀਕ ਹੈ। ਤਾਂ GST ਵਾਲਾ ਟੌਪਿਕ ਰਾਜੇ ਇਹਦੇ ਸੋਰਸਿਸ ਵੀ ਬਹੁਤ ਨੇਗੇ ਔਰ ਇਹ ਰੈਲੀਵੈਂਟ ਵੀ ਬਹੁਤ ਹੈ। ਤਾਂ ਇਹੀ ਜ਼ਿਆਦਾ ਚਾਂਸਿਸ ਨੇ ਕਿ GST ਦੇ ਵਿੱਚੋਂ ਹੀ ਕੁਐਸਚਨ ਬਣੂਗਾ, ਠੀਕ ਹੈ। ਐਕਸਾਈਜ਼ ਅਤੇ ਕਸਟਮ ਨੂੰ ਜ਼ਿਆਦਾ ਆਪਾਂ ਤਵੱਜੋ ਨਹੀਂ ਦੇਣੀ, GST ਨੂੰ ਹੀ ਜ਼ਿਆਦਾ ਕਰਨਾ, ਠੀਕ ਹੈ। GST ਜਿੰਨਾ ਡਿਟੇਲ ਦੇ ਵਿੱਚ ਕਰ ਸਕਦੇ ਕਰ ਲਓ, ਬਾਕੀ ਇਹਨਾਂ ਦਾ ਥੋੜ੍ਹਾ ਬਹੁਤਾ ਜੇ ਤੁਹਾਨੂੰ ਕੋਈ ਸੋਰਸ ਮਿਲਦਾ ਕਰ ਲਓ। ਬਸ ਡੈਫੀਨੇਸ਼ਨ ਐਕਸਾਈਜ਼ ਕੀ ਹੁੰਦਾ ਵੀ ਇਹ ਕੀ ਹੈ ਮੈਨੂਫੈਕਚਰਿੰਗ ਦੇ ਉੱਪਰ ਲੱਗਦਾ ਐਕਸਾਈਜ਼, ਬਸ ਇੰਨਾ ਕੁ ਪਤਾ ਹੋਣਾ ਚਾਹੀਦਾ। ਕਸਟਮ ਕੀ ਹੈ ਇੰਪੋਰਟ ਐਕਸਪੋਰਟ 'ਤੇ ਲੱਗਦਾ, ਬਸ ਇੰਨਾ ਕੁ ਪਤਾ ਹੋਣਾ ਚਾਹੀਦਾ। ਬਹੁਤ ਜ਼ਿਆਦਾ ਡਿਗ ਆਊਟ ਨਹੀਂ ਕਰਨਾ ਹੈਗਾ, ਠੀਕ ਹੈ। GST ਨੂੰ ਅੱਛੀ ਤਰ੍ਹਾਂ ਕਰਨਾ ਹੈ। ਜਿਹੜੀ ਗੱਲ ਰਹਿ ਜਾਂਦੀ ਹੈ ਜੀ ਟੈਕਸੇਸ਼ਨ ਰੂਲਸ ਐਂਡ ਰੈਗੂਲੇਸ਼ਨਸ ਐਪਲੀਕੇਬਲ ਟੂ ਇੰਡਸਟਰੀਜ਼, ਵੀ ਜਿਹੜੀਆਂ ਇੰਡਸਟਰੀਜ਼ ਨੇਗੀਆਂ ਉਹਨਾਂ ਦੇ ਉੱਪਰ ਕਿਹੜੀ ਟੈਕਸੇਸ਼ਨ ਲੱਗਦੀਆਂ ਨੇ। ਤਾਂ ਰਾਜੇ ਇਹਦੇ ਵਿੱਚ ਇੱਕੋ ਹੀ ਕਰੰਟ ਅਫੇਅਰ ਇੰਪੋਰਟੈਂਟ ਹੈਗਾ, ਉਹ ਕੀ ਹੈ ਰਾਜੇ ਕਾਰਪੋਰੇਟ ਟੈਕਸ। ਕਾਰਪੋਰੇਟ ਟੈਕਸ ਤੁਹਾਨੂੰ ਪਤਾ ਹੋਏਗਾ ਰਾਜੇ ਰੀਸੈਂਟਲੀ ਜਿਹੜਾ ਬਜਟ ਦੇ ਵਿੱਚ ਇਹ ਕਾਰਪੋਰੇਟ ਟੈਕਸ ਨੂੰ ਘਟਾਇਆ ਗਿਆ ਹੈ, ਠੀਕ ਹੈ। 15% ਅਤੇ 22% ਬਣਾਇਆ ਗਿਆ ਇਸ ਕਾਰਪੋਰੇਟ ਟੈਕਸ ਨੂੰ, ਠੀਕ ਹੈ। ਪਹਿਲਾਂ ਇਹ 25% 30% ਸੀਗਾ, ਬਟ ਹੁਣ ਨਵੀਆਂ ਜਿਹੜੀਆਂ ਮੈਨੂਫੈਕਚਰਿੰਗ ਦੀ ਗੱਲ ਹੋ ਰਹੀ ਹੈ ਬੇਸਿਕਲੀ ਇਹ ਜਿਹੜੀਆਂ ਇੰਡਸਟਰੀਜ਼ ਮੈਨੂਫੈਕਚਰਿੰਗ ਕਰਦੀਆਂ ਨੇ, ਅਗਰ ਕੋਈ ਨਵਾਂ ਪਲਾਂਟ ਲਗਾ ਰਿਹਾ ਤਾਂ ਰਾਜੇ ਉਹਦਾ ਕਾਰਪੋਰੇਟ ਟੈਕਸ ਸਿਰਫ 15% ਹੋਏਗਾ, ਠੀਕ ਹੈ, ਪੁਰਾਣੀਆਂ ਦਾ 22%। ਤਾਂ ਇਹ ਕੀ ਹੈ ਰਾਜੇ ਪ੍ਰਮੋਟ ਕਰਨ ਵਾਸਤੇ ਵੀ ਕਾਰਪੋਰੇਟ ਟੈਕਸ ਤਾਂ ਘਟਾਇਆ ਗਿਆ ਵੀ ਨਵੀਆਂ ਇੰਡਸਟਰੀਆਂ ਨੂੰ ਪ੍ਰਮੋਟ ਕੀਤਾ ਜਾਵੇ, ਠੀਕ ਹੈ। ਇਹੀ ਆਪਣਾ ਦੇਖੋ ਟੌਪਿਕ ਹੈਗਾ ਇੰਡਸਟਰੀਅਲ ਪ੍ਰਮੋਸ਼ਨ, ਇੰਡਸਟਰੀ ਨੂੰ ਕਿਵੇਂ ਪ੍ਰਮੋਟ ਕਰਨਾ। ਤਾਂ ਕਾਰਪੋਰੇਟ ਟੈਕਸ ਘਟਾ ਕੇ ਜਿਹੜਾ ਕਿ ਇੰਡਸਟਰੀ ਨੂੰ ਪ੍ਰਮੋਟ ਕੀਤਾ ਜਾ ਰਿਹਾ ਹੈਗਾ, ਠੀਕ ਹੈ।
ਹੁਣ ਅਗੇਨ ਰਾਜੇ ਇਹ ਵੀ ਬਹੁਤ ਜ਼ਿਆਦਾ ਡਿਗ ਆਊਟ ਨਹੀਂ ਕਰਨਾ, ਬਹੁਤ ਜ਼ਿਆਦਾ ਡਿਟੇਲ ਦੇ ਵਿੱਚ ਤੁਸੀਂ ਨਹੀਂ ਜਾਣਾ, ਬਸ ਇੰਨਾ ਕੁ ਕਾਰਪੋਰੇਟ ਟੈਕਸ ਬਾਰੇ ਮਾੜਾ ਮੋਟਾ ਪੜ੍ਹ ਲਓ, ਠੀਕ ਹੈ। ਤੁਸੀਂ ਰਾਜੇ ਇੱਕ ਚੀਜ਼ ਓਬਜ਼ਰਵ ਕੀਤੀ ਹੋਣੀ, ਠੀਕ ਹੈ, ਮੈਂ ਰੱਬ ਕਰ ਰਿਹਾ ਸਾਰਾ। ਆਪਣੇ ਦੇਖੋ ਟੈਕਸਿਸ ਦੋ ਤਰ੍ਹਾਂ ਦੇ ਹੁੰਦੇ ਨੇਗੇ, ਡਾਇਰੈਕਟ ਟੈਕਸ ਤੇ ਇਨਡਾਇਰੈਕਟ ਟੈਕਸ, ਠੀਕ ਹੈ। ਇਹ ਸਾਰੇ ਦੇ ਸਾਰੇ ਜਿਹੜੇ GST, ਕਸਟਮਸ, ਐਕਸਾਈਜ਼, ਇਹ ਇਨਡਾਇਰੈਕਟ ਟੈਕਸਿਸ ਨੇਗੇ, ਠੀਕ ਹੈ। ਜਿਹੜੇ ਡਾਇਰੈਕਟ ਟੈਕਸਿਸ ਨੇ ਜਿਵੇਂ ਕਾਰਪੋਰੇਟ ਟੈਕਸ ਆਪਾਂ ਕਰਕੇ ਆ, ਠੀਕ ਹੈ, ਇਨਕਮ ਟੈਕਸ, ਇਹ ਜ਼ਿਆਦਾਤਰ ਯਾਰ ਯੂਨੀਅਨ ਲਿਸਟ ਦਾ ਮੈਟਰ ਨੇਗੇ। ਆਪਾਂ ਨੂੰ ਪਤਾ 7th ਸ਼ਡਿਊਲ ਪਤਾ ਨਾ ਆਪਾਂ ਨੂੰ ਆਪਣੇ ਪੋਲਿਟੀ ਦਾ, ਤਾਂ ਇਹ ਜ਼ਿਆਦਾ ਯੂਨੀਅਨ ਲਿਸਟ ਦੇ ਸਬਜੈਕਟਸ ਨੇ, ਇਸੇ ਕਰਕੇ ਇਹਨੂੰ ਜ਼ਿਆਦਾ ਤਵੱਜੋ ਨਹੀਂ ਦਿੱਤੀ ਗਈ, ਠੀਕ ਹੈ। ਕਿਉਂਕਿ ਪੰਜਾਬ ਦਾ ਪੇਪਰ ਹੋ ਰਿਹਾ, ਤਾਂ ਪੰਜਾਬ ਦੇ ਨਾਲ ਜਿਹੜੇ ਟੈਕਸਿਸ ਕੰਸਰਨਡ ਨੇ ਉਹ ਜ਼ਿਆਦਾ ਇੰਪੋਰਟੈਂਟ ਨੇਗੇ, ਠੀਕ ਹੈ। ਹਾਲਾਂਕਿ ਕਸਟਮ ਵੀ ਦੇਖੋ ਸੈਂਟਰ ਨਾਲ ਹੀ ਕੰਸਰਨਡ ਹੈ ਫਿਰ ਵੀ, ਠੀਕ ਹੈ, ਬਟ GST ਜ਼ਿਆਦਾ ਆਪਾਂ ਨੂੰ ਕਹਿ ਰਹੇ, ਆਪਾਂ ਦੇਖ ਰਹੇ ਕਿ ਜ਼ਿਆਦਾ ਇੰਪੋਰਟੈਂਟ ਹੈਗਾ, ਠੀਕ ਹੈ। ਤਾਂ ਜਿਹੜੇ ਡਾਇਰੈਕਟ ਟੈਕਸਿਸ ਨੇ ਉਹ ਤਾਂ ਆਪਾਂ ਨੂੰ ਤਵੱਜੋ ਦੇਣੀ ਹੀ ਨਹੀਂ ਹੈਗੀ, ਠੀਕ ਹੈ, ਇਨਡਾਇਰੈਕਟ ਨੂੰ ਜ਼ਿਆਦਾ ਦੇਣੀ ਹੈ, ਠੀਕ ਹੈ ਜੀ। ਤਾਂ ਹੁਣ ਇਹਦਾ ਸੋਰਸਿਸ ਕੀ ਨੇ ਰਾਜੇ, ਠੀਕ ਹੈ। ਇਹਦੇ ਸੋਰਸਿਸ ਦੇਖੋ ਬੇਸਿਕਲੀ ਤੁਹਾਨੂੰ ਮੈਂ GST ਦਾ ਦੱਸ ਦਿੱਤਾ ਕਿ GST ਦਾ ਕੀ ਹੈ ਜਿਹੜਾ ਸ਼੍ਰੀਰਾਮ IAS ਹੈਗਾ, ਠੀਕ ਹੈ। ਬਾਕੀ ਇਹਨਾਂ ਬਾਰੇ ਜ਼ਿਆਦਾ ਤੁਸੀਂ ਹੈਡਕ ਲੈਣੀ ਨਹੀਂ ਹੈਗੀ, ਅਗਰ ਤੁਹਾਨੂੰ ਕੋਈ ਸੋਰਸ ਮਿਲਦਾ ਹੈ ਬਲਕਿ ਸ਼੍ਰੀਰਾਮ ਦੇ ਵਿੱਚ ਹੀ ਮਾੜਾ ਮੋਟਾ ਦਿੱਤਾ ਗਿਆ ਇਹਨਾਂ ਬਾਰੇ, ਤਾਂ ਉਹੀ ਪੜ੍ਹ ਲੈਣਾ, ਉਹ ਮੋਰ ਦੈਨ ਸਫੀਸ਼ੀਐਂਟ ਹੈ, ਜ਼ਿਆਦਾ ਇੰਪੋਰਟੈਂਟ ਨਹੀਂ ਹੈਗਾ ਬਾਕੀ ਹੋਰ, ਠੀਕ ਹੈ। ਜਿਹੜੀ ਸ਼੍ਰੀਰਾਮ IAS ਜਿਹੜੀ ਬੁੱਕ ਹੈ ਇਹ ਵੀ ਤੁਹਾਨੂੰ ਇੰਟਰਨੈਟ ਦੇ ਉੱਪਰ ਮਿਲ ਜਾਏਗੀ ਈਜ਼ੀਲੀ, ਠੀਕ ਹੈ। ਜਿਹੜਾ ਕਾਰਪੋਰੇਟ ਟੈਕਸ ਵਾਲਾ ਰਾਜੇ ਸੀਨ ਹੈਗਾ, ਇਹ ਤੁਹਾਨੂੰ ਕਰੰਟ ਅਫੇਅਰ ਦੇ ਵਿੱਚ ਮਿਲ ਜਾਏਗਾ, ਕੋਈ ਵੀ ਕਰੰਟ ਅਫੇਅਰ ਦੀ ਮੈਗਜ਼ੀਨ ਤੁਸੀਂ ਪੜ੍ਹਦੇ ਹੋਗੇ ਜਾਂ ਹੋਰ ਵੀ ਹੈ ਨਾ, ਤਾਂ ਉਹਦੇ ਵਿੱਚ ਤੁਹਾਨੂੰ ਮਿਲ ਜਾਏਗਾ। ਅਗਰ ਮੈਂ ਰੈਫਰ ਕਰਨ ਦਾ ਵਿਜ਼ਨ ਆਇਆ ਸੀ ਜਿਹੜੀ ਮੈਗਜ਼ੀਨ ਹੈ ਉਹ ਰੈਫਰ ਕਰ ਦਾਂਗਾ, ਠੀਕ ਹੈ। ਤਾਂ ਤੁਸੀਂ ਕੀ ਕਰਨਾ ਹੈ, ਕਾਰਪੋਰੇਟ ਟੈਕਸ ਵਿਜ਼ਨ IAS ਤੁਸੀਂ ਗੂਗਲ ਦੇ ਉੱਪਰ ਸਰਚ ਕਰਨਾ ਹੈ, ਕਾਰਪੋਰੇਟ ਟੈਕਸ ਵਿਜ਼ਨ IAS ਕਰੰਟ ਅਫੇਅਰ, ਬਸ ਇੰਨਾ ਕੁ ਸਰਚ ਕਰਨਾ ਹੈ, ਤੁਹਾਡੇ ਵਾਸਤੇ ਜਿਹੜੀ ਵੀ ਚੀਜ਼ ਰੈਲੇਵੈਂਟ ਹੈ ਉਹ ਉੱਪਰ ਆ ਜਾਏਗੀ, ਠੀਕ ਹੈ। ਵੀ ਕਾਰਪੋਰੇਟ ਟੈਕਸ ਕੀ ਹੁੰਦਾ ਹੈ, ਕਿਵੇਂ ਬਣਦਾ ਹੈ, ਕਿਵੇਂ ਘਟਾਇਆ ਗਿਆ, ਇਹ ਚੀਜ਼ਾਂ, ਠੀਕ ਹੈ। ਤਾਂ ਇਹ ਰਾਜੇ ਆਪਾਂ ਨੇ ਸਾਰਾ ਜਿਹੜਾ ਕੀ ਹੈ ਟੌਪਿਕਸ ਕਵਰ ਕੀਤੇ। ਲਾਸਟ ਟੌਪਿਕ ਜਿਹੜਾ ਰਹਿ ਗਿਆ ਟੈਕਸੇਸ਼ਨ ਦੇ ਵਿੱਚ ਰਹਿ ਗਿਆ ਰਾਜੇ, ਲਾਇਸੈਂਸਿੰਗ ਆਫ ਇੰਡਸਟਰੀਅਲ ਯੂਨਿਟਸ, ਠੀਕ ਹੈ। ਹੁਣ ਦੇਖੋ ਇੰਡਸਟਰੀ ਬਾਰੇ ਗੱਲ ਹੋ ਗਈ, ਠੀਕ ਹੈ। ਹੁਣ ਦੇਖੋ ਪਤਾ ਨਹੀਂ ਕਿਉਂ ਇਹਨਾਂ ਨੇ ਇਸੇ ਟੈਕਸੇਸ਼ਨ ਦੇ ਵਿੱਚ ਇਹ ਚੀਜ਼ ਪਾਤੀ, ਕਿਉਂ ਨਹੀਂ ਜਿਹੜਾ ਨੈਕਸਟ ਹੈਡਿੰਗ ਹੈ ਉਹਦੇ ਵਿੱਚ ਕਿਉਂ ਨਹੀਂ ਪਾਇਆ, ਪਤਾ ਨਹੀਂ ਕੀ ਸੋਚਦੇ ਨੇ ਕਿਵੇਂ ਨਾ, ਚਲੋ ਕੋਈ ਗੱਲ ਨਹੀਂ, ਆਪਾਂ ਤਾਂ ਪੜ੍ਹਦਾ ਹੀ ਹੈਗਾ। ਤਾਂ ਲਾਇਸੈਂਸਿੰਗ ਆਫ ਇੰਡਸਟਰੀਅਲ ਯੂਨਿਟਸ ਰਾਜੇ, ਹੁਣ ਇਹਦਾ ਇੱਕੋ ਇੱਕ ਸੋਰਸ ਹੈ ਰਾਜੇ, ਠੀਕ ਹੈ। ਤੁਸੀਂ ਕੀ ਕਰਨਾ ਹੈ, ਇੱਕ ਵੈਬਸਾਈਟ ਹੈ ਰਾਜੇ ਸਰਕਾਰ ਦੀ DIPP.gov.in, ਇਹ ਵੈਬਸਾਈਟ ਹੈ ਰਾਜੇ, ਕਾਮਰਸ ਮਿਨਿਸਟਰੀ ਦਾ ਡਿਪਾਰਟਮੈਂਟ ਬੇਸਿਕਲੀ ਹੈ, ਸੈਂਟਰ ਦੀ ਜਿਹੜੀ ਕਾਮਰਸ ਮਿਨਿਸਟਰੀ ਹੈਗੀ ਹੈ ਉਹਦਾ ਇੱਕ ਡਿਪਾਰਟਮੈਂਟ ਹੈ, ਡਿਪਾਰਟਮੈਂਟ ਆਫ ਪ੍ਰਮੋਸ਼ਨ ਫॉर ਇੰਡਸਟਰੀਜ਼ ਐਂਡ ਇੰਟਰਨਲ ਟ੍ਰੇਡ, ਠੀਕ ਹੈ। ਇਹ ਇੱਕ ਡਿਪਾਰਟਮੈਂਟ ਹੈ ਕਾਮਰਸ ਮਿਨਿਸਟਰੀ ਦਾ, ਉਹਦੀ ਵੈਬਸਾਈਟ ਹੈ ਇਹ। ਇਹਦੀ ਵੈਬਸਾਈਟ 'ਤੇ ਰਾਜੇ ਕੁਛ FAQs ਪਏ ਨੇ, ਫ੍ਰੀਕੁਐਂਟਲੀ ਆਸਕਡ ਕੁਐਸਚਨਸ ਅਬਾਊਟ ਇੰਡਸਟਰੀਅਲ ਲਾਇਸੈਂਸ, ਠੀਕ ਹੈ। ਤਾਂ ਸਿਰਫ ਇਹੀ ਸੋਰਸ ਰਾਜੇ ਇੱਕ PDF ਦੇ ਫਾਰਮ ਦੇ ਵਿੱਚ ਮਿਲ ਜਾਏਗਾ ਤੁਹਾਨੂੰ, ਠੀਕ ਹੈ। ਇਹ ਉਸੇ ਡਾਕੂਮੈਂਟ ਦਾ ਸਕਰੀਨਸ਼ਾਟ ਹੈਗਾ ਜਿਹੜਾ ਮੈਂ ਹੁਣ ਤੁਹਾਨੂੰ ਇਸ ਸਲਾਈਡ ਦੇ ਉੱਪਰ ਦਿਖਾ ਰਿਹਾ, ਠੀਕ ਹੈ। ਬੇਸਿਕਲੀ ਕੀ ਰਾਜੇ ਲਾਇਸੈਂਸਿੰਗ ਕੀ ਹੁੰਦੀ ਹੈਗੀ, ਠੀਕ ਹੈ। ਤੁਹਾਨੂੰ ਪਤਾ ਲਾਇਸੈਂਸ ਪਹਿਲਾਂ ਕੀ ਹੁੰਦਾ ਸੀਗਾ, 1991 ਦੇ ਵਿੱਚ ਹੁਣ ਡੀ ਲਾਇਸੈਂਸਿੰਗ ਹੋ ਗਈ। ਪਹਿਲਾਂ ਕੀ ਹੁੰਦਾ ਸੀਗਾ, ਕੋਈ ਵੀ ਤੁਸੀਂ ਛੋਟਾ ਮੋਟਾ ਕੰਮ ਕਰਨਾ, ਕੋਈ ਵੀ ਇੰਡਸਟਰੀ ਲਗਾਉਣੀ ਹੈ, ਉਹਦੇ ਵਾਸਤੇ ਲਾਇਸੈਂਸ ਚਾਹੀਦਾ ਹੁੰਦਾ ਸੀਗਾ, ਠੀਕ ਹੈ। ਉਸ ਨੂੰ ਆਪਾਂ ਕੀ ਕਹਿੰਦੇ ਸੀ, ਲਾਇਸੈਂਸ ਰਾਜ ਜਾਂ ਫਿਰ ਕੋਟਾ ਰਾਜ, ਹੈ ਨਾ, ਇਹ ਚੀਜ਼ਾਂ ਕਹਿੰਦੇ ਸੀਗੇ। ਬਟ ਉਸ ਤੋਂ ਬਾਅਦ ਜਿਹੜਾ ਲਾਇਸੈਂਸ ਰਾਜ ਨਹੀਂ ਰਿਹਾ ਆਪਣੇ ਕੋਲੇ 1991 ਤੋਂ ਬਾਅਦ। ਹੁਣ ਸਿਰਫ ਔਰ ਸਿਰਫ 5 ਇੰਡਸਟਰੀਜ਼ ਨੇ ਪ੍ਰੈਜ਼ੈਂਟਲੀ, ਓਨਲੀ 5 ਇੰਡਸਟਰੀਜ਼ ਦੈਟ ਆਰ ਅੰਡਰ ਕੰਪਲਸਰੀ ਲਾਇਸੈਂਸਿੰਗ, ਜਿਹਦੇ ਵਿੱਚ ਕੀ ਲਾਇਸੈਂਸ ਲੈਣਾ ਪੈਂਦਾ। ਕਿਹੜੇ ਐਰੋਸਪੇਸ, ਡਿਫੈਂਸ, ਹੈ ਨਾ, ਐਕਸਪਲੋਸਿਵਸ ਹੋ ਗਏ, ਸਿਗਰਟਸ ਸਿਗਾਰਸ ਹੋ ਗਏ, ਹਜ਼ਾਰਡਸ ਕੈਮੀਕਲਸ ਹੋ ਗਏ, ਠੀਕ ਹੈ, ਐਲਕੋਹਲਿਕ ਡਰਿੰਕਸ ਹੋ ਗਏ। ਤਾਂ ਇਹ ਕੁਛ ਏਰੀਆਜ਼ ਨੇ ਜਿਹਦੇ ਵਿੱਚ ਅੱਜ ਵੀ ਲਾਇਸੈਂਸਿੰਗ ਲੈਣੀ ਪੈਂਦੀ ਆ, ਬਾਕੀ ਸਾਰੇ ਏਰੀਆ ਦੇ ਵਿੱਚ ਲਾਇਸੈਂਸ ਨਹੀਂ ਲੈਣਾ ਪੈਂਦਾ ਹੈਗਾ, ਠੀਕ ਹੈ। ਤਾਂ ਕੁਐਸਚਨ ਇੱਥੋਂ ਹੀ ਬਣੇਗਾ ਵੀ ਕਿਹੜੇ ਇੰਡਸਟਰੀ ਦੇ ਵਿੱਚ ਲਾਇਸੈਂਸ ਲੈਣਾ ਪੈਂਦਾ, ਠੀਕ ਹੈ। ਟੌਪਿਕ ਕੀ ਹੈ, ਲਾਇਸੈਂਸਿੰਗ ਆਫ ਇੰਡਸਟਰੀਅਲ ਯੂਨਿਟਸ, ਇਹ ਟੌਪਿਕ ਆਪਣਾ, ਠੀਕ ਹੈ। ਤਾਂ ਕੁਐਸਚਨ ਇੱਥੋਂ ਹੀ ਬਣੂਗਾ ਕਿ ਕਿਹੜੇ ਇੰਡਸਟਰੀ ਦੇ ਵਿੱਚ ਲਾਇਸੈਂਸ ਲੈਣਾ ਪੈਂਦਾ। ਇਸੇ ਤਰ੍ਹਾਂ ਰਾਜੇ ਇਹ ਸਾਰੇ FAQs ਤੁਸੀਂ ਪੜ੍ਹ ਲੈਣਾ, ਠੀਕ ਹੈ। ਕੋਈ 10-12 ਪੇਜਿਸ ਸੀ ਮੈਨੂੰ ਲੱਗਦਾ PDF ਹੋਣੀ ਹੈ ਇਹ, ਤਾਂ ਬੜੀ ਈਜ਼ੀਲੀ ਪੜ੍ਹੀ ਜਾ ਸਕਦੀ ਹੈ, ਠੀਕ ਹੈ। ਕਿੱਥੋਂ ਕਿਵੇਂ ਇਹਨੂੰ ਐਕਸੈਸ ਕਿਵੇਂ ਕਰਨਾ, ਤੁਸੀਂ ਕੀ ਕਰਨਾ ਰਾਜੇ, ਟਾਈਪ ਕਰਨਾ ਹੈ ਲਾਇਸੈਂਸਿੰਗ ਆਫ ਇੰਡਸਟਰੀਅਲ ਯੂਨਿਟਸ, ਇਹ ਟਾਈਪ ਕਰੋ, ਨਾਲ ਲਿਖੋ FAQs, ਨਾਲ ਹੀ ਲਿਖੋ DIPP, ਤੁਹਾਡੇ ਕੋਲ ਇਹ PDF ਖੁੱਲ ਜਾਏਗੀ ਆਟੋਮੈਟਿਕਲੀ, ਠੀਕ ਹੈ ਜੀ। ਇਹ ਚੀਜ਼ ਸਰਚ ਕਰਕੇ ਤੁਸੀਂ, ਤਾਂ ਇਸ ਤੋਂ ਇਲਾਵਾ ਰਾਜੇ ਹੋਰ ਕੁਝ ਵੀ ਨਹੀਂ ਪੜ੍ਹਨਾ ਹੈਗਾ, ਕਿਉਂਕਿ ਦੇਖੋ ਲਾਇਸੈਂਸਿੰਗ ਦੇ ਵਿੱਚ ਬਹੁਤ ਜ਼ਿਆਦਾ ਕੁਝ ਚੀਜ਼ਾਂ ਨਹੀਂ ਹੈਗੀਆਂ। ਜਿੰਨਾ ਕੁਝ ਪੇਪਰ ਦੇ ਵਾਸਤੇ ਇੰਪੋਰਟੈਂਟ ਹੈ ਉਹ ਇਹਨਾਂ FAQs ਦੇ ਵਿੱਚ ਅਵੇਲੇਬਲ ਹੈਗਾ, ਠੀਕ ਹੈ। ਹੁਣ ਤੁਹਾਨੂੰ ਰਾਜੇ ਟੈਕਸੇਸ਼ਨ ਵਾਲਾ ਸਾਰਾ ਦਾ ਸਾਰਾ ਹੈਡਿੰਗ ਮੈਂ ਤੁਹਾਨੂੰ ਕਰਵਾਤਾ, ਠੀਕ ਹੈ। ਕਿਹੜੇ ਸੋਰਸਿਸ ਨੇ ਇਹਦੇ, ਲੂਸੈਂਟ ਹੋ ਗਈ ਇਹਦੀ, ਸਾਡਾ ਪੰਜਾਬ ਹੋ ਗਈ, ਠੀਕ ਹੈ, ਰਮੇਸ਼ ਸਿੰਘ ਹੋ ਗਿਆ, ਠੀਕ ਹੈ। ਹੁਣ ਦੇਖੋ ਨੀਤੀ ਆਯੋਗ ਜਿਹੜਾ ਹੈਗਾ ਇਹ ਰਮੇਸ਼ ਸਿੰਘ ਦੇ ਵਿੱਚ ਵਧੀਆ, ਠੀਕ ਹੈ। ਇਹ ਸ਼੍ਰੀਰਾਮ ਦੇ ਵਿੱਚ ਇੰਨਾ ਵਧੀਆ ਨਹੀਂ ਹੈਗਾ, ਠੀਕ ਹੈ, ਬਲਕਿ ਸ਼੍ਰੀਰਾਮ ਦੇ ਵਿੱਚ ਤਾਂ ਮਤਲਬ ਬਹੁਤ ਘੱਟ ਹੈਗਾ, ਤਾਂ ਰਮੇਸ਼ ਸਿੰਘ ਦੇ ਵਿੱਚ ਜ਼ਿਆਦਾ ਵਧੀਆ ਹੈਗਾ, ਠੀਕ ਹੈ। ਜਿਹੜਾ GST ਹੈ ਇਹ ਸ਼੍ਰੀਰਾਮ ਦੇ ਵਿੱਚ ਜ਼ਿਆਦਾ ਵਧੀਆ, ਠੀਕ ਹੈ। ਤਾਂ ਮੈਂ ਤੁਹਾਨੂੰ ਜਿਹੜੀ ਬੁੱਕ ਦੇ ਵਿੱਚ ਜ਼ਿਆਦਾ ਵਧੀਆ ਉਹ ਦੱਸ ਰਿਹਾ, ਅਤੇ ਸਾਰੀਆਂ ਹੀ ਬੁੱਕਸ ਰਾਜੇ ਫ੍ਰੀਲੀ ਅਵੇਲੇਬਲ ਹੈਗੀਆਂ ਨੇ ਇੰਟਰਨੈਟ ਦੇ ਉੱਪਰ, PDF ਤੁਹਾਨੂੰ ਮਿਲ ਜਾਣਗੇ, ਠੀਕ ਹੈ। ਥੋੜ੍ਹਾ ਜਿਹਾ ਮਿਹਨਤ ਕਰਨੀ ਪਊਗੀ ਸਰਚ ਕਰਨ ਵਾਸਤੇ, ਕਿਉਂਕਿ ਥੋੜ੍ਹੇ ਹਿਡਨ ਹੁੰਦੇ ਨੇ ਇਹ, ਇੱਕੋ ਦਮ ਤੁਹਾਨੂੰ ਪਹਿਲੀ ਸਰਚ ਦੇ ਉੱਪਰ ਨਹੀਂ ਮਿਲਣਗੇ, ਥੋੜ੍ਹਾ ਜਿਹਾ ਮਿਹਨਤ ਕਰਕੇ ਫੇਰ ਮਿਲਣਗੇ, ਠੀਕ ਹੈ।
ਤੇ ਹੁਣ ਕੱਲੀ ਚੀਜ਼ ਦੱਸ ਰਹੇ ਵੀ ਕਿੱਥੇ ਕਿੱਥੇ ਆਪਾਂ ਨੂੰ ਚੀਜ਼ ਮਿਲ ਸਕਦੀ ਹੈ। ਇਹ ਕਿੱਥੋਂ ਮਿਲੂਗਾ ਆਪਾਂ ਨੂੰ? FAQs ਦੇ ਵਿੱਚੋਂ। ਕਿਹੜੀ FAQ ਦੇ ਵਿੱਚੋਂ? DIPP ਦੀ ਵੈਬਸਾਈਟ ਦੇ ਉੱਪਰੋਂ, ਠੀਕ ਹੈ। ਚਲੋ ਨੈਕਸਟ ਆਪਣਾ ਰਾਜੇ ਟੌਪਿਕ ਹੈਗਾ ਇੰਡਸਟਰੀਅਲ ਪ੍ਰਮੋਸ਼ਨ ਤੇ ਡਿਵੈਲਪਮੈਂਟ, ਠੀਕ ਹੈ। ਹੁਣ ਦੇਖੋ ਕਿਉਂ ਟੌਪਿਕ ਇਹ ਪਾਇਆ ਗਿਆ ਰਾਜੇ? ਇੱਕ ਤਾਂ ਦੇਖੋ ਕਿਉਂਕਿ ਪੋਸਟ ਹੀ ਇੱਦਾਂ ਦੀ ਹੈਗੀ ਹੈ। ਦੂਸਰਾ ਰਾਜੇ ਸਰਕਾਰ ਆਪਣੀ ਇੰਡਸਟਰੀ ਨੂੰ ਪ੍ਰਮੋਟ ਕਰ ਰਹੀ ਹੈ, ਉਹ ਵੀ ਇੱਕ ਰੀਜ਼ਨ ਬਣ ਜਾਂਦਾ, ਠੀਕ ਹੈ। ਹੁਣ ਇਹਦੇ ਕਿਹੜੇ ਹੈਡਿੰਗਸ ਨੇ ਰਾਜੇ? ਗਵਰਨਮੈਂਟ ਪੋਲਿਸੀਜ਼ ਐਂਡ ਸਕੀਮਸ। ਇੰਡਸਟਰੀਜ਼ ਨੂੰ ਡਿਵੈਲਪ ਕਰਨ ਵਾਸਤੇ ਕੁਝ ਪੋਲਿਸੀਜ਼ ਲੈ ਕੇ ਆਉਂਦੀ ਹੈ ਸਰਕਾਰ, ਕੁਝ ਸਕੀਮਾਂ ਲੈ ਕੇ ਆਉਂਦੀ ਹੈ, ਠੀਕ ਹੈ। ਸੈਂਟਰ ਤੇ ਸਟੇਟ ਦੋਨੋਂ, ਠੀਕ ਹੈ। ਹੁਣ ਇਹਨੂੰ ਵੀ ਮੈਂ ਦੋ ਹਿੱਸਿਆਂ ਦੇ ਵਿੱਚ ਡਿਵਾਈਡ ਕਰਦਾ, ਇੱਕ ਪੋਲਿਸੀਜ਼ ਨੂੰ ਅਲੱਗ ਕਰ ਦਿੰਦਾ, ਸਕੀਮਸ ਨੂੰ ਅਲੱਗ ਕਰਦਾ, ਠੀਕ ਹੈ। ਪਹਿਲਾਂ ਗੱਲ ਕਰਦੇ ਹਾਂ ਪੋਲਿਸੀਜ਼ ਦੀ, ਵੀ ਸਰਕਾਰ ਦੀਆਂ ਕਿਹੜੀਆਂ ਪੋਲਿਸੀਜ਼ ਨੇਗੀਆਂ ਜਿਹਦੇ ਨਾਲ ਉਹ ਇੰਡਸਟਰੀ ਨੂੰ ਡਿਵੈਲਪ ਕਰਨਾ ਚਾਹੁੰਦੀ ਹੈ, ਠੀਕ ਹੈ। ਇਹ ਆਪਾਂ ਦੇਖ ਲੈਂਦੇ ਹਾਂ ਰਾਜੇ, ਠੀਕ ਹੈ। ਤਾਂ ਪਹਿਲੀ ਗੱਲ ਤਾਂ ਰਾਜੇ ਇੱਕ ਟਾਈਮ ਲਾਈਨ ਹੈਗੀ ਹੈ ਵੀ ਵਿਦ ਟਾਈਮ 48 ਦੇ ਵਿੱਚ, 56 ਦੇ ਵਿੱਚ, 77 ਦੇ ਵਿੱਚ, 1990 ਦੇ ਵਿੱਚ, ਫਿਰ 1991 ਦੇ ਵਿੱਚ ਕੀ ਆਪਣੀ ਇੰਡਸਟਰੀ ਪੋਲਿਸੀ ਰਹੀ ਹੈ, ਕੀ ਇਹਦੇ ਰਿਫੋਰਮਸ ਰਹੇ ਨੇ, ਕੀ ਇਹਦੇ ਐਵੋਲਿਊਸ਼ਨ ਰਹੀ ਹੈ, ਠੀਕ ਹੈ। ਤਾਂ ਹੁਣ ਦੇਖੋ ਸਾਰੀ ਨਹੀਂ ਪੜ੍ਹਨੀਆਂ ਆਪਾਂ ਨੇ, ਸਾਰੀਆਂ ਪੋਲਿਸੀ ਨਹੀਂ ਪੜ੍ਹਨੀਆਂ ਆਪਾਂ ਨੇ, ਸਿਰਫ ਇਹ ਲਾਸਟ ਵਾਲੀ ਪੋਲਿਸੀ ਪੜ੍ਹਨੀ ਆ, ਇੰਡਸਟਰੀਅਲ ਪੋਲਿਸੀ 1991, ਠੀਕ ਹੈ। ਵੀ ਇਹਦੇ ਵਿੱਚ ਅਸੀਂ ਲਿਬਰਲਾਈਜੇਸ਼ਨ ਵੱਲ ਚਲੇ ਗਏ ਸੀਗੇ, ਠੀਕ ਹੈ, ਪ੍ਰਾਈਵੇਟਾਈਜੇਸ਼ਨ ਵੱਲ ਚਲੇ ਗਏ ਸੀਗੇ, LPG ਵੱਲ ਚਲੇ ਗਏ ਸੀ। ਤਾਂ ਹੁਣ ਦੇਖੋ ਇਹ ਹੁਣ ਬੈਕਗਰਾਊਂਡ ਥੋੜ੍ਹਾ ਜਿਹਾ ਪਤਾ ਹੋਣਾ ਚਾਹੀਦਾ ਵੀ ਪਹਿਲਾਂ ਸਾਡੀ ਕੀ ਸੀ? ਪਲੈਨਡ ਇਕੋਨਮੀ ਸੀਗੀ, ਠੀਕ ਹੈ। ਆਪਾਂ 5 ਈਅਰ ਪਲਾਨ ਲੈ ਕੇ ਆਉਂਦੇ ਸੀ, ਬਟ ਇਸ ਤੋਂ ਬਾਅਦ ਰਾਜੇ ਕੀ ਹੋਇਆ ਸੀ? ਪੋਲਿਸੀ ਥੋੜ੍ਹੀ ਚੇਂਜ ਹੋਈ, ਆਪਣੀ ਕੀ ਹੈ ਮਿਕਸਡ ਇਕੋਨਮੀ ਬਣੀ ਸੀਗੀ, ਠੀਕ ਹੈ। ਜਿਹਦੇ ਵਿੱਚ ਕੀ ਗਵਰਨਮੈਂਟ ਵੀ ਪਾਰਟੀਸਿਪੇਟ ਕਰਦੀ ਸੀ ਅਤੇ ਪ੍ਰਾਈਵੇਟ ਸੈਕਟਰ ਵੀ ਪਾਰਟੀਸਿਪੇਟ ਕਰਦਾ ਸੀ। ਇਸ ਤੋਂ ਪਹਿਲਾਂ ਰਾਜੇ ਜ਼ਿਆਦਾਤਰ ਗਵਰਨਮੈਂਟ ਹੀ ਪਾਰਟੀਸਿਪੇਟ ਕਰਦੀ ਸੀ ਆਪਣੇ ਕੀ ਹੈ ਇਕਨੋਮੀ ਦੇ ਵਿੱਚ, ਠੀਕ ਹੈ। ਬਟ ਹੁਣ 1991 ਤੋਂ ਬਾਅਦ ਪ੍ਰਾਈਵੇਟ ਸੈਕਟਰ ਵੀ ਕੀ ਹੈ ਪਾਰਟੀਸਿਪੇਟ ਕਰਨ ਲੱਗਿਆ ਸੀ, ਠੀਕ ਹੈ। ਤਾਂ ਇਹ ਕੁਝ ਇੰਪੋਰਟੈਂਟ ਜਿਹੜੇ ਥੀਮਸ ਨੇਗੇ ਇੰਡਸਟਰੀਅਲ ਪੋਲਿਸੀ 1991 ਦੇ ਨੇ। ਸਾਰੀਆਂ ਪੋਲਿਸੀ ਨਹੀਂ ਪੜ੍ਹਨੀਆਂ, ਤੁਸੀਂ ਕੀ ਕਰਨਾ ਜਸਟ ਇਹਦੀ ਇੱਕ ਸਮਰੀ ਪੜ੍ਹ ਲੈਣੀ ਹੈ, ਇੰਡਸਟਰੀਅਲ ਪੋਲਿਸੀ 1991 ਦੀ ਇੱਕ ਸਮਰੀ ਪੜ੍ਹ ਲੈਣੀ ਹੈ, ਠੀਕ ਹੈ। ਹੁਣ ਦੇਖੋ ਇਹੀ ਟੌਪਿਕ ਸੀ ਰਾਜੇ ਗਵਰਨਮੈਂਟ ਇੰਡਸਟਰੀਅਲ ਡਿਵੈਲਪਮੈਂਟ ਪੋਲਿਸੀਜ਼ ਐਂਡ ਸਕੀਮਸ, ਠੀਕ ਹੈ, ਸੈਂਟਰ ਅਤੇ ਸਟੇਟ ਦੀਆਂ। ਜੇ ਗੱਲ ਕਰੀਏ ਰਾਜੇ ਪੋਲਿਸੀਜ਼ ਦੀ, ਮੈਂ ਤੁਹਾਨੂੰ ਦੱਸਿਆ ਸੀ ਪੋਲਿਸੀਜ਼ ਅਤੇ ਸਕੀਮ ਦੋਨਾਂ ਵਿੱਚ ਡਿਵਾਈਡ ਕਰਦੇ ਆਪਾਂ, ਪੋਲਿਸੀਜ਼ ਅਤੇ ਸਕੀਮਸ, ਇਹ ਦੋ ਪਾਰਟਸ ਨੇਗੇ। ਪਹਿਲਾ ਪਾਰਟ ਹੈ ਪੋਲਿਸੀਜ਼। ਪਹਿਲਾ ਤਾਂ ਰਾਜੇ ਇਹੀ ਹੈ ਨਿਊ ਇਕਨੋਮਿਕ ਪੋਲਿਸੀ 1991 ਦੇ ਵਿੱਚ ਵੀ LPG ਰਿਫੋਰਮਸ ਤੋਂ ਬਾਅਦ ਅਸੀਂ ਕੀ ਚੀਜ਼ਾਂ ਕੀਤੀਆਂ, ਠੀਕ ਹੈ। ਹੋਰ ਪੋਲਿਸੀ ਨੇ ਰਾਜੇ ਨੈਸ਼ਨਲ ਪੋਲਿਸੀ ਔਨ ਇਲੈਕਟ੍ਰੋਨਿਕਸ, ਠੀਕ ਹੈ। ਇਹ ਰੀਸੈਂਟਲੀ ਰਾਜੇ ਐਡ ਹੋਈ ਹੈ, ਠੀਕ ਹੈ, 2019 ਦੇ ਵਿੱਚ ਮਤਲਬ ਪੋਲਿਸੀ ਹੋਈ ਹੈ। ਇਹਦੇ ਵਿੱਚ ਇੱਕ ਟਾਰਗੇਟ ਹੈ ਰਾਜੇ ਨੈਟ ਜ਼ੀਰੋ ਇੰਪੋਰਟਸ ਬਾਏ 2020। ਇਹਦਾ ਕੀ ਮਤਲਬ ਹੈ ਰਾਜੇ ਕਿ ਅਸੀਂ ਟਾਰਗੇਟ ਰੱਖਿਆ ਸੀ ਇਸ ਪੋਲਿਸੀ ਦੇ ਵਿੱਚ ਕਿ ਅਸੀਂ 2020 ਤੱਕ ਨੈਟ ਜ਼ੀਰੋ ਇੰਪੋਰਟ ਲੈ ਕੇ ਆਵਾਂਗੇ। ਮਤਲਬ ਕੀ ਹੈ ਵੀ ਜਿੰਨਾ ਅਸੀਂ ਐਕਸਪੋਰਟ ਕਰਦੇ ਹਾਂ ਉਦੋਂ ਘੱਟ ਹੀ ਇੰਪੋਰਟ ਕਰਾਂਗੇ। ਇਲੈਕਟ੍ਰੋਨਿਕਸ ਦੇ ਵਿੱਚ ਜਿਵੇਂ ਮੋਬਾਈਲ ਹੋ ਗਏ, ਇਹੋ ਜਿਹੇ ਡਿਵਾਈਸਿਸ ਹੋ ਗਏ, ਵੀ ਅਸੀਂ ਐਕਸਪੋਰਟ ਜ਼ਿਆਦਾ ਕਰਾਂਗੇ, ਇੰਪੋਰਟ ਘੱਟ ਕਰਾਂਗੇ, ਠੀਕ ਹੈ। ਮਤਲਬ ਹੁਣ ਤੱਕ ਤਾਂ ਅਸੀਂ ਇੰਪੋਰਟ ਦੇ ਉੱਪਰ ਡਿਪੈਂਡੈਂਟ ਹਾਂ, ਠੀਕ ਹੈ। ਚਾਈਨਾ ਤੋਂ ਬਹੁਤ ਜ਼ਿਆਦਾ ਇੰਪੋਰਟਸ ਹੁੰਦੇ ਨੇ, ਠੀਕ ਹੈ। ਤਾਂ ਮਤਲਬ ਆਪਣਾ ਟ੍ਰੇਡ ਡੈਫੀਸਿਟ ਇਹਦੇ ਵਿੱਚ, ਤਾਂ ਆਪਾਂ ਕੋਸ਼ਿਸ਼ ਕਰਨੀ ਹੈ ਕਿ ਟ੍ਰੇਡ ਡੈਫੀਸਿਟ ਨੂੰ ਘਟਾਉਣਾ ਅਤੇ ਜ਼ੀਰੋ ਕਰਨਾ, ਨੈਟ ਜ਼ੀਰੋ ਕਰਨਾ। ਇਹ ਟਾਰਗੇਟ ਹੈ 2020 ਦਾ। ਤਾਂ ਕੁਐਸਚਨ ਇੱਥੋਂ ਹੀ ਬਣੇਗਾ ਵੀ ਇਸ ਪੋਲਿਸੀ ਦੇ ਵਿੱਚ ਨੈਟ ਜ਼ੀਰੋ ਇੰਪੋਰਟ ਦੀ ਟਾਰਗੇਟ ਜਿਹੜਾ ਕਦੋਂ ਤੱਕ ਅਚੀਵ ਕਰਨਾ ਆਪਣੇ, ਤਾਂ ਆਪਣਾ ਆਨਸਰ ਆਏਗਾ 2020 ਤੱਕ ਅਚੀਵ ਕਰਨਾ, ਠੀਕ ਹੈ। ਅਗੇਨ ਰਾਜੀ ਕੁਐਸਚਨ ਆਪਣੀ ਫੋਕਸ ਇਹ ਹੋਣਾ ਚਾਹੀਦਾ ਹੈ ਵੀ ਐਗਜ਼ਾਮੀਨਰ ਕੁਐਸਚਨ ਕਿੱਥੋਂ ਪਾਊਗਾ, ਠੀਕ ਹੈ। ਆਪਾਂ ਨੇ ਜਸਟ ਪੜ੍ਹਨ 'ਤੇ ਧਿਆਨ ਨਹੀਂ ਦੇਣਾ ਹੈਗਾ ਵੀ ਸਾਰੀ ਪੋਲਿਸੀ ਪੜ੍ਹ ਲਓ, ਨਹੀਂ। ਆਪਾਂ ਨੇ ਦੇਖਣਾ ਵੀ ਕਿਹੜੇ ਏਰੀਆ ਦੇ ਵਿੱਚ ਕੁਐਸਚਨ ਐਗਜ਼ਾਮੀਨਰ ਨੂੰ ਪਾਉਣਾ ਸੌਖਾ ਹੈਗਾ, ਠੀਕ ਹੈ। ਤੁਸੀਂ ਕੋਈ ਵੀ ਪੇਪਰ ਚੱਕ ਕੇ ਦੇਖੋ ਰਾਜੇ, ਉਹਦੇ ਵਿੱਚ ਜਿਹੜਾ ਕੀ ਹੈ ਕੁਐਸਚਨ ਹੁੰਦਾ ਕੋਈ ਸਿਰ ਪੈਰ ਦਾ ਹੁੰਦਾ ਹੈਗਾ, ਕੋਈ ਮਤਲਬ ਬੇਤੁਕੀ ਗੱਲ ਨਹੀਂ ਪੁੱਛੀ ਹੁੰਦੀ ਮੈਕਸਿਮਮ ਟਾਈਮ ਦੇ ਵਿੱਚ, ਠੀਕ ਹੈ। 90% ਜਿਹੜੇ ਕੁਐਸਚਨ ਹੁੰਦੇ ਨੇ ਕੁਛ ਨਾ ਕੁਛ ਚੱਜ ਦੀ ਚੀਜ਼ ਪੁੱਛੀ ਹੁੰਦੀ ਹੈ ਜਿਹੜੀ ਕਿ ਆਪਾਂ ਸਮਝ ਸਕਦੇ ਵੀ ਹਾਂ ਇੱਥੋਂ ਕੁਐਸਚਨ ਬਣ ਸਕਦਾ ਹੈ, ਤਾਂ ਉਹਨਾਂ ਏਰੀਆਜ਼ ਨੂੰ ਹੀ ਟਾਰਗੇਟ ਕਰਨਾ, ਠੀਕ ਹੈ। ਇਸੇ ਤਰ੍ਹਾਂ ਰਾਜੇ ਕਈ ਪੋਲਿਸੀਜ਼ ਹੁੰਦੀਆਂ ਨੇਗੀਆਂ ਸਰਕਾਰ ਦੀਆਂ, ਠੀਕ ਹੈ। ਇੱਕ ਡਿਪਾਰਟਮੈਂਟ ਹੈ DPIIT, ਠੀਕ ਹੈ, DPIIT ਜਿਵੇਂ ਹੁਣ ਪਹਿਲਾਂ ਮੈਂ ਡਿਸਕਸ ਕਰ ਚੁੱਕਿਆ, ਡਿਪਾਰਟਮੈਂਟ ਆਫ ਪ੍ਰਮੋਸ਼ਨ ਫॉर ਇੰਡਸਟਰੀਜ਼ ਐਂਡ ਇੰਟਰਨਲ ਟ੍ਰੇਡ। ਇਹ ਕਾਮਰਸ ਮਿਨਿਸਟਰੀ ਦੇ ਅੰਡਰ ਆਉਂਦਾ ਜੀ, ਕਾਮਰਸ ਮਿਨਿਸਟਰੀ ਦੇ ਅੰਡਰ ਆਉਂਦਾ ਇਹ ਡਿਪਾਰਟਮੈਂਟ, ਠੀਕ ਹੈ। ਤਾਂ ਇਸ ਡਿਪਾਰਟਮੈਂਟ ਦੀ ਵੈਬਸਾਈਟ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਠੀਕ ਹੈ। ਇਹ ਸਾਰੀ ਵੈਬਸਾਈਟ ਤੁਸੀਂ ਛਾਣ ਮਾਰਨੀ ਹੈ, ਇਹਦੇ ਵਿੱਚ ਜਿੰਨੀ ਵੀ ਤੁਹਾਨੂੰ ਪੋਲਿਸੀਜ਼ ਮਿਲੀਆਂ, ਜਿੰਨੇ ਵੀ ਕੋਈ ਹੋਰ ਐਕਟਸ ਰੂਲਸ ਮਿਲੇ, ਇਹ ਤੁਸੀਂ ਕਰ ਲੈਣੇ ਨੇ, ਠੀਕ ਹੈ, ਇਸ ਵੈਬਸਾਈਟ ਦੇ ਉੱਪਰੋਂ। ਅਗੇਨ ਰਾਜੇ ਮੈਂ ਤੁਹਾਨੂੰ ਕੀ ਦੱਸਣਾ ਚਾਹੁੰਦਾ, ਸੋਰਸਿਸ ਦੱਸਣਾ ਚਾਹੁੰਦਾ ਜਿਹੜੇ ਤੁਸੀਂ ਖੁਦ ਕਰ ਸਕਦੇ ਹੋ, ਠੀਕ ਹੈ। ਵਿਦਆਊਟ ਐਨੀ ਕੋਚਿੰਗ ਤੁਸੀਂ ਇਹਨਾਂ ਨੂੰ ਐਕਸੈਸ ਕਰ ਸਕਦੇ ਹੋ ਅੱਛੇ ਤਰੀਕੇ ਨਾਲ, ਠੀਕ ਹੈ। ਮੈਂ ਕੋਈ ਦੇਖੋ ਇੱਕ ਬੁੱਕ ਨਹੀਂ ਤੁਹਾਨੂੰ ਦੱਸ ਰਿਹਾ ਹੈਗਾ, ਠੀਕ ਹੈ, ਵੀ ਇਸ ਬੁੱਕ ਨੂੰ ਪੜ੍ਹ ਲਓ ਤੁਹਾਡਾ ਸਾਰਾ ਕਵਰ ਹੋ ਜਾਏਗਾ, ਨਹੀਂ, ਇੱਦਾਂ ਨਹੀਂ ਹੈਗਾ। ਥੋੜ੍ਹੇ ਪੋਰਸ਼ਨ ਜਿਹੜੀ ਚੀਜ਼ ਜਿੱਥੋਂ ਮਿਲਦੀ ਹੈ, ਬੁੱਕ ਦੇ ਵਿੱਚ ਮਿਲਦੀ ਹੈ ਬੁੱਕ, ਠੀਕ ਹੈ, ਇੰਟਰਨੈਟ ਤੋਂ ਮਿਲਦੀ ਇੰਟਰਨੈਟ, ਠੀਕ ਹੈ, ਕੋਈ ਹੋਰ ਇੰਸਟੀਟਿਊਟ ਦੀ ਮਿਲਦੀ ਉੱਥੋਂ, ਠੀਕ ਹੈ। ਤਾਂ ਜਿੱਥੋਂ ਵੀ ਮੈਨੂੰ ਲੱਗ ਰਿਹਾ ਵੀ ਹਾਂ ਇੱਥੋਂ ਚੀਜ਼ ਕਰੀ ਜਾ ਸਕਦੀ ਹੈ, ਮੈਂ ਤੁਹਾਨੂੰ ਉਹ ਦੱਸਣ ਦੀ ਪੂਰੀ ਕੋਸ਼ਿਸ਼ ਕਰ ਰਿਹਾ, ਠੀਕ ਹੈ। ਹੁਣ ਦੇਖੋ ਕਈ ਜਿਹੜੀ ਚੀਜ਼ਾਂ ਨੇ ਰਾਜੇ, ਇੱਕ ਐਗਜ਼ਾਮ ਹੋਇਆਗਾ ਹੁਣ ਜੇ ਮੈਂ ਗੱਲ ਕਰਾਂ ਇੰਡਸਟਰੀਅਲ ਡਿਵੈਲਪਮੈਂਟ ਦੀ, ਇੱਕ ਐਗਜ਼ਾਮ ਹੈ ਰਾਜੇ UPSC ਦਾ, EPFO ਦਾ ਐਗਜ਼ਾਮ ਹੈ। ਇਹਦੇ ਵਿੱਚ ਇੱਕ ਟੌਪਿਕ ਹੈਗਾ ਇੰਡਸਟਰੀਅਲ ਰਿਲੇਸ਼ਨਸ ਐਂਡ ਲੇਬਰ ਲਾਜ਼, ਇਹ ਇੱਕ ਟੌਪਿਕ ਹੈ। ਹੁਣ ਇਸ ਟੌਪਿਕ ਦੇ ਉੱਪਰ ਬੇਸਡ ਕਈ ਬੁੱਕਸ ਪਈਆਂ ਨੇ ਮਾਰਕੀਟ ਦੇ ਵਿੱਚ, ਇੰਟਰਨੈਟ ਆਪਣਾ
ਆਨਲਾਈਨ ਵੀ ਪਈਆਂ ਨੇ ਤੇ ਮਾਰਕੀਟ ਦੇ ਵਿੱਚ ਵੀ ਪਈਆਂ ਨੇ, ਕਈ ਬੁੱਕਸ ਪਈਆਂ ਨੇ, ਠੀਕ ਹੈ। ਤਾਂ ਆਈ ਐਮ ਸ਼ੋਰ ਕਿ ਬਹੁਤ ਸਾਰੇ ਜਿਹੜੇ ਇੰਸਟੀਟਿਊਟਸ ਨੇ ਇਹੀ ਬੁੱਕਸ ਤੁਹਾਨੂੰ ਐਕਸਾਈਜ਼ ਵਾਸਤੇ ਵੀ ਰਿਕਮੈਂਡ ਕਰ ਰਹੇ ਹੋਣੇ, ਠੀਕ ਹੈ, ਐਕਸਾਈਜ਼ ਵਾਸਤੇ, ਜੋ ਕਿ ਬਿਲਕੁਲ ਗਲਤ ਹੈ ਰਾਜੇ, ਠੀਕ ਹੈ, ਕਿਉਂਕਿ ਇਹ ਬਹੁਤ ਬਲਕੀ ਬੁੱਕਸ ਨੇ ਰਾਜੇ, ਠੀਕ ਹੈ। ਮੈਂ ਨਹੀਂ ਕਹਿੰਦਾ ਵੀ ਇਸ ਬੁੱਕ ਦੇ ਵਿੱਚੋਂ ਸਿਲੇਬਸ ਨਹੀਂ ਕਵਰ ਹੁੰਦਾ, ਸਿਲੇਬਸ ਬਿਲਕੁਲ ਕਵਰ ਹੋ ਜਾਏਗਾ, ਬਟ ਜਿਹੜਾ ਸਿਲੇਬਸ ਆਪਣੇ ਐਕਸਾਈਜ਼ ਵਾਸਤੇ ਰਾਜੇ ਉਹ ਤਾਂ ਸਿਰਫ 5% ਹੀ ਹੈ ਇਸ ਬੁੱਕ ਦੇ ਵਿੱਚ, ਠੀਕ ਹੈ। ਤਾਂ ਬਾਕੀ ਦਾ 95% ਜਿਹੜਾ ਇਸ ਬੁੱਕ ਦੇ ਵਿੱਚ ਹੈਗਾ ਮਟੀਰੀਅਲ ਉਹ ਤਾਂ ਬਿਲਕੁਲ ਇਰਰੈਲੇਵੈਂਟ ਹੈ, ਉਹ ਅਸੀਂ ਪੜ੍ਹਨਾ ਹੀ ਨਹੀਂ ਹੈਗਾ। ਤਾਂ ਫਿਰ ਇਹ ਬੁੱਕ ਪੜ੍ਹ ਕੀ ਫਾਇਦਾ ਜਿਹਦੇ ਵਿੱਚ ਸਾਨੂੰ 5% ਹੀ ਚੀਜ਼ਾਂ ਕੰਮ ਦੀਆਂ ਮਿਲਣਗੀਆਂ, ਠੀਕ ਹੈ। ਤਾਂ ਇਹ ਨਹੀਂ ਪੜ੍ਹਨਾ ਹੈਗਾ, ਆਪਾਂ ਨੇ ਸਿਰਫ ਕੁਝ ਏਰੀਆਜ਼ ਫੋਕਸ ਕਰਨੇ ਨੇਗੇ, ਠੀਕ ਹੈ, ਜਿਹੜੇ ਕਿ ਆਪਾਂ ਕਰ ਸਕਦੇ ਹੁੰਦੇ ਹਾਂ, ਠੀਕ ਹੈ, ਜਿਹੜੇ ਕਿ ਈਜ਼ੀਲੀ ਆਪਾਂ ਕਵਰ ਕਰ ਸਕਦੇ ਹੁੰਦੇ ਹਾਂ। ਤਾਂ ਆਪਾਂ ਚਾਹੇ ਉਹ ਇੰਟਰਨੈਟ ਤੋਂ ਹੋਵੇ ਚਾਹੇ ਕਿਸੇ ਬੁੱਕ ਤੋਂ ਹੋਵੇ, ਠੀਕ ਹੈ, ਇਹ ਚੀਜ਼ ਕਰਨੀ ਆਪਾਂ ਨੇ। ਤਾਂ ਮੈਂ ਡਾਇਰੈਕਟਲੀ ਕੋਈ ਬੁੱਕ ਨਹੀਂ ਰੈਫਰ ਕਰ ਰਿਹਾ ਤੁਹਾਨੂੰ ਵੀ ਤੁਹਾਨੂੰ ਬੁੱਕ ਪਰਚੇਜ਼ ਕਰਨੀ ਹੈ, ਨਹੀਂ, ਜਿਹੜੀ ਬੁੱਕ ਦੇ ਵਿੱਚੋਂ ਅਗਰ ਇੰਟਰਨੈਟ ਦੇ ਵਿੱਚੋਂ ਤਾਂ ਉੱਥੋਂ ਮੈਂ ਰੈਫਰ ਕਰ ਰਿਹਾ, ਠੀਕ ਹੈ ਰਾਜੀ। ਪੋਲਿਸੀ ਦੇ ਵਿੱਚ ਦੇਖੋ ਹੋਰ FDI ਪੋਲਿਸੀ ਵੀ ਸਰਕਾਰ ਕੀ ਹੈ FDI ਨੂੰ ਰਿਲੈਕਸ ਕਰ ਰਹੀ ਹੈ। ਕਈ ਜਿਹੜੇ ਏਰੀਆਜ਼ ਨੇ ਉਹਦੇ ਵਿੱਚ 100% FDI ਅਲਾਊਡ ਹੈਗੀ ਹੈ, ਕਿਸੇ ਦੇ ਵਿੱਚ 74% ਹੈ, ਕਿਸੇ ਦੇ ਵਿੱਚ 49% ਹੈ, ਠੀਕ ਹੈ। ਤਾਂ ਡਿਫੈਂਸ ਦੇ ਵਿੱਚ ਕੀ ਆਪਣੀ ਪੋਲਿਸੀ ਚੱਲ ਰਹੀ ਹੈ, ਠੀਕ ਹੈ, ਬਲਕਿ ਅਸੀਂ ਡਿਫੈਂਸ ਦੇ ਵਿੱਚ ਪ੍ਰਾਈਵੇਟ ਸੈਕਟਰ ਨੂੰ ਪ੍ਰਮੋਟ ਕਰ ਰਹੇ ਹਾਂ, ਠੀਕ ਹੈ। ਇਹ ਵੀ ਕੀ ਹੈ ਇੱਕ ਇੰਡਸਟਰੀਅਲ ਪ੍ਰਮੋਸ਼ਨ ਹੈਗੀ ਹੈ, ਠੀਕ ਹੈ, ਗਵਰਨਮੈਂਟ ਦੀਆਂ ਪੋਲਿਸੀਜ਼ ਨੇਗੀਆਂ ਇੰਡਸਟਰੀਅਲ ਡਿਵੈਲਪਮੈਂਟ ਵਾਸਤੇ, ਠੀਕ ਹੈ। ਡੈਡੀਕੇਟਡ ਫਰੇਟ ਕੋਰੀਡੋਰ ਹੈਗੇ ਨੇ ਆਪਣੇ, ਹੈ ਨਾ, DFCs ਹੈਗੇ ਨੇ, ਠੀਕ ਹੈ, ਇਹ ਵੀ ਇੰਪੋਰਟੈਂਟ ਨੇਗੇ ਸਾਰੇ, ਠੀਕ ਹੈ ਜੀ। ਹੁਣ ਇਹਦੇ ਸੋਰਸਿਸ ਦੀ ਗੱਲ ਕਰੀਏ ਰਾਜੇ, ਸੋਰਸਿਸ ਕੀ ਨੇ ਇਹਦੇ ਸੋਰਸਿਸ ਅਗੇਨ ਰਾਜੇ ਪਿਓਰਲੀ ਕਰੰਟ ਅਫੇਅਰ ਦਾ ਟੌਪਿਕ ਹੈ ਇਹ, ਠੀਕ ਹੈ। ਪੋਲਿਸੀਜ਼ ਤੇ ਸਕੀਮਸ ਇਹ ਪਿਓਰਲੀ ਕਰੰਟ ਅਫੇਅਰ ਦਾ ਟੌਪਿਕ ਹੈ, ਔਰ ਸਾਰਾ ਤੋਂ ਸਾਰਾ ਕਰੰਟ ਅਫੇਅਰ ਤੁਹਾਡਾ ਵਿਜ਼ਨ IAS ਦੇ ਮਟੀਰੀਅਲ ਦੇ ਵਿੱਚੋਂ ਕਵਰ ਈਜ਼ੀਲੀ ਹੋ ਜਾਏਗਾ। ਤੁਸੀਂ ਹੁਣ ਸਰਚ ਕਿਵੇਂ ਕਰਨਾ ਹੈ, ਦੇਖੋ ਵਿਜ਼ਨ IAS ਦਾ ਬਹੁਤ ਜ਼ਿਆਦਾ ਮਟੀਰੀਅਲ ਪਿਆ, ਤਾਂ ਸਾਰਾ ਨਹੀਂ ਪੜ੍ਹਨਾ, ਤੁਸੀਂ ਕੀ ਸਰਚ ਕਰਨਾ ਹੈ, ਨਿਊ ਇਕਨੋਮਿਕ ਪੋਲਿਸੀ ਵਿਜ਼ਨ IAS, ਟੌਪਿਕ ਦਾ ਨਾਮ ਨਾਲ ਪਾ ਦਿਓ ਵਿਜ਼ਨ IAS, ਤੁਹਾਡੇ ਕੋਲ ਜਿਹੜਾ ਕੀ ਹੈ ਮਟੀਰੀਅਲ ਆ ਜਾਏਗਾ, ਠੀਕ ਹੈ। ਉਹ ਉੱਪਰ ਪਹਿਲੀ ਸਰਚ ਦੇ ਉੱਪਰ ਹੀ ਤੁਸੀਂ ਕਲਿੱਕ ਕਰ ਲੈਣਾ, ਠੀਕ ਹੈ। ਉਸੇ ਤਰ੍ਹਾਂ ਨੈਸ਼ਨਲ ਇਲੈਕਟ੍ਰੋਨਿਕ ਪੋਲਿਸੀ 2019 ਵਿਜ਼ਨ IAS ਆ ਜਾਏਗਾ ਤੁਹਾਡੇ ਕੋਲ, ਠੀਕ ਹੈ। DPIIT ਤੁਸੀਂ ਵੈਬਸਾਈਟ ਕਵਰ ਕਰਨੀ ਹੈ, ਠੀਕ ਹੈ। FDI ਪੋਲਿਸੀ ਕੋਈ ਜ਼ਿਆਦਾ ਮਤਲਬ ਹੁਣੇ ਸਰਚ ਕਰਨ ਵਾਲਾ ਮੈਟਰ ਨਹੀਂ ਹੈਗਾ, ਠੀਕ ਹੈ। ਤੁਸੀਂ ਦੇਖ ਲਓ ਅਗਰ ਤੁਹਾਨੂੰ ਕੋਈ ਮਟੀਰੀਅਲ ਮਿਲਦਾ ਇਹਦੇ ਵਿੱਚੋਂ, ਠੀਕ ਹੈ, ਵਰਨਾ ਇਹ ਕੋਈ ਜ਼ਿਆਦਾ ਇੰਪੋਰਟੈਂਟ ਨਹੀਂ ਹੈਗਾ। ਆਪਣੇ ਜਿਹੜਾ ਕੁਝ ਤੁਸੀਂ ਪੜ੍ਹਦੇ ਜਾਓਗੇ ਉਹਦੇ ਵਿੱਚ ਜਿੰਨਾ ਕੁ ਕਵਰ ਹੋ ਗਿਆ ਬਹੁਤ ਹੈ, ਠੀਕ ਹੈ। ਹੁਣ ਇੱਦਾਂ ਨਹੀਂ ਹੈਗਾ ਵੀ ਇਕੱਲੇ ਸੈਕਟਰ ਦੇਖਣਾ ਕਿਹੜੇ ਸੈਕਟਰ ਦੇ ਵਿੱਚ ਕਿੰਨੀ FDI ਅਲਾਊਡ ਹੈ, ਨਹੀਂ, ਇੱਦਾਂ ਨਹੀਂ ਦੇਖਣਾ ਹੈਗਾ। ਜੋ ਤੁਹਾਡੇ ਕੋਲ ਮਟੀਰੀਅਲ ਪੜ੍ਹ ਰਹੇ ਹੋ ਤੁਸੀਂ ਉਹਦੇ ਵਿੱਚ ਜਿੰਨਾ ਕੁ ਕਵਰ ਹੋ ਰਿਹਾ ਉਹ ਠੀਕ ਹੈ, ਬਸ ਜ਼ਿਆਦਾ ਨਹੀਂ ਪੜ੍ਹਨਾ ਹੈਗਾ ਹੋਰ ਇਹਦੇ ਵਿੱਚ। ਇਹ ਕੀ ਪੜ੍ਹਿਆ ਰਾਜੇ ਆਪਾਂ ਨੇ ਵੀ ਗਵਰਨਮੈਂਟ ਦੀਆਂ ਕੀ ਪੋਲਿਸੀਜ਼ ਨੇਗੀਆਂ ਆਪਣੀ ਇੰਡਸਟਰੀ ਨੂੰ ਡਿਵੈਲਪ ਕਰਨ ਵਾਸਤੇ, ਇਹ ਆਪਾਂ ਪੜ੍ਹ ਰਹੇ ਸੀਗੇ, ਠੀਕ ਹੈ। ਅਤੇ ਗੱਲ ਕਰੀਏ ਰਾਜੇ ਪੰਜਾਬ ਦੀ, ਕਿਉਂਕਿ ਦੇਖੋ ਸੈਂਟਰ ਦੀਆਂ ਪੋਲਿਸੀਜ਼ ਵੀ ਨੇ ਸਟੇਟ ਦੀਆਂ ਵੀ, ਤਾਂ ਪੰਜਾਬ ਦੀ ਵੀ ਰਾਜੇ 2017 ਦੇ ਵਿੱਚ ਇੱਕ ਪੋਲਿਸੀ ਆਈ ਹੈ, ਪੰਜਾਬ ਇੰਡਸਟਰੀਅਲ ਐਂਡ ਬਿਜ਼ਨਸ ਡਿਵੈਲਪਮੈਂਟ ਪੋਲਿਸੀ 2017, ਠੀਕ ਹੈ। ਇਹ ਵੀ ਇੰਪੋਰਟੈਂਟ ਹੈ, ਠੀਕ ਹੈ। ਹੁਣ ਮੈਂ ਦੇਖੋ ਸੋਰਸਿਸ ਵੀ ਦੱਸ ਰਿਹਾ ਨਾਲ ਅਤੇ ਦੱਸ ਰਿਹਾ ਇੰਪੋਰਟੈਂਟ ਵੀ ਕੀ ਕੁਛ ਹੈਗਾ, ਠੀਕ ਹੈ। ਇਸੇ ਤਰ੍ਹਾਂ ਰਾਜੇ ਪੋਲਿਸੀਜ਼ ਵੀ ਹੋਰ ਬਹੁਤ ਸਾਰੀਆਂ ਪੋਲਿਸੀਜ਼ ਨੇਗੀਆਂ, ਤੁਸੀਂ ਕੀ ਕਰ ਸਕਦੇ ਹੋ, ਲਿਸਟ ਬਣਾ ਸਕਦੇ ਹੋ ਇੱਕ, ਠੀਕ ਹੈ, ਲਿਸਟ ਆਫ ਇੰਡਸਟਰੀਅਲ ਪੋਲਿਸੀਜ਼, ਗੂਗਲ ਦੇ ਉੱਪਰ ਸਰਚ ਕਰਨਾ ਤੁਸੀਂ, ਲਿਸਟ ਆਫ ਇੰਡਸਟਰੀਅਲ ਪੋਲਿਸੀਜ਼ ਇਨ ਇੰਡੀਆ, ਠੀਕ ਹੈ, ਲੇਟੈਸਟ। ਤਾਂ 2010 ਤੋਂ ਬਾਅਦ ਜਿਹੜੀਆਂ ਪੋਲਿਸੀਜ਼ ਆਈਆਂ ਨੇ ਤੁਸੀਂ ਉਹਨਾਂ ਵਾਸਤੇ ਦੇਖ ਸਕਦੇ ਹੋ, ਬਲਕਿ 2015 ਤੋਂ ਬਾਅਦ 2015 ਤੋਂ ਬਾਅਦ ਜਿਹੜੀ ਪੋਲਿਸੀਜ਼ ਆਈਆਂ ਨੇ ਤੁਸੀਂ ਉਹ ਇੱਕ ਵਾਰ ਉਹਨਾਂ ਦੇ ਨਿਗਾਹ ਮਾਰ ਸਕਦੇ ਹੋ, ਠੀਕ ਹੈ। ਜੋ ਤੁਹਾਡੇ ਕੋਲ ਲਿਸਟ ਆ ਗਈ, ਫਿਰ ਲਿਸਟ ਤੋਂ ਬਾਅਦ ਤੁਸੀਂ ਕੀ ਕਰਨਾ ਹੈ, ਇਕੱਲੇ ਹੁਣ ਮੰਨ ਲਓ ਲਿਸਟ ਦੇ ਵਿੱਚ ਆਉਂਦਾ ਨੈਸ਼ਨਲ ਪੋਲਿਸੀ ਔਨ ਇਲੈਕਟ੍ਰੋਨਿਕਸ, ਠੀਕ ਹੈ। ਤਾਂ ਤੁਸੀਂ ਇੱਥੇ ਲੈ ਕੇ ਉਹਨੂੰ ਸਰਚ ਕਰ ਦੇਣਾ ਵਿਜ਼ਨ IAS 'ਤੇ। ਉਸੇ ਤਰ੍ਹਾਂ ਜਿਹੜੀ ਵੀ ਲਿਸਟ ਦੇ ਵਿੱਚ ਕੋਈ ਪੋਲਿਸੀ ਆਈ ਤੁਸੀਂ ਪੋਲਿਸੀ ਦਾ ਨਾਮ ਲਿਖਣਾ, ਨਾਲ ਲਿਖਣਾ ਵਿਜ਼ਨ IAS, ਤੁਹਾਨੂੰ ਉਹਦਾ ਮਟੀਰੀਅਲ ਮਿਲ ਜਾਏਗਾ, ਠੀਕ ਹੈ। ਤਾਂ ਕੁਛ ਮਤਲਬ ਹਰ ਪੋਲਿਸੀ ਦੇ ਕੁਝ 10-12 ਫੀਚਰ ਹੀ ਯਾਦ ਕਰਨੇ ਹੁੰਦੇ ਨੇ, ਇਦੋਂ ਵੱਧ ਨਹੀਂ ਹੈਗਾ, ਠੀਕ ਹੈ। ਤਾਂ ਜਿਹੜਾ ਵਿਜ਼ਨ IAS ਅਸੀਂ ਮੈਂ ਗੱਲ ਕਰਦਾ ਕਿਉਂ ਇੰਪੋਰਟੈਂਟ ਬਣ ਜਾਂਦਾ, ਬਿਕਾਜ਼ ਇਹ 10-12 ਫੀਚਰ ਇੰਪੋਰਟੈਂਟ ਜੇ ਇਕੱਠੇ ਕਰਕੇ ਦੇ ਦਿੰਦਾ ਆਪਾਂ ਨੂੰ, ਤਾਂ ਪੜ੍ਹਨੇ ਸੌਖੇ ਹੋ ਜਾਂਦੇ ਨੇ, ਠੀਕ ਹੈ, ਇਸੇ ਕਰਕੇ। ਹੁਣ ਆਪਾਂ ਗੱਲ ਕਰ ਰਹੇ ਪੰਜਾਬ ਦੀ, ਤਾਂ ਪੰਜਾਬ ਦੀ ਵੀ ਇਹ ਪੋਲਿਸੀ ਇੰਪੋਰਟੈਂਟ ਹੈ, ਠੀਕ ਹੈ। ਹੁਣ ਇਹਦਾ ਵੀ ਦੱਸਦਾ ਮੈਂ ਕੀ ਸੋਰਸ ਬਣੂਗਾ, ਠੀਕ ਹੈ। ਇਨਵੈਸਟ ਪੰਜਾਬ ਪੋਰਟਲ ਆ ਜੇ, ਇਹ ਬਹੁਤ ਇੰਪੋਰਟੈਂਟ ਪੋਰਟਲ ਹੈਗਾ ਪੰਜਾਬ ਦਾ, ਠੀਕ ਹੈ। ਇਹਦੀ ਵੈਬਸਾਈਟ ਹੈਗੀ ਇਨਵੈਸਟ ਪੰਜਾਬ ਦੀ, ਇਨਵੈਸਟ ਪੰਜਾਬ ਬਿਜ਼ਨਸ ਫਸਟ ਪੋਰਟਲ, ਠੀਕ ਹੈ। ਇਹਦੇ ਵਿੱਚ ਕੀ ਹੈ ਰਾਜੇ, ਮਤਲਬ ਇੰਡਸਟਰੀ ਨੂੰ ਪ੍ਰਮੋਟ ਕੀਤਾ ਗਿਆ ਬੇਸਿਕਲੀ, ਠੀਕ ਹੈ। ਮਤਲਬ ਕੀ ਹੈ, ਅਗਰ ਕਿਸੇ ਨੇ ਨਵਾਂ ਬਿਜ਼ਨਸ ਸਟਾਰਟ ਕਰਨਾ, ਨਵੀਂ ਕੋਈ ਫੈਕਟਰੀ ਲਗਾਉਣੀ, ਇੰਡਸਟਰੀ ਲਗਾਉਣੀ ਹੈ, ਤਾਂ ਉਹਨੂੰ ਕਿਹੜੇ ਕਲੀਅਰੈਂਸਿਸ ਲੈਣ ਪੈਣਗੇ, ਠੀਕ ਹੈ। ਤਾਂ ਵਨ ਸਟੋਪ ਡੈਸਟੀਨੇਸ਼ਨ ਹੈਗੀ ਹੈ ਵੀ ਤੁਸੀਂ ਇਸ ਪੋਰਟਲ ਦੇ ਉੱਪਰ ਆਓ ਔਰ ਸਾਰੇ ਰਜਿਸਟ੍ਰੇਸ਼ਨ ਕਰੋ, ਆਪਣੀ ਕਲੀਅਰੈਂਸਿਸ ਲਓ ਇਸੇ ਪੋਰਟਲ ਦੇ ਉੱਪਰ, ਠੀਕ ਹੈ। ਤਾਂ ਪੰਜਾਬ ਪਿਛਲੇ ਕੁਝ ਸਾਲਾਂ ਤੋਂ ਰਾਜੇ ਕਾਫੀ ਜਿਹੜੀ ਇਨਵੈਸਟਮੈਂਟ ਅਟਰੈਕਟ ਕਰ ਰਿਹਾ ਇਸ ਇਨਵੈਸਟ ਪੰਜਾਬ ਪੋਰਟਲ ਦੇ ਥਰੂ, ਠੀਕ ਹੈ। ਇੱਕ ਪ੍ਰੋਗਰੈਸਿਵ ਪੰਜਾਬ ਸਮਿਟ ਹੁੰਦਾ ਆਪਣਾ, ਤੁਹਾਨੂੰ ਉਹ ਵੀ ਪਤਾ ਹੈਗਾ, ਹੈ ਨਾ। ਤਾਂ ਕੋਵਿਡ ਤੋਂ ਪਹਿਲਾਂ ਐਟਲੀਸਟ ਕਾਫੀ ਜਿਹੜੀ ਇਨਵੈਸਟਮੈਂਟ ਅਟਰੈਕਟ ਪੰਜਾਬ ਕਰ ਰਿਹਾ ਸੀਗਾ ਪਿਛਲੇ ਕੁਝ ਸਾਲਾਂ ਦੇ ਵਿੱਚ, ਠੀਕ ਹੈ। ਤਾਂ ਇਹ ਕੁਛ ਰਾਜੇ ਪੋਲਿਸੀਜ਼ ਨੇਗੀਆਂ ਪੰਜਾਬ ਦੀਆਂ ਅਤੇ ਸੈਂਟਰ ਦੀਆਂ ਆਪਣੇ ਸਟੇਟ ਦੇ, ਆਪਣੇ ਦੇਸ਼ ਦੇ ਵਿੱਚ, ਆਪਣੇ ਸਟੇਟ ਦੇ ਵਿੱਚ ਇੰਡਸਟਰੀ ਨੂੰ ਪ੍ਰਮੋਟ ਕਰਨ ਵਾਸਤੇ, ਡਿਵੈਲਪ ਕਰਨ ਵਾਸਤੇ, ਠੀਕ ਹੈ ਜੀ। ਇਹ ਚੀਜ਼ਾਂ ਨੇਗੀਆਂ।
ਹਾਂ, ਜੇ ਮੈਂ ਗੱਲ ਕਰਾਂ ਜੀ ਇਨਵੈਸਟ ਪੰਜਾਬ ਪੋਰਟਲ ਦੀ, ਤਾਂ ਇਹਦੀ ਵੈਬਸਾਈਟ ਆਪਣੇ ਕੋਲ ਮਿਲਦੀ ਹੈ, ਠੀਕ ਹੈ। ਇਹ ਉਸੇ ਵੈਬਸਾਈਟ ਦਾ ਇੱਕ ਸਕਰੀਨਸ਼ਾਟ ਹੈਗਾ, ਇਨਵੈਸਟ ਪੰਜਾਬ ਵੈਬਸਾਈਟ ਦਾ, ਠੀਕ ਹੈ। ਤਾਂ ਇਨਵੈਸਟ ਪੰਜਾਬ ਬਿਜ਼ਨਸ ਫਸਟ, ਠੀਕ ਹੈ। ਤਾਂ ਇਹ ਜਿਹੜੀ ਵੈਬਸਾਈਟ ਹੈ ਜੀ ਕਾਫੀ ਇੰਪੋਰਟੈਂਟ ਹੈ, ਤੁਸੀਂ ਇਹਦੇ ਵਿੱਚ ਵੀ ਕਾਫੀ ਕੁਝ ਐਕਸਪਲੋਰ ਕਰ ਸਕਦੇ ਹੋ, ਠੀਕ ਹੈ। ਜਿਹੜਾ ਇਹ ਬਟਨ ਹੈ ਜੀ ਫੋਕਸ ਸੈਕਟਰ, ਇਹਦੇ ਵਿੱਚ ਕਾਫੀ ਇੰਪੋਰਟੈਂਟ ਮਟੀਰੀਅਲ ਮਿਲ ਜਾਊਗਾ ਆਪਾਂ ਨੂੰ, MSMEs ਹੋਰ ਇੰਡਸਟਰੀ 4.0, ਠੀਕ ਹੈ। ਕਾਫੀ ਜਿਹੜੇ ਫੋਕਸ ਸੈਕਟਰ ਆਪਣੇ ਪੰਜਾਬ ਦੇ ਵਿੱਚ ਹੈਗੇ ਨੇ, ਉਹ ਇਹਦੇ ਵਿੱਚ ਕਵਰ ਹੋ ਜਾਣਗੇ ਆਪਣੇ, ਠੀਕ ਹੈ। ਤਾਂ ਇੱਕ ਵਾਰੀ ਤੁਸੀਂ ਇਹ ਓਵਰਵਿਊ ਜਿਹਾ ਲੈ ਲੈਣਾ, ਬਹੁਤ ਜ਼ਿਆਦਾ ਡੀਪਲੀ ਡਿਗ ਆਊਟ ਨਹੀਂ ਕਰਨਾ ਹੈਗਾ, ਬਸ ਇੱਕ ਉੱਪਰੋਂ ਜੇ ਤੁਸੀਂ ਸਾਰੀ ਇਹ ਵੈਬਸਾਈਟ ਇੱਕ ਵਾਰੀ ਦੇਖ ਲੈਣੀ ਹੈ, ਕੋਈ ਨਾ ਕੋਈ ਚੀਜ਼ ਇੰਪੋਰਟੈਂਟ ਮਿਲ ਜਾਂਦੀ ਹੈ, ਠੀਕ ਹੈ। ਕਿਉਂਕਿ ਦੇਖੋ ਇੰਡਸਟਰੀ ਨੂੰ ਪ੍ਰਮੋਟ ਕਰਨਾ ਹੈ, ਤਾਂ ਇਹ ਆਪਣਾ ਪੰਜਾਬ ਦਾ ਇੱਕੋ ਇੱਕ ਬਹੁਤ ਵੱਡਾ ਪੋਰਟਲ ਹੈਗਾ, ਜਿਹਦੇ ਵਿੱਚ ਅਸੀਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਦੇ ਹਾਂ, ਠੀਕ ਹੈ। ਤਾਂ ਇਹ ਕਾਫੀ ਇੰਪੋਰਟੈਂਟ ਇਹ ਪੋਰਟਲ ਬਣ ਜਾਂਦਾ, ਠੀਕ ਹੈ। ਬੇਸਿਕਲੀ ਕੀ ਚੀਜ਼ਾਂ ਨੇ ਵੀ ਬਿਜ਼ਨਸ ਨੂੰ ਸਟਾਰਟ ਕਰਨਾ, ਫਿਰ ਕੀ ਅਸੀਂ ਫੈਸਿਲਿਟੀਜ਼ ਦਿੰਦੇ ਹਾਂ ਇਸ ਪੋਰਟਲ ਦੇ ਵਿੱਚ। ਇਹ ਵੀ ਅਗੇਨ ਉਹੀ ਪੋਰਟਲ ਹੈ, ਈਜ਼ ਆਫ ਡੂਇੰਗ ਬਿਜ਼ਨਸ ਬੇਸਿਕਲੀ, ਠੀਕ ਹੈ। ਸੈਟਿੰਗ ਬਿਜ਼ਨਸ ਦੇ ਵਿੱਚ ਕੀ ਅਸੀਂ ਫੈਸਿਲਿਟੀਜ਼ ਦਿੰਦੇ ਹਾਂ, ਆਪਰੇਟਿੰਗ ਬਿਜ਼ਨਸ ਵਾਸਤੇ ਕੀ ਅਸੀਂ ਕਰਦੇ ਹਾਂ, ਠੀਕ ਹੈ। ਇਹ ਸਾਰਾ ਕੁਝ ਮਤਲਬ ਇਸ ਇਨਵੈਸਟ ਪੰਜਾਬ ਵਾਲੇ ਪੋਰਟਲ ਦੇ ਵਿੱਚ ਹੈ, ਜਿਹਦੇ ਵਿੱਚ ਕਿ ਜਿਹੜੇ ਸਾਡੇ ਕਾਰਪੋਰੇਟਸ ਨੇ, ਬਿਜ਼ਨਸ ਹਾਊਸਿਸ ਨੇ, ਤਾਂ ਉਹਨਾਂ ਨੂੰ ਜਿਹੜੀ ਇਨਵੈਸਟਮੈਂਟ ਕਰਨੀ ਸੌਖੀ ਹੋ ਜਾਏ, ਨਵਾਂ ਪਲਾਂਟ ਲਗਾਉਣਾ ਸੌਖਾ ਹੋ ਜਾਏ, ਠੀਕ ਹੈ। ਨੈਕਸਟ ਆਪਣਾ ਟੌਪਿਕ ਹੈ ਜੀ ਸਕੀਮਸ। ਦੇਖੋ ਦੋ ਚੀਜ਼ਾਂ ਸੀਗੀਆਂ, ਪੋਲਿਸੀਜ਼ ਅਤੇ ਸਕੀਮਸ, ਠੀਕ ਹੈ। ਪੋਲਿਸੀਜ਼ ਆਪਾਂ ਕਰ ਲਈਆਂ, ਠੀਕ ਹੈ। ਹੁਣ ਸਕੀਮਸ ਦੀ ਗੱਲ ਕਰਦੇ ਹਾਂ। ਇਹ ਜਿਹੜਾ ਸਕੀਮਸ ਵਾਲਾ ਪੋਰਸ਼ਨ ਹੈ ਰਾਜੇ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ। ਰੀਜ਼ਨ ਕੀ ਹੈ? ਕਿਉਂਕਿ ਇਹਦੇ ਵਿੱਚ ਕੁਐਸਚਨ ਬਣਾਉਣੇ ਬਹੁਤ ਸੌਖੇ ਨੇ, ਔਰ ਕੁਐਸਚਨ ਇਹਦੇ ਵਿੱਚੋਂ ਆਉਂਦੇ ਵੀ ਨੇਗੇ। ਤੁਹਾਨੂੰ ਪਤਾ, ਤੁਸੀਂ ਇਸ ਚੀਜ਼ ਨੂੰ ਐਗਰੀ ਕਰਦੇ ਹੋਵੋਗੇ ਕਿ ਸਕੀਮਾਂ ਦੇ ਵਿੱਚੋਂ ਬਹੁਤ ਕੁਐਸਚਨ ਪੁੱਛੇ ਜਾਂਦੇ ਨੇ, ਠੀਕ ਹੈ। ਉਹਦਾ ਰੀਜ਼ਨ ਇਹ ਹੈ ਕਿ ਕਿਉਂਕਿ ਇੱਥੋਂ ਕੁਐਸਚਨ ਬਣਾਉਣੇ ਸੌਖੇ ਨੇ, ਔਰ ਇਹਦੇ ਜਿਹੜੇ ਤਿਆਰੀ ਕਰਨ ਵਾਸਤੇ ਸੋਰਸਿਸ ਵੀ ਬਹੁਤ ਨੇ। ਐਗਜ਼ਾਮੀਨਰ ਨੂੰ ਪਤਾ ਹੈ ਕਿ ਇਹਦੇ ਵਿੱਚ ਇਹਦੇ ਸੋਰਸਿਸ ਬਹੁਤ ਨੇ, ਤੁਸੀਂ ਕਰ ਪਾਓਗੇ ਤਿਆਰੀ ਇਹਦੇ ਵਿੱਚ, ਠੀਕ ਹੈ। ਤਾਂ ਐਗਜ਼ਾਮੀਨਰ ਨਹੀਂ ਚਾਹੁੰਦਾ ਵੀ ਤੁਸੀਂ ਹਰ ਇਕੱਲੀ ਟੌਪਿਕ ਵਾਸਤੇ ਡਿਫਰੈਂਟ ਬੁੱਕ ਪੜ੍ਹੋ, ਨਹੀਂ। ਉਹਨੂੰ ਬਸ ਐਗਜ਼ਾਮੀਨਰ ਇਹੀ ਡਿਮਾਂਡ ਕਰ ਰਿਹਾ ਵੀ ਤੁਸੀਂ ਸਮਾਰਟਲੀ ਚੀਜ਼ਾਂ ਨੂੰ ਪੜ੍ਹੋ, ਸਮਾਰਟਲੀ ਦੇਖੋ ਵੀ ਕਿਹੜੀ ਚੀਜ਼ ਕਿੱਥੋਂ ਮਿਲ ਜਾਏਗੀ, ਠੀਕ ਹੈ। ਇਹੀ ਚੀਜ਼ ਐਗਜ਼ਾਮੀਨਰ ਤੁਹਾਡੇ ਤੋਂ ਐਕਸਪੈਕਟ ਕਰ ਰਿਹਾ। ਉਹ ਨਹੀਂ ਕਹਿੰਦਾ ਵੀ ਤੁਸੀਂ ਲਾਇਰ ਬਣੋ, ਹਰ ਇੱਕ ਐਕਟ ਪੜ੍ਹ ਕੇ ਆਓ, ਹਰ ਚੀਜ਼ ਪੜ੍ਹ ਕੇ ਆਓ, ਨਹੀਂ। ਸਮਾਰਟਲੀ ਪੜ੍ਹ ਕੇ ਆਓ, ਬਸ ਉਹ ਇੰਨਾ ਕੁ ਡਿਮਾਂਡ ਕਰਦਾ ਤੁਹਾਡੇ ਤੋਂ, ਠੀਕ ਹੈ। ਤਾਂ ਹੁਣ ਸਕੀਮਾਂ ਨੇ ਜਿਹੜੀਆਂ, ਇਹਦੇ ਕਾਫੀ ਸੋਰਸਿਸ ਨੇ ਆਪਣੇ ਕੋਲ। ਕਿਹੋ ਜਿਹੇ ਸਕੀਮਾਂ ਰਾਜੇ? ਜਿਵੇਂ ਕਿ ਪ੍ਰੋਡਕਸ਼ਨ ਲਿੰਕਡ ਇਨਸੈਂਟਿਵ ਸਕੀਮ, PLI ਸਕੀਮ, ਬਹੁਤ ਇੰਪੋਰਟੈਂਟ ਸਕੀਮ ਹੈ, ਠੀਕ ਹੈ। ਦੇਖੋ ਪ੍ਰੋਡਕਸ਼ਨ ਲਿੰਕਡ ਮੈਨੂਫੈਕਚਰਰਸ ਵਾਸਤੇ ਹੈਗਾ, ਬੇਸਿਕਲੀ ਮਤਲਬ ਜਿਵੇਂ ਕੋਈ ਮੈਨੂਫੈਕਚਰਰ 100 ਚੀਜ਼ਾਂ ਬਣਾ ਰਿਹਾ, ਕੋਈ 100 AC ਬਣਾ ਰਿਹਾ ਹੈਗਾ, ਤਾਂ ਇਹ ਸਕੀਮ ਕੀ ਕਹਿੰਦੀ ਹੈ ਵੀ ਤੁਸੀਂ 100 ਦਾ ਬਣਾ ਰਹੇ ਹੋ, ਜੇ ਇਹਦੇ ਵਿੱਚ 20 ਐਡ ਕਰਕੇ 120 ਹੋਰ ਬਣਾ ਦਿਓ, ਮਤਲਬ 120 ਬਣਾ ਦਿਓ, ਅਤੇ ਜਿਹੜਾ ਇਹ 20 ਐਡੀਸ਼ਨਲ ਬਣਾਏ ਨੇ ਤੁਹਾਨੇ, ਤਾਂ ਤੁਹਾਨੂੰ ਇਹ 20 ਦੇ ਉੱਪਰ ਕੁਝ ਨਾ ਕੁਝ ਇਨਸੈਂਟਿਵ ਦੇਵਾਂਗੇ ਅਸੀਂ। ਸਰਕਾਰ ਇਹੀ ਕਹਿੰਦੀ ਹੈ ਵੀ 20 ਦੇ ਉੱਪਰ ਕੋਈ ਅਸੀਂ ਡਿਊਟੀ ਰਿਬੇਟ ਦੇ ਦਾਂਗੇ, ਕੋਈ ਟੈਕਸ ਰਿਬੇਟ ਦੇ ਦਾਂਗੇ, ਠੀਕ ਹੈ, ਕੋਈ ਹੋਰ ਇਨਸੈਂਟਿਵ ਦੇ ਦਾਂਗੇ। ਤਾਂ ਜਿਹੜੀ ਤੁਸੀਂ ਪ੍ਰੋਡਕਸ਼ਨ ਇੰਕਰੀਜ਼ ਕੀਤੀ ਹੈ ਆਪਣੇ ਨੋਰਮਲ ਪ੍ਰੋਡਕਸ਼ਨ ਨਾਲੋਂ, ਉਹਦੇ ਉੱਪਰ ਕੋਈ ਨਾ ਕੋਈ ਇਨਸੈਂਟਿਵ ਦਿੱਤਾ ਜਾਂਦਾ, ਠੀਕ ਹੈ। ਤੁਹਾਨੂੰ ਪਤਾ ਹੋਵੇਗਾ ਜੀ ਪਿਛਲੇ ਕੁਝ ਸਾਲਾਂ ਦੇ ਵਿੱਚ ਮੋਬਾਈਲ ਫੋਨ ਦੀ ਜਿਹੜੀ ਆਪਣੀ ਪ੍ਰੋਡਕਸ਼ਨ ਹੈਗੀ ਆ ਆਪਣੇ ਦੇਸ਼ ਦੇ ਵਿੱਚ, ਉਹ ਕਾਫੀ ਇੰਕਰੀਜ਼ ਹੋਈ ਹੈਗੀ, ਠੀਕ ਹੈ, ਮੋਬਾਈਲ ਫੋਨ ਦੀ। ਉਹਦਾ ਰੀਜ਼ਨ ਕੁਛ ਹੱਦ ਤੱਕ ਇਹ PLI ਸਕੀਮ ਵੀ ਹੈਗੀ ਹੈ, ਕਿਉਂਕਿ ਮੋਬਾਈਲ ਫੋਨ ਵਾਸਤੇ ਵੀ ਇੱਕ ਆਪਣੇ ਕੋਲ PLI ਸਕੀਮ ਆਲਰੇਡੀ ਚੱਲ ਰਹੀ ਹੈ। ਹੋਰ ਵੀ ਕਈ ਚੀਜ਼ਾਂ ਵਾਸਤੇ ਸਕੀਮ ਚੱਲਦੀ ਹੈ, ਜਿਵੇਂ ਮੈਡੀਕਲ ਡਿਵਾਈਸਿਸ ਹੋਏ, ਠੀਕ ਹੈ, ਵੀ ਮੈਡੀਕਲ ਡਿਵਾਈਸਿਸ ਸਾਡੇ ਦੇਸ਼ ਦੇ ਵਿੱਚ ਹੀ ਬਣਨ, ਇਸੇ ਚੀਜ਼ ਨੂੰ ਪ੍ਰਮੋਟ ਕਰਨ ਵਾਸਤੇ ਆਪਣੇ ਸਕੀਮ ਲੈ ਕੇ ਆਉਂਦੀ ਹੈ। ਅਗੇਨ ਕੀ ਚੀਜ਼ ਹੈ ਜੀ, ਕਿਹੜੀਆਂ ਸਕੀਮਾਂ ਪੜ੍ਹ ਰਹੇ ਆਪਾਂ? ਵੀ ਜਿਹੜੀਆਂ ਬਿਜ਼ਨਸ ਨੂੰ ਪ੍ਰਮੋਟ ਕਰਦੀਆਂ ਨੇ, ਇੰਡਸਟਰੀ ਨੂੰ ਪ੍ਰਮੋਟ ਕਰਦੀਆਂ ਨੇ, ਉਹ ਸਕੀਮਾਂ ਪੜ੍ਹ ਰਹੇ ਆਪਾਂ, ਠੀਕ ਹੈ, ਚਾਹੇ ਸੈਂਟਰ ਦੀਆਂ ਚਾਹੇ ਸਟੇਟ ਦੀਆਂ, ਠੀਕ ਹੈ। ਹੁਣ ਇਹਦਾ ਵੀ ਮੈਂ ਤੁਹਾਨੂੰ ਦੱਸਦਾ ਰਿਹਾ ਜੀ ਸੋਰਸ ਕੀ ਹੈਗਾ, ਠੀਕ ਹੈ। ਹੁਣ ਕਿਹੜੀ ਸਕੀਮਾਂ? ਸਟਾਰਟਅਪ ਇੰਡੀਆ, ਠੀਕ ਹੈ, ਮੇਕ ਇਨ ਇੰਡੀਆ, ਐਕਸਪੋਰਟ ਸਕੀਮ, ਐਕਸਪੋਰਟ ਪ੍ਰਮੋਸ਼ਨ ਕਰਦਾ, ਜਿਹਦੇ ਵਿੱਚ ਕਿ ਅਸੀਂ ਆਪਣੇ ਜਿਹੜੀ ਇੰਡਸਟਰੀ ਨੂੰ ਐਕਸਪੋਰਟ ਕਰ ਸਕਣ, ਠੀਕ ਹੈ। MSME ਵਾਸਤੇ ਜਿਹੜਾ ਕੀ ਹੈ ਇੰਟਰਸਟ ਸਬਵੈਂਸ਼ਨ, ਮਤਲਬ ਸਸਤੇ ਲੋਨ ਮਿਲ ਸਕਣ, ਠੀਕ ਹੈ। ਇਹ ਵਾਲੀਆਂ ਸਕੀਮਾਂ ਬਹੁਤ ਇੰਪੋਰਟੈਂਟ ਨੇ। ਆਤਮ ਨਿਰਭਰ ਭਾਰਤ ਰੋਜ਼ਗਾਰ ਯੋਜਨਾ, ਅਟਲ ਬੀਮਤ ਵਿਅਕਤੀ ਕਲਿਆਣ ਯੋਜਨਾ, ਠੀਕ ਹੈ, ਇਹ ਬਹੁਤ ਇੰਪੋਰਟੈਂਟ ਨੇ। ਐਸਿਕ ਵਾਲੀ ਸਕੀਮ ਬਹੁਤ ਇੰਪੋਰਟੈਂਟ ਹੈ। ਰੈਂਕਿੰਗਸ ਬਹੁਤ ਜ਼ਿਆਦਾ ਇੰਪੋਰਟੈਂਟ ਨੇ। ਈਜ਼ ਆਫ ਡੂਇੰਗ ਬਿਜ਼ਨਸ ਰੈਂਕਿੰਗ ਕੌਣ ਇਸ਼ੂ ਕਰਦਾ ਹੈ? ਵਰਲਡ ਬੈਂਕ ਇਸ਼ੂ ਕਰਦਾ ਹੈ। ਇੰਡੀਆ ਦਾ ਰੈਂਕ ਕੀ ਹੈ ਇਹਦੇ ਵਿੱਚ? ਲੌਜਿਸਟਿਕ ਪਰਫਾਰਮੈਂਸ ਇੰਡੈਕਸ ਦੇ ਵਿੱਚ ਇੰਡੀਆ ਦਾ ਕੀ ਰੈਂਕ ਹੈ? ਕੌਣ ਇਸ਼ੂ ਕਰਦਾ ਇਹਨੂੰ? BRAP ਬਿਜ਼ਨਸ ਰਿਫਾਰਮ ਐਕਸ਼ਨ ਪਲਾਨ, ਠੀਕ ਹੈ, ਇਹ ਕੌਣ ਇਸ਼ੂ ਕਰਦਾ ਰਾਜੇ? ਇਹ ਆਪਣਾ ਕਮਰਸ ਮਿਨਿਸਟਰ ਹੀ ਇਸ਼ੂ ਕਰਦੀ ਹੈ। ਕਮਰਸ ਮਿਨਿਸਟਰ ਜਿਹੜਾ ਡਿਪਾਰਟਮੈਂਟ ਹੈ DPIIT, ਜਿਹਨੂੰ ਕਿ ਮੈਂ ਹੁਣ ਬਾਰ ਦੱਸ ਚੁੱਕਿਆ, ਇਹ ਕਿਹਦਾ ਡਿਪਾਰਟਮੈਂਟ ਹੈ? ਕਮਰਸ ਮਿਨਿਸਟਰੀ ਦਾ, ਠੀਕ ਹੈ। ਇਹੀ ਡਿਪਾਰਟਮੈਂਟ ਹੀ ਇਹ ਰੈਂਕਿੰਗ ਇਸ਼ੂ ਕਰਦਾ ਹੈ। ਕਿਹਦੇ ਵਾਸਤੇ ਕਰਦਾ ਇਹ? ਸਟੇਟ ਵਾਈਜ਼, ਠੀਕ ਹੈ। ਜਿਹੜੀ ਈਜ਼ ਆਫ ਡੂਇੰਗ ਬਿਜ਼ਨਸ ਹੈ, ਇਹ ਤਾਂ ਕੰਟਰੀਜ਼ ਨੂੰ ਰੈਂਕ ਕਰਦੀ ਹੈ ਵੀ ਇੰਡੀਆ ਕਿਹੜੇ ਨੰਬਰ 'ਤੇ ਹੈ, ਅਮਰੀਕਾ ਕਿਹੜੇ ਨੰਬਰ 'ਤੇ ਹੈ, ਠੀਕ ਹੈ। ਜਿਹੜੀ BRAP ਹੈ, ਕਿਉਂਕਿ ਇਹ ਸਾਡੇ ਆਪਣੇ ਹੀ ਦੇਸ਼ ਦੀ ਰੈਂਕਿੰਗ ਹੈ, ਤਾਂ ਇਹ ਸਟੇਟਸ ਨੂੰ ਰੈਂਕ ਕਰਦੀ ਹੈ। ਪੰਜਾਬ ਕਿਹੜੇ ਨੰਬਰ 'ਤੇ ਹੈ, ਠੀਕ ਹੈ, ਹਰਿਆਣਾ ਕਿਹੜੇ ਨੰਬਰ 'ਤੇ ਹੈ। ਤਾਂ BRAP ਇਹਦੀ ਫੁੱਲ ਫਾਰਮ ਵੀ ਇੰਪੋਰਟੈਂਟ ਹੈ, ਅਤੇ ਇਹਦੇ ਵਿੱਚ ਪੰਜਾਬ ਦਾ ਰੈਂਕ ਕੀ ਹੈ ਉਹ ਵੀ ਇੰਪੋਰਟੈਂਟ ਹੈ, ਠੀਕ ਹੈ। ਉਸ ਤੋਂ ਇਲਾਵਾ ਰਾਜੇ ਹੋਰ ਕੀ ਸਕੀਮਾਂ ਨੇ? ਕੁਛ ਇੰਸਟੀਟਿਊਸ਼ਨਸ ਹੁੰਦੇ ਨੇ ਸਾਡੇ ਪ੍ਰਮੋਸ਼ਨ ਵਾਸਤੇ, ਮਤਲਬ EPFO, ASIC, ILO, ਇਹ ਕੁਛ ਇੰਸਟੀਟਿਊਸ਼ਨ ਨੇ, ਇਹਨਾਂ ਬਾਰੇ ਵੀ ਆਪਾਂ ਦੇਖ ਲੈਣਾ ਹੈਗਾ, ਠੀਕ ਹੈ। ਹੁਣ ਰਾਜੇ ਸੋਰਸਿਸ ਦੀ ਗੱਲ ਕਰੀਏ ਤਾਂ ਇਹ ਸਾਰੀਆਂ ਗਵਰਨਮੈਂਟ ਸਕੀਮ ਦਾ ਇੱਕੋ ਇੱਕ ਸੋਰਸ ਹੈ ਰਾਜੇ, ਵਿਜ਼ਨ IS। ਵਿਜ਼ਨ IS ਦਾ ਰਾਜੇ ਇੱਕ ਮੋਡਿਊਲ ਆਉਂਦਾ ਹੈ ਗਵਰਨਮੈਂਟ ਸਕੀਮਸ।
ਗਵਰਨਮੈਂਟ ਸਕੀਮਸ ਕਰਕੇ ਨਾਮ ਨਾਲ ਪੋਰਟਲ ਆਉਂਦਾ ਰਾਜੇ, ਇੱਕ ਪਬਲੀਕੇਸ਼ਨ ਆਉਂਦੀ ਇਹਨਾਂ ਦੀ, ਇੱਕ ਇਸ਼ੂ ਆਉਂਦਾ ਜਿਹਦੇ ਵਿੱਚ ਗਵਰਨਮੈਂਟ ਸਕੀਮਸ 2021 ਤੁਸੀਂ ਕੀ ਕਰਨਾ ਹੈ, ਵਿਜ਼ਨ IAS ਗਵਰਨਮੈਂਟ ਸਕੀਮ 2021 ਸਰਚ ਕਰਨਾ, ਤੁਹਾਡੇ ਕੋਲ ਡਾਕੂਮੈਂਟ PDF ਮਿਲ ਜੂਗੀ ਤੁਹਾਨੂੰ, ਜਿਹੜੀ ਕਿ ਫ੍ਰੀਲੀ ਅਵੇਲੇਬਲ ਹੈ ਇੰਟਰਨੈਟ ਦੇ ਉੱਪਰ, ਠੀਕ ਹੈ। ਤਾਂ ਇਹਦੇ ਵਿੱਚ ਸਾਰੀਆਂ ਗਵਰਨਮੈਂਟ ਸਕੀਮਸ ਕਵਰਡ ਨੇਗੀਆਂ, ਬਟ ਇੱਥੇ ਧਿਆਨ ਇਹ ਦੇਣਾ ਹੈ ਕਿ ਗਵਰਨਮੈਂਟ ਸਕੀਮ ਜਿਹੜੇ ਇਹਦੇ ਵਿੱਚ ਦਿੱਤੀਆਂ ਹੋਈਆਂ ਨੇ ਮਿਨਿਸਟਰੀ ਵਾਈਜ਼ ਦਿੱਤੀਆਂ ਹੋਈਆਂ ਨੇਗੀਆਂ, ਠੀਕ ਹੈ। ਵੀ ਐਜੂਕੇਸ਼ਨ ਮਿਨਿਸਟਰੀ ਦੀ ਕਿਹੜੀ ਸਕੀਮ ਹੈ, ਐਨਵਾਇਰਨਮੈਂਟ ਦੀ ਕਿਹੜੀ ਸਕੀਮ ਹੈ, ਮਿਨਿਸਟਰੀ ਆਫ ਕੰਜ਼ਿਊਮਰ ਅਫੇਅਰ ਦੀ ਕਿਹੜੀ ਸਕੀਮ ਹੈ, ਠੀਕ ਹੈ, ਕਾਮਰਸ ਮਿਨਿਸਟਰੀ ਕਿਹੜੀ ਸਕੀਮ ਹੈ। ਤਾਂ ਮਿਨਿਸਟਰੀ ਵਾਈਜ਼ ਸਕੀਮਾਂ ਡਿਵਾਈਡ ਕੀਤੀਆਂ ਹੋਈਆਂ ਨੇ। ਆਪਾਂ ਨੇ ਸਾਰੀਆਂ ਮਿਨਿਸਟਰੀਆਂ ਨਹੀਂ ਪੜ੍ਹਨੀਆਂ ਹੈਗੀਆਂ, ਕੁਛ ਮਿਨਿਸਟਰੀਜ਼ ਹੀ ਪੜ੍ਹਦੀਆਂ ਨੇ ਜਿਹੜੇ ਕਿ ਸਾਡੇ ਐਕਸਾਈਜ਼ ਵਾਸਤੇ ਇੰਪੋਰਟੈਂਟ ਹੈਗੀਆਂ। ਉਹ ਕਿਹੜੀਆਂ ਸਕੀਮਾਂ ਨੇ, ਉਹ ਕਿਹੜੀਆਂ ਮਿਨਿਸਟਰੀਆਂ ਰਾਜੇ ਮੈਂ ਦੱਸਦਾ। ਉਹ ਮਿਨਿਸਟਰੀਆਂ ਰਾਜੇ 3 ਨੇ ਸਿਰਫ, ਮਿਨਿਸਟਰੀ ਆਫ ਕਾਮਰਸ, ਮਿਨਿਸਟਰੀ ਆਫ MSME, ਮਿਨਿਸਟਰੀ ਆਫ ਲੇਬਰ, ਠੀਕ ਹੈ। ਇਹ 3 ਮਿਨਿਸਟਰੀਆਂ ਜਿਹੜੀਆਂ ਸਾਰੀਆਂ ਸਕੀਮਾਂ ਨੇ ਤੁਸੀਂ ਉਹ ਚੰਗੀ ਤਰ੍ਹਾਂ ਪੜ੍ਹ ਲੈਣੀਆਂ ਨੇਗੀਆਂ, ਠੀਕ ਹੈ, ਕਿਉਂਕਿ ਇਹਦੇ ਵਿੱਚ ਕੁਐਸਚਨ ਆਉਣ ਦੇ ਬਹੁਤ ਚਾਂਸਿਸ ਨੇ, ਠੀਕ ਹੈ, ਔਰ ਬਹੁਤ ਈਜ਼ੀਲੀ ਸਕੋਰ ਕਰ ਸਕਦੇ ਆਪਾਂ ਇਹਦੇ ਵਿੱਚ, ਇਹ ਟੌਪਿਕ ਦੇ ਵਿੱਚ, ਠੀਕ ਹੈ ਜੀ। ਇਹ ਸਾਰੀਆਂ ਸਕੀਮਾਂ ਵਾਲਾ ਪੋਰਸ਼ਨ ਸੀ ਰਾਜੇ, ਤੇ ਇਸ ਤੋਂ ਇਲਾਵਾ ਰਾਜੇ ਇਸ ਵਿੱਚ ਕੁਝ ਖਾਸ ਹੈ ਨਹੀਂਗਾ, ਠੀਕ ਹੈ। ਤਾਂ ਗਵਰਨਮੈਂਟ ਸਕੀਮ ਦਾ ਬਾਰ-ਬਾਰ ਰਾਜੇ ਮੈਂ ਸੋਰਸਿਸ ਜਿਹੜੇ ਦੱਸ ਰਿਹਾ ਤੁਸੀਂ ਨੋਟ ਕਰਦੇ ਜਾਓ, ਜਿਹੜੀ ਚੀਜ਼ ਮੈਂ ਜਿੱਥੇ ਕਹਿ ਰਿਹਾ ਤੁਸੀਂ ਕੋਸ਼ਿਸ਼ ਕਰਨੀ ਹੈ ਉੱਥੋਂ ਹੀ ਕਰਨੀ, ਠੀਕ ਹੈ, ਹੋਰ ਇੱਧਰ ਉੱਧਰ ਨਹੀਂ ਫਿਰਨਾ ਹੈਗਾ, ਟਾਈਮ ਘੱਟ ਹੈ ਤੇ ਚੀਜ਼ਾਂ ਜ਼ਿਆਦਾ ਕਵਰ ਕਰਨੀਆਂ ਨੇਗੀਆਂ, ਠੀਕ ਹੈ। ਨੈਕਸਟ ਗੱਲ ਕਰਦੇ ਰਾਜੇ, ਨੈਕਸਟ ਟੌਪਿਕ 'ਤੇ ਆ ਜਾਂਦੇ ਆਪਾਂ, ਇੰਡਸਟਰੀਅਲ ਲਾਜ਼ ਐਂਡ ਐਕਟਸ, ਠੀਕ ਹੈ ਜੀ। ਇੰਡਸਟਰੀਅਲ ਲਾਜ਼ ਐਂਡ ਐਕਟਸ, ਹੁਣ ਜਿਹੜਾ ਉੱਪਰ ਵਾਲਾ ਟੌਪਿਕ ਹੈ ਰਾਜੇ ਰੂਲਸ ਐਂਡ ਰੈਗੂਲੇਸ਼ਨ, ਇਹ ਕੋਈ ਸੈਪਰੇਟ ਤੋਂ ਨਹੀਂ ਪੜ੍ਹਨਾ ਹੈਗਾ ਸੀ, ਠੀਕ ਹੈ, ਕਿਉਂਕਿ ਜਿਹੜੇ ਲਾਜ਼ ਐਕਟਸ ਨੇ, ਕਾਨੂੰਨ ਨੇ ਜਿਹੜੇ, ਉਹਨਾਂ ਦੇ ਅੰਡਰ ਹੀ ਰੂਲਸ ਬਣਨਗੇ। ਪਹਿਲਾਂ ਕੋਈ ਕਾਨੂੰਨ ਬਣੂਗਾ ਫਿਰ ਉਹਦੇ ਅੰਡਰ ਹੀ ਰੂਲਸ ਬਣਨਗੇ ਨਾ, ਤਾਂ ਇਹ ਪਤਾ ਨਹੀਂ ਕਿਉਂ ਸੈਪਰੇਟ ਮੈਂਸ਼ਨ ਕੀਤਾ ਹੋਇਆ, ਮਤਲਬ ਪਤਾ ਨਹੀਂ ਕਿਵੇਂ ਸਿਲੇਬਸ ਬਣਾਉਂਦੇ ਨੇ, ਕੀ ਕਰਦੇ ਨੇ। ਤਾਂ ਦੇਖੋ ਜਦੋਂ ਲਾਜ਼ ਆ ਗਏ ਤਾਂ ਓਬਵੀਅਸਲੀ ਗੱਲ ਉਹਦੇ ਵਿੱਚ ਰੂਲਸ ਵੀ ਆ ਗਏ, ਤਾਂ ਇਹਨੂੰ ਸੈਪਰੇਟ ਪੜ੍ਹਨ ਦੀ ਲੋੜ ਨਹੀਂ ਹੈਗੀ ਕੋਈ, ਠੀਕ ਹੈ, ਵੀ ਅਸੀਂ ਸਰਚ ਕਰਨਾ ਹੈ ਵੀ ਰੂਲਸ ਕਿੱਥੋਂ ਪੜ੍ਹੀਏ, ਰੈਗੂਲੇਸ਼ਨ ਕਿੱਥੋਂ ਪੜ੍ਹੀਏ, ਨਹੀਂ ਸੈਪਰੇਟ ਨਹੀਂ, ਬਸ ਲਾਜ਼ ਐਕਟਸ ਪੜ੍ਹ ਲਿਓ, ਮੋਰ ਦੈਨ ਸਫੀਸ਼ੀਐਂਟ, ਉਹਦੇ ਵਿੱਚ ਇਹ ਚੀਜ਼ਾਂ ਕਵਰ ਹੋ ਜਾਣਗੀਆਂ, ਠੀਕ ਹੈ। ਹੁਣ ਆਪਾਂ ਪੜ੍ਹਦੇ ਹਾਂ ਲਾਜ਼ ਅਤੇ ਐਕਟਸ। ਬੇਸਿਕਲੀ ਰਾਜੇ 2 ਤਰ੍ਹਾਂ ਦੇ ਆਪਾਂ ਲਾਜ਼ ਦੇਖ ਸਕਦੇ ਹਾਂ ਇੰਡਸਟਰੀਜ਼ ਦੇ ਵਿੱਚ। ਇੱਕ ਤਾਂ ਦੇਖੋ ਪਿਓਰਲੀ ਲੇਬਰਸ ਦੇ ਨਾਲ ਕੰਸਰਨਡ, ਇੰਡਸਟਰੀਅਲ ਰਿਲੇਸ਼ਨ, ਲੇਬਰ ਦੀ ਸੋਸ਼ਲ ਸਿਕਿਉਰਿਟੀ ਬਾਰੇ, ਠੀਕ ਹੈ, ਇਹ ਜਾਂ ਕੁਛ। ਇੱਕ ਰਾਜੇ ਇੰਡਸਟਰੀਅਲ ਲਾਜ਼ ਸਿੰਪਲੀ, ਠੀਕ ਹੈ, ਜਿਵੇਂ ਕਿ ਆਪਣਾ ਐਕਸਪਲੋਸਿਵਸ ਐਕਟ ਹੋ ਗਿਆ ਹੈ, ਬੋਇਲਰਸ ਐਕਟ ਹੋ ਗਿਆ, ਠੀਕ ਹੈ। ਤਾਂ ਮਤਲਬ ਇਹ ਪਿਓਰਲੀ ਇੰਡਸਟਰੀ ਦੇ ਨਾਲ ਰਿਲੇਟਡ ਨੇ, ਠੀਕ ਹੈ। ਜਿਹੜਾ ਦੂਸਰਾ ਵਾਲਾ ਪੋਰਸ਼ਨ ਆਪਣਾ ਪਹਿਲਾ ਵਾਲਾ ਪੋਰਸ਼ਨ ਹੈ ਉਹ ਲੇਬਰ ਦੇ ਨਾਲ ਕੰਸਰਨਡ ਹੈ, ਠੀਕ ਹੈ। ਹੁਣ ਜਿਹੜੇ ਲੇਬਰ ਦੇ ਨਾਲ ਐਕਟਸ ਨੇ ਰਾਜੇ, ਉਹ ਲਗਭਗ 44 ਐਕਟ ਸੀਗੇ ਆਪਣੇ ਕੋਲ ਪਹਿਲਾਂ, ਬਟ ਹੁਣ ਇਹ 44 ਐਕਟਸ ਨੂੰ 4 ਲੇਬਰ ਕੋਡ ਦੇ ਵਿੱਚ ਅਸੀਂ ਮਤਲਬ ਕੀ ਹੈ ਇਕੱਠਾ ਕਰਤਾ, ਮਰਜ ਕਰਤਾ ਸਾਰਿਆਂ ਨੂੰ। ਮਤਲਬ ਪਹਿਲਾਂ ਇੰਨੇ ਐਕਟਸ ਜ਼ਿਆਦਾ ਸੀਗੇ, ਬੜੀ ਕਨਫਿਊਜ਼ਨ ਹੁੰਦੀ ਸੀ, ਹੁਣ ਅਸੀਂ ਸਿਰਫ 4 ਕੋਡ ਰੱਖੇ ਨੇ, ਠੀਕ ਹੈ। ਇਹ ਮਤਲਬ ਬਹੁਤ ਰੀਸੈਂਟ ਕਰੰਟ ਅਫੇਅਰ ਹੈਗਾ, ਕਾਫੀ ਜ਼ਿਆਦਾ ਇੰਪੋਰਟੈਂਟ ਹੈਗਾ, ਠੀਕ ਹੈ। ਤੇ 4 ਦੇ 4 ਕੋਡ ਨੇ ਜਿਹੜੇ ਨੈਕਸਟ ਸਲਾਈਡ ਦੇ ਵਿੱਚ ਹੈਗੇ ਨੇ ਸ਼ਾਇਦ, ਹਾਂਜੀ ਬਿਲਕੁਲ। ਤਾਂ ਕੋਡ ਔਨ ਵੇਜਿਸ, ਓਕੂਪੇਸ਼ਨਲ ਸੇਫਟੀ ਵੀ ਜਿਹੜੀ ਕੀ ਹੈ, ਜਦੋਂ ਵਰਕਰ ਕੰਮ ਕਰ ਰਹੇ ਨੇ ਉਹਨਾਂ ਦੀ ਸੇਫਟੀ ਹੈਗੀ, ਉਹਨਾਂ ਕੋਲ ਹੈਲਥ, ਉਹਨਾਂ ਦੀ ਕੰਡੀਸ਼ਨ ਵਧੀਆ ਨੇਗੇ। ਇੰਡਸਟਰੀਅਲ ਰਿਲੇਸ਼ਨਸ, ਸੋਸ਼ਲ ਸਿਕਿਉਰਿਟੀ, ਠੀਕ ਹੈ, ਵੀ ਉਹਨਾਂ ਕੋਲ ਜਿਹੜਾ ਕੀ ਹੈ ਅਗਰ ਬਿਮਾਰ ਹੁੰਦੇ ਨੇ ਤਾਂ ਉਹਨਾਂ ਕੋਲ ਕੋਈ ਸੇਫਟੀ ਹੈਗੀ ਹੈ ਕਿ ਨਹੀਂ ਹੈਗੀ। ਤਾਂ ਇਹ ਜਿਹੜਾ ਕੁਛ ਹੈ ਰਾਜੇ, ਇਹ ਸਾਰਾ ਕੁਛ ਇਹ ਲੇਬਰ ਕੋਡਸ ਦੇ ਵਿੱਚ ਆ ਜਾਂਦਾ, ਠੀਕ ਹੈ। ਤੇ ਚਾਰੇ ਲੇਬਰ ਕੋਡ ਬਹੁਤ ਇੰਪੋਰਟੈਂਟ ਨੇ, ਠੀਕ ਹੈ। ਇਹਦੇ ਵਿੱਚ ਇੱਕ ਚੀਜ਼ ਇੰਪੋਰਟੈਂਟ ਕੀ ਹੈ, ਹੁਣ ਮੈਂ ਤੁਹਾਨੂੰ ਦੱਸਿਆ ਸੀ ਵੀ 44 ਐਕਟ ਸੀਗੇ, ਕਾਨੂੰਨ ਸੀ, ਉਹਨਾਂ ਨੂੰ 4 ਦੇ ਵਿੱਚ ਕਨਵਰਟ ਕਰਤਾ, ਠੀਕ ਹੈ। ਤਾਂ ਕਿਹੜੇ ਕੋਡ ਦੇ ਵਿੱਚ ਕਿਹੜੇ ਐਕਟ ਮਰਜ ਕੀਤੇ ਨੇ, ਜਿਵੇਂ ਕੋਡ ਔਨ ਵੇਜਿਸ ਦੇ ਵਿੱਚ ਪੇਮੈਂਟ ਆਫ ਵੇਜਿਸ ਐਕਟ, ਮਿਨੀਮਮ ਵੇਜਿਸ ਐਕਟ, ਹੈ ਨਾ, ਇਕੁਅਲ ਰਿਮਨਰੇਸ਼ਨ ਐਕਟ, ਇਹ ਸਾਰੇ ਸਬਜ਼ਿਊਮ ਕਰਕੇ ਇੱਕ ਕੋਡ ਬਣਾਤਾ, ਠੀਕ ਹੈ। ਇਸੇ ਤਰ੍ਹਾਂ ਕਿਹੜੇ ਕੋਡ ਦੇ ਵਿੱਚ ਕਿਹੜੇ ਐਕਟ ਜਿਹੜੇ ਲਾਜ਼ ਨੇ ਉਹ ਮਰਜ ਕੀਤੇ ਨੇ, ਇਹ ਸਾਰੇ ਇੰਪੋਰਟੈਂਟ ਨੇ, ਤੁਸੀਂ ਇਹ ਯਾਦ ਕਰਨਾ ਅੱਛੀ ਤਰ੍ਹਾਂ, ਇਹ ਈਜ਼ੀਲੀ ਯਾਦ ਹੋ ਜਾਣਗੇ ਰਾਜੇ, ਠੀਕ ਹੈ, ਕੋਈ ਦਿੱਕਤ ਵਾਲੀ ਗੱਲ ਨਹੀਂ। ਜਦੋਂ ਪੜ੍ਹੋਗੇ ਤੁਹਾਨੂੰ ਪਤਾ ਲੱਗ ਜਾਏ ਵੀ ਹਾਂ ਕਿਹੜੀ ਚੀਜ਼ ਕਿਸੇ ਨਾਲ ਰਿਲੇਟ ਕਰ ਰਹੀ ਹੈ, ਤਾਂ ਯਾਦ ਕਰਨੇ ਸੌਖੇ ਨੇਗੇ, ਠੀਕ ਹੈ। ਅਗੇਨ ਰਾਜੀ ਇਹਦਾ ਸੋਰਸ ਕੀ ਹੈ, ਦੇਖੋ ਇਹਦਾ ਸੋਰਸ ਅਗੇਨ ਹੈਗਾ ਵਿਜ਼ਨ IAS, ਠੀਕ ਹੈ। ਚਲੋ ਮੈਂ ਦੱਸਦਾ ਇੱਕ ਵਾਰੀ। ਤੇ ਨੈਕਸਟ ਜਿਹੜੇ ਲਾਜ਼ ਨੇ ਰਾਜੇ IPR ਦੇ ਉੱਪਰ ਲਾਜ਼, ਇੰਟੈਲੈਕਚੁਅਲ ਪ੍ਰੋਪਰਟੀ ਰਾਈਟਸ, ਠੀਕ ਹੈ। ਇਹਦੇ ਵਿੱਚ ਕੀ ਆ ਜਾਂਦਾ ਰਾਜੇ, ਆਪਣੇ ਪੇਟੈਂਟਸ ਦੇ ਲਾਜ਼ ਆ ਜਾਂਦੇ ਨੇ, ਟ੍ਰੇਡਮਾਰਕ ਰਜਿਸਟਰੀ ਆ ਜਾਂਦੀ ਹੈ, ਜੀਓਗ੍ਰਾਫੀਕਲ ਇੰਡੀਕੇਟਰ ਆ ਜਾਂਦਾ, ਠੀਕ ਹੈ। ਇਹਨਾਂ ਦੋਨਾਂ ਦਾ ਰਾਜੇ ਕਾਮਨ ਸੋਰਸ ਹੈਗਾ ਵਿਜ਼ਨ IAS, ਠੀਕ ਹੈ। ਹੁਣ ਸਰਚ ਕਿਵੇਂ ਕਰਨਾ, ਅਗੇਨ ਟੌਪਿਕ ਦਾ ਨਾਮ ਐਡ ਕਰੋ, ਨਾਮ ਭਰੋ ਗੂਗਲ ਦੇ ਉੱਪਰ, ਤੇ ਨਾਲ ਭਰੋ ਵਿਜ਼ਨ IAS, ਤੁਹਾਡੇ ਕੋਲੇ ਸਾਰਾ ਮਟੀਰੀਅਲ ਕਵਰ ਆ ਜਾਏਗਾ, ਠੀਕ ਹੈ। IPR ਭਰੋ, ਵਿਜ਼ਨ IAS ਭਰੋ, ਤੁਹਾਡੇ ਕੋਲ ਮਟੀਰੀਅਲ ਆ ਜਾਏਗਾ, ਠੀਕ ਹੈ। ਟੌਪਿਕ ਦਾ ਨਾਮ ਵਿਜ਼ਨ IAS ਆ ਜਾਊਗਾ, ਠੀਕ ਹੈ। ਇਹ ਚੀਜ਼ ਆਪਾਂ ਕਰ ਰਹੇ ਵਿਜ਼ਨ IAS ਤੋਂ। ਇੱਕ ਜਿਹੜੀ ਹੋਰ ਚੀਜ਼ ਰਹਿ ਜਾਂਦੀ ਹੈ ਰਾਜੇ, ਉਹ ਆ ਜਾਂਦੀ ਹੈ, ਇਹ ਤਾਂ ਦੇਖੋ ਹੋ ਗਿਆ ਲੇਬਰ ਲਾਜ਼ ਵਾਲੇ। ਜਿਹੜਾ ਸੈਕਿੰਡ ਪੋਰਸ਼ਨ ਰਹਿ ਜਾਂਦਾ ਆਪਣਾ ਇੰਡਸਟਰੀਅਲ ਲਾਜ਼ ਵਾਲਾ, ਉਹਦਾ ਤੁਸੀਂ ਕੀ ਕਰਨਾ ਹੈ, ਗੂਗਲ ਦੇ ਉੱਪਰ ਸਰਚ ਕਰਨਾ ਹੈ ਲਿਸਟ ਆਫ ਇੰਡਸਟਰੀਅਲ ਲਾਜ਼, ਲਿਸਟ ਆਫ ਇੰਡਸਟਰੀਅਲ ਲਾਜ਼ ਸਰਚ ਕਰਨਾ ਤੁਸੀਂ, ਠੀਕ ਹੈ। ਤੁਹਾਡੇ ਕੋਲ ਇੱਕ ਲਿਸਟ ਖੁੱਲ ਜਾਏਗੀ, ਠੀਕ ਹੈ, ਜਿਹਦੇ ਵਿੱਚ ਕਿ ਡਿਫਰੈਂਟ ਲਾਜ਼ ਨੇ, ਜਿਵੇਂ ਕਿ ਆਪਾਂ ਮੈਂ ਦੱਸ ਰਿਹਾ ਐਕਸਪਲੋਸਿਵ ਐਕਟ, ਬੋਇਲਰਸ ਐਕਟ,
ਹੁਣ ਤੁਸੀਂ ਇਹ ਕੀ ਕਰਨਾ ਜੀ, ਇਹਦੇ ਐਕਟਸ ਨਹੀਂ ਪੜ੍ਹਨੇ ਹੈਗੇ, ਇਕੱਲਾ ਐਕਟਸ ਨਹੀਂ ਪੜ੍ਹਨੇ, ਤੁਸੀਂ ਜਸਟ ਕੀ ਕਰਨਾ, ਇਹ ਐਕਟਸ ਦੇ ਈਅਰਸ ਯਾਦ ਕਰਨੇ ਨੇ, ਸਾਲ ਯਾਦ ਕਰਨਾ ਵੀ ਐਕਸਪਲੋਸਿਵ ਐਕਟ ਕਿਹੜੇ ਸਾਲ ਦੇ ਵਿੱਚ ਆਇਆ ਸੀਗਾ, ਬੋਇਲਰਸ ਐਕਟ ਕਿਹੜੇ ਸਾਲ ਦੇ ਵਿੱਚ। ਅਗੇਨ ਇਹਦਾ ਰੀਜ਼ਨ ਕੀ ਹੈ ਰਾਜੇ, ਆਪਾਂ ਇਹ ਦੇਖਣਾ ਵੀ ਐਗਜ਼ਾਮੀਨਰ ਕੁਐਸਚਨ ਕਿੱਥੋਂ ਪੁੱਛ ਸਕਦਾ ਹੈ। ਹੁਣ ਐਗਜ਼ਾਮੀਨਰ ਕੀ ਇਕੱਲਾ ਐਕਟ ਖੋਲ੍ਹ ਕੇ ਕੁਐਸਚਨ ਬਣਾਊਗਾ ਵੀ ਬੋਇਲਰਸ ਐਕਟ ਖੋਲ੍ਹਣਾ ਮੈਂ ਇਹਦੇ ਵਿੱਚ ਕੁਐਸਚਨ ਬਣਾਵਾਂ, ਕੀ ਬਣਾਵਾਂ, ਨਹੀਂ ਇੱਦਾਂ ਨਹੀਂ ਹੈਗਾ, ਠੀਕ ਹੈ। ਉਹ ਬੜਾ ਉੱਪਰੋਂ ਕੁਐਸਚਨ ਬਣਾਏਗਾ, ਬਹੁਤ ਜ਼ਿਆਦਾ ਡੀਪ ਡਿਗ ਆਊਟ ਨਹੀਂ ਕਰਦਾ ਹੈਗਾ, ਔਰ ਉਹੀ ਆਪਣਾ ਪੜ੍ਹਨ ਦਾ ਵੀ ਤਰੀਕਾ ਹੋਣਾ ਚਾਹੀਦਾ, ਠੀਕ ਹੈ। ਹਮੇਸ਼ਾ ਐਗਜ਼ਾਮੀਨਰ ਦੇ ਪੁਆਇੰਟ ਆਫ ਵਿਊ ਤੋਂ ਸੋਚੋ ਵੀ ਕਿੱਥੋਂ ਕੁਐਸਚਨ ਬਣਾ ਸਕਦਾ ਹੈ, ਠੀਕ ਹੈ, ਸਿਰਫ ਉਹੀ ਚੀਜ਼ਾਂ ਪੜ੍ਹਨੀਆਂ ਹੁੰਦੀਆਂ ਨੇਗੀਆਂ, ਠੀਕ ਹੈ ਜੀ। ਤੇ ਇਹ ਤਾਂ ਗੱਲ ਸੀ ਰਾਜੇ ਸੈਂਟਰ ਦੇ ਲਾਅਸ ਦੀ, ਠੀਕ ਹੈ। ਹੁਣ ਗੱਲ ਕਰੀ ਪੰਜਾਬ ਦੀ, ਤਾਂ ਪੰਜਾਬ ਦਾ ਇੱਕ ਲਾਅ ਬਹੁਤ ਇੰਪੋਰਟੈਂਟ ਹੈ, ਰਾਈਟ ਟੂ ਬਿਜ਼ਨਸ ਐਕਟ 2020, ਕਿਉਂਕਿ ਰੀਸੈਂਟ ਕਰੰਟ ਅਫੇਅਰ ਵੀ ਹੈਗਾ, ਤੇ ਦੂਸਰਾ ਬਿਜ਼ਨਸ ਨੂੰ ਪ੍ਰਮੋਟ ਕਰਨ ਵਾਸਤੇ, ਠੀਕ ਹੈ, ਈਜ਼ ਆਫ ਡੂਇੰਗ ਬਿਜ਼ਨਸ ਨੂੰ ਪ੍ਰਮੋਟ ਕਰ ਰਿਹਾ, ਤਾਂ ਇਹ ਲਾਅ ਹੈ ਜਿਹੜਾ ਬਹੁਤ ਇੰਪੋਰਟੈਂਟ ਹੈ, ਠੀਕ ਹੈ। ਹੁਣ ਇਹਦਾ ਕੀ ਸੋਰਸ ਹੈ ਰਾਜੇ, ਇਹਦਾ ਸੋਰਸ ਹੈਗਾ ਰਾਜੇ ਮੁਨੀਸ਼ ਜਿੰਦਲ ਜੀ ਦਾ ਇੱਕ ਆਪਣੇ ਇੱਕ ਇਸ਼ੂ ਆਉਂਦੀ ਹੈਗੀ, ਮੁਨੀਸ਼ ਜਿੰਦਲ ਜਿਨ੍ਹਾਂ ਦੀ ਕਿ ਸਾਡਾ ਪੰਜਾਬ ਬੁੱਕ ਹੈਗੀ ਆ, ਉਹਨਾਂ ਦਾ ਹੀ ਇੱਕ ਇਸ਼ੂ ਹੈਗਾ 2020 ਰਿਵਿਊ 2020 ਰਿਵਿਊ, ਇਹ ਇੱਕ ਯੈਲੋ ਜੀ ਬੁੱਕ ਆਉਂਦੀ ਹੈ, ਠੀਕ ਹੈ। ਤਾਂ ਇਹਦੇ ਵਿੱਚ ਬੇਸਿਕਲੀ ਕਰੰਟ ਅਫੇਅਰ ਹੈਗਾ ਪਿਛਲੇ ਸਾਲ ਦਾ, ਬੇਸਿਕਲੀ ਇਹ PCS ਨੂੰ ਟਾਰਗੇਟ ਕਰਕੇ ਬਣਾਈ ਗਈ ਸੀ ਬੁੱਕ, ਠੀਕ ਹੈ। ਜਿਹੜਾ PCS ਦਾ ਆਪਣਾ ਐਗਜ਼ਾਮ ਹੋਇਆ ਸੀਗਾ ਹੁਣੀ ਥੋੜ੍ਹੇ ਦਿਨ ਹੋਇਆ ਰਿਜ਼ਲਟ ਆਏ ਨੂੰ, ਤਾਂ ਉਹਨੂੰ ਜਿਹੜਾ ਟਾਰਗੇਟ ਕਰਕੇ ਇਹ ਬੁੱਕ ਬਣਾਈ ਗਈ ਸੀ। ਤਾਂ ਇਹਦੇ ਵਿੱਚ ਬੇਸਿਕਲੀ ਕਰੰਟ ਅਫੇਅਰ ਦਿੱਤੇ ਗਏ ਨੇ ਸਾਰੇ, ਠੀਕ ਹੈ, ਪਿਛਲੇ ਸਾਲ ਦੇ, ਅਤੇ ਕਾਫੀ ਇੰਪੋਰਟੈਂਟ ਹੈ। ਉਹਦੇ ਵਿੱਚ ਇਹ ਜਿਹੜੇ ਐਕਟਸ ਨੇਗੇ, ਰਾਈਟ ਟੂ ਬਿਜ਼ਨਸ ਐਕਟ, ਇਹ ਸਾਰਾ ਕੁਝ ਕਵਰ ਹੋ ਜਾਊਗਾ। ਇਸ ਤੋਂ ਇਲਾਵਾ ਜੀ ਇਸ ਬੁੱਕ ਦੇ ਵਿੱਚ ਜਿਹੜੇ ਸਾਡੇ 3 ਫਾਰਮ ਲੋਸ ਨੇ ਉਹਦੇ ਬਾਰੇ ਵੀ ਥੋੜ੍ਹਾ ਦਿੱਤਾ ਹੋਇਆ ਹੈਗਾ, ਠੀਕ ਹੈ। 3 ਫਾਰਮ ਲੋਸ ਬਾਰੇ ਵੀ, ਅਤੇ ਉਸ ਤੋਂ ਬਾਅਦ ਜਿਹੜੇ ਪੰਜਾਬ ਅਸੈਂਬਲੀ ਨੇ, ਦੇਖੋ ਇਹ 3 ਫਾਰਮ ਲੋਸ ਕਿਹਨੇ ਬਣਾਏ, ਪਾਰਲੀਮੈਂਟ ਨੇ ਬਣਾਏ। ਇਸ ਤੋਂ ਬਾਅਦ ਪੰਜਾਬ ਅਸੈਂਬਲੀ ਨੇ ਵੀ ਕੁਝ ਅਮੈਂਡਮੈਂਟਸ ਕੀਤੀਆਂ ਸੀ ਇਸ ਲਾਅਸ ਦੇ ਵਿੱਚ, ਠੀਕ ਹੈ, ਆਪਣੇ ਲੈਵਲ ਦੇ ਉੱਪਰ, ਪੰਜਾਬ ਦੇ ਲੈਵਲ ਦੇ ਉੱਪਰ। ਤਾਂ ਇਹ ਅਮੈਂਡਮੈਂਟਸ ਬਾਰੇ ਵੀ ਇਸ ਬੁੱਕ ਦੇ ਵਿੱਚ, ਇਸ ਇਸ਼ੂ ਦੇ ਵਿੱਚ ਦਿੱਤਾ ਹੋਇਆ ਥੋੜ੍ਹਾ ਬਹੁਤ। ਤਾਂ ਬੈਟਰ ਹੈ ਤੁਸੀਂ ਇਹ ਦੇਖ ਲਓ, ਇਹ ਅਗਰ ਮਤਲਬ ਤੁਹਾਨੂੰ ਈਜ਼ੀਲੀ ਅਵੇਲੇਬਲ ਹੁੰਦੀ ਹੈ ਕਿਤੋਂ ਤਾਂ ਦੇਖ ਲਓ, ਬਟ ਕੋਈ ਜ਼ਿਆਦਾ ਇੰਪੋਰਟੈਂਟ ਤਾਂ ਨਹੀਂ ਹੈਗੀ, ਬਟ ਅਗਰ ਹੁੰਦੀ ਹੈ ਤਾਂ ਅੱਛੀ ਗੱਲ ਹੈ, ਠੀਕ ਹੈ। ਤਾਂ ਪੈਸੇ ਬਾਰੇ ਨੂੰ ਸੋਚੋ, ਬਟ ਜਦ ਐਕਸੈਸੀਬਲ ਹੈਗੀ ਤਾਂ ਖਰੀਦ ਲਿਓ ਉਹਨੂੰ, ਠੀਕ ਹੈ। ਅਗਰ ਐਕਸੈਸੀਬਲ ਨਹੀਂ ਹੈਗੀ ਫਿਰ ਅਲੱਗ ਗੱਲ ਹੈ ਵੀ ਤੁਸੀਂ ਨਹੀਂ ਖਰੀਦ ਸਕਦੇ ਕਿਤੇ ਜਾ ਕੇ। ਅਗਰ ਖਰੀਦ ਪਾਉਂਦੇ ਹੋ ਤਾਂ ਪੈਸੇ ਬਾਰੇ ਨਹੀਂ ਸੋਚਣਾ ਵੀ ਪੈਸੇ ਲੱਗ ਰਹੇ ਨਹੀਂ, ਉਹ ਕੋਈ ਗੱਲ ਨਹੀਂ ਹੈਗੀ, ਠੀਕ ਹੈ। ਤਾਂ ਤੁਸੀਂ ਬਾਏ ਕਰ ਸਕਦੇ ਹੋ ਇਸ ਚੀਜ਼ ਨੂੰ। ਚਲੋ ਇਸ ਤੋਂ ਇਲਾਵਾ ਜੀ ਇੱਕ ਹੋਰ ਵੈਬਸਾਈਟ ਹੈਗੀ ਹੈ PRS, ਠੀਕ ਹੈ। ਹੁਣ ਇਹ ਮੈਂ ਹਰੇਕ ਨੂੰ ਰეკਮੈਂਡ ਨਹੀਂ ਕਰਾਂਗਾ, ਹਰੇਕ ਨੇ ਨਹੀਂ ਪੜ੍ਹਨਾ, ਬਟ ਅਗਰ ਤੁਹਾਡੇ ਕੋਲ ਟਾਈਮ ਹੈਗਾ ਤਾਂ ਦੇਖ ਸਕਦੇ ਹੋ। ਇਹ PRS ਵੈਬਸਾਈਟ ਹੈ ਰਾਜੇ, ਇਹਦੇ ਵਿੱਚ ਕੀ ਸਾਰੇ ਯੂਨੀਅਨ ਦੇ ਅਤੇ ਸਟੇਟ ਦੇ ਐਕਟਸ ਲਿਖੇ ਹੋਏ ਨੇ। ਇਹ ਬਟਨ ਹੈ ਜਿਹੜਾ, ਬਟਨ ਖੋਲੂਗਾ, ਇਹਦੇ ਵਿੱਚ ਪਾਰਲੀਮੈਂਟ ਦੇ ਐਕਟ, ਸਟੇਟ ਦੇ ਐਕਟ ਆ ਜਾਊਗਾ। ਤੁਸੀਂ ਸਟੇਟ ਦੇ ਐਕਟ ਸਿਲੈਕਟ ਕਰੋਗੇ, ਉਹਦੇ ਵਿੱਚ ਜਾ ਕੇ ਪੰਜਾਬ ਭਰੋਗੇ, ਤਾਂ ਹੁਣ ਪੰਜਾਬ ਦੇ ਜਿਹੜੇ ਰੀਸੈਂਟ ਐਕਟ ਹੋਏ ਨੇ ਰਾਜੇ ਐਡ, ਉਹ ਤੁਹਾਡੇ ਕੋਲ ਸ਼ੋਅ ਹੋ ਜਾਣਗੇ, ਠੀਕ ਹੈ। ਕੰਟਰੈਕਟ ਲੇਬਰ ਐਕਟ, ਫੈਕਟਰੀਜ਼ ਐਕਟ, ਇੰਡਸਟਰੀਅਲ ਡਿਸਪਿਊਟਸ ਐਕਟ, ਠੀਕ ਹੈ, ਇਹ ਸਾਰੇ ਕੁਛ। ਤਾਂ ਹੁਣ ਇਹ ਅਗੇਨ ਐਕਟ ਪੜ੍ਹਨਾ ਸੌਖਾ ਨਹੀਂ ਹੁੰਦਾ ਰਾਜੇ, ਇੱਕ ਐਕਟ ਦੇ ਵਿੱਚ 50 ਪੇਜਿਸ ਹੋ ਸਕਦੇ ਨੇ। ਤਾਂ ਮੈਂ ਜ਼ਿਆਦਾ ਰਿਕਮੈਂਡ ਤਾਂ ਨਹੀਂ ਕਰਾਂਗਾ ਇਸ ਚੀਜ਼ ਨੂੰ, ਬਟ ਕਦੇ ਤੁਸੀਂ ਅਗਰ ਰੈਫਰ ਕਰਨਾ ਹੈ, ਕੋਈ ਕਨਫਿਊਜ਼ਨ ਹੁੰਦੀ ਹੈ ਕੋਈ ਰੈਫਰੈਂਸ ਵਾਸਤੇ, ਤੁਸੀਂ ਇਹਨੂੰ ਰੈਫਰ ਕਰ ਸਕਦੇ ਹੋ, ਠੀਕ ਹੈ। ਪੜ੍ਹਨ ਵਾਸਤੇ ਇੰਪੋਰਟੈਂਟ ਨਹੀਂ ਹੈਗਾ ਇਹ, ਜਸਟ ਰੈਫਰੈਂਸ ਵਾਸਤੇ ਵੀ ਕੋਈ ਕਨਫਿਊਜ਼ਨ ਹੈਗੀ ਹੈ ਵੀ ਇਹ ਜਿਹੜਾ ਐਕਟ ਹੈ ਇਹਦੇ ਵਿੱਚ ਕੀ ਚੀਜ਼ ਦਿੱਤੀ ਗਈ ਸੀਗੀ, ਤਾਂ ਇਹਨੂੰ ਤੁਸੀਂ ਕਨਫਰਮ ਕਰ ਸਕਦੇ ਹੋ, ਰੈਫਰ ਕਰ ਸਕਦੇ ਹੋ ਇਹਦੇ ਨਾਲ, ਠੀਕ ਹੈ। ਇਹ ਚੀਜ਼ ਹੈਗੀ ਆ। ਆਪਾਂ ਕੀ ਪੜ੍ਹ ਰਹੇ ਹਾਂ ਜੀ, ਇੰਡਸਟਰੀਅਲ ਐਕਟਸ ਪੜ੍ਹ ਰਹੇ ਹਾਂ, ਇੰਡਸਟਰੀਅਲ ਕਾਨੂੰਨ ਪੜ੍ਹ ਰਹੇ ਹਾਂ, ਜਿਹੜੇ ਕਿ ਅਸੀਂ ਆਪਣਾ ਪੰਜਾਬ ਅਸੈਂਬਲੀ ਜਾਂ ਫਿਰ ਆਪਣੀ ਪਾਰਲੀਮੈਂਟ ਲੈ ਕੇ ਆ ਰਹੀ ਹੈ, ਠੀਕ ਹੈ। ਇਹ ਚੀਜ਼ ਪੜ੍ਹ ਰਹੇ ਆਪਾਂ, ਅਤੇ ਇਹਦੇ ਵਿੱਚ ਮੈਂ ਤੁਹਾਨੂੰ ਦੱਸ ਰਿਹਾ ਜਿਹੜੇ ਰੂਲਸ ਐਂਡ ਰੈਗੂਲੇਸ਼ਨ ਵਾਲਾ ਪੋਰਸ਼ਨ ਵੀ ਕਵਰ ਹੋ ਰਹੇਗਾ, ਠੀਕ ਹੈ। ਰੂਲਸ ਐਂਡ ਰੈਗੂਲੇਸ਼ਨ ਉਹ ਕੋਈ ਅਲੱਗ ਤੋਂ ਪੜ੍ਹਨ ਦੀ ਲੋੜ ਨਹੀਂ ਹੈਗੀ। ਨੈਕਸਟ ਜਿਹੜਾ ਲਾਸਟ ਟੋਪਿਕ ਆਪਣਾ ਰਾਜੇ ਰਜਿਸਟ੍ਰੇਸ਼ਨ ਪ੍ਰੋਸੀਜਰ ਆਫ MSME ਦਾ ਰਜਿਸਟ੍ਰੇਸ਼ਨ ਪ੍ਰੋਸੀਜਰ ਹੈਗਾ, ਠੀਕ ਹੈ। ਹੁਣ ਜੇ ਦੇਖੋ ਟੋਪਿਕ ਪੜ੍ਹ ਕੇ ਥੋੜ੍ਹਾ ਜਿਹਾ ਹਾਸਾ ਜਿਹਾ ਤਾਂ ਆਉਂਦਾ ਵੀ ਕੀ ਪ੍ਰੋਸੀਜਰ ਪੁੱਛ ਰਹੇ ਨੇ ਆਪਣੇ ਤੋਂ, ਵੀ ਪਹਿਲਾਂ ਕਿਹੜਾ ਵੈਬਸਾਈਟ ਖੋਲ੍ਹੀਏ, ਕਿੱਥੇ ਜਾਈਏ, ਅਸੀਂ ਕਿਵੇਂ ਕਰੀਏ, ਕੀ ਇਹ ਪੁੱਛਣਾ ਚਾਹ ਰਹੇ ਨੇ ਉਹ, ਠੀਕ ਹੈ। ਤਾਂ ਥੋੜ੍ਹਾ ਜਿਹਾ ਚਲੋ ਦੇਖਦੇ ਆਪਾਂ ਕੀ ਕਹਿੰਦੇ ਨੇ ਇਹ। ਪਹਿਲੀ ਗੱਲ ਤਾਂ ਦੇਖੋ MSME ਦੀ ਡੈਫੀਨੇਸ਼ਨ ਵਗੈਰਾ ਪਤਾ ਹੋਣੀ ਚਾਹੀਦੀ ਆਪਾਂ ਨੂੰ, ਠੀਕ ਹੈ। MSME ਕੀ ਹੁੰਦੀ ਹੈ, ਇਹਦੀ ਕੁਛ ਡੈਫੀਨੇਸ਼ਨ ਹੈ ਰਾਜੇ। ਮਾਈਕਰੋ ਅਲੱਗ ਹੁੰਦੀ ਹੈ, ਸਮੋਲ ਅਲੱਗ ਹੁੰਦੀ ਹੈ, ਮੀਡੀਅਮ ਅਲੱਗ ਹੁੰਦੀ ਹੈ, ਠੀਕ ਹੈ। ਵੀ ਕਿਸੇ ਦਾ ਟਰਨਓਵਰ 5 ਕਰੋੜ ਦਾ, ਕਿਸੇ ਦਾ 10 ਕਰੋੜ ਦਾ, ਕਿਸੇ ਦਾ 100 ਕਰੋੜ ਦਾ, ਠੀਕ ਹੈ। ਤਾਂ ਇਸ ਬੇਸ ਦੇ ਉੱਪਰ ਕੀ ਹੈ ਜਿਹੜੀ ਕਲਾਸੀਫਿਕੇਸ਼ਨ ਹੁੰਦੀ ਹੈਗੀ ਹੈ, ਠੀਕ ਹੈ। ਤਾਂ ਡੈਫੀਨੇਸ਼ਨ ਜ਼ਰੂਰੀ ਹੈਗੀ ਹੈ ਵੀ ਕਿਹਨੂੰ ਮਾਈਕਰੋ ਕਹਿੰਦੇ, ਕਿਹਨੂੰ ਸਮੋਲ ਕਹਿੰਦੇ, ਕਿਹਨੂੰ ਮੀਡੀਅਮ ਕਹਿੰਦੇ ਆ, ਠੀਕ ਹੈ। ਅਗੇਨ ਕਿਉਂ ਇੰਪੋਰਟੈਂਟ ਹੈ, ਕਿਉਂਕਿ ਇੱਥੋਂ ਕੁਐਸਚਨ ਬਣਾਉਣਾ ਸੌਖਾ ਹੈਗਾ ਰਾਜੇ, ਐਗਜ਼ਾਮੀਨਰ ਨੂੰ ਈਜ਼ੀ ਹੈਗਾ ਇੱਥੋਂ ਕੁਐਸਚਨ ਬਣਾਉਣਾ, ਠੀਕ ਹੈ। ਹੋਰ ਰਾਜੇ MSME ਦੀ ਕੰਟਰੀਬਿਊਸ਼ਨ ਕੀ ਹੈ, MSME ਦੀ ਕੰਟਰੀਬਿਊਸ਼ਨ ਕਾਹਦੇ ਵਿੱਚ, ਕੰਟਰੀਬਿਊਸ਼ਨ ਆਪਣੀ GDP ਦੇ ਵਿੱਚ, ਆਪਣੀ ਐਮਪਲੋਇਮੈਂਟ ਦੇ ਵਿੱਚ, ਕਿੰਨੇ ਲੋਕਾਂ ਨੂੰ ਰੁਜ਼ਗਾਰ ਦਿੰਦਾ ਹੈ ਦੇਸ਼ ਦੇ ਵਿੱਚ, ਕਿੰਨੀ ਕੰਟਰੀਬਿਊਸ਼ਨ ਹੈ ਇਹਦੀ ਐਕਸਪੋਰਟਸ ਦੇ ਵਿੱਚ, ਠੀਕ ਹੈ। ਟੋਟਲ ਐਕਸਪੋਰਟ ਦੇ ਵਿੱਚੋਂ MSME ਕਿੰਨੀ ਐਕਸਪੋਰਟ ਕਰਦੀਆਂ ਨੇ, ਤਾਂ ਕਾਫੀ ਇੰਪੋਰਟੈਂਟ ਡਾਟਾ ਹੈਗਾ ਰਾਜੇ। ਅਗੇਨ ਮੈਂ ਤੁਹਾਨੂੰ ਦੱਸਦਾ ਸੋਰਸ ਕਿੱਥੋਂ ਕਰਨਾ ਇਹ, ਠੀਕ ਹੈ। ਸਕੀਮਸ, MSME ਸਕੀਮਸ ਬਹੁਤ ਜ਼ਿਆਦਾ ਇੰਪੋਰਟੈਂਟ ਨੇ, ਠੀਕ ਹੈ। MSME ਸੰਬੰਧ ਜਿਵੇਂ ਸਕੀਮ ਹੈ ਇੱਕ MSME ਸੰਬੰਧ, ਠੀਕ ਹੈ। ਇਹ ਕੁਝ ਸਕੀਮਸ ਨੇ ਰਾਜੇ MSME ਦੀਆਂ, ਠੀਕ ਹੈ। ਅਗੇਨ ਪਹਿਲਾਂ ਵੀ ਆਪਾਂ ਕਰ ਚੁੱਕੇ ਹਾਂ ਇਹ ਸਕੀਮ ਦੇ ਵਿੱਚ, ਜਦੋਂ ਮੈਂ ਤੁਹਾਨੂੰ ਦੱਸਿਆ ਸੀ 3 ਮਿਨਿਸਟਰੀਆਂ ਸੀਗੀਆਂ, ਉਹਦੇ ਵਿੱਚ ਇੱਕ ਮਿਨਿਸਟਰੀ ਸੀਗੀ MSME ਵਾਲੀ, ਤਾਂ ਉਹਦੇ ਵਿੱਚ ਥੋੜ੍ਹੀਆਂ ਸਕੀਮਾਂ ਇਹਦੇ ਵਿੱਚੋਂ ਕਵਰ ਹੋ ਜਾਣਗੀਆਂ, ਠੀਕ ਹੈ।
ਹੁਣ ਅਗੇਨ ਰਾਜੇ ਇਹਦਾ ਸੋਰਸ ਕੀ ਬਣੂਗਾ ਆਪਣਾ, ਇਹਦਾ ਸੋਰਸ ਬਣੂਗਾ ਰਾਜੇ ਇਨਵੈਸਟ ਪੰਜਾਬ ਵਾਲਾ ਹੀ ਪੋਰਟਲ, ਜਿਹੜਾ ਪਹਿਲਾਂ ਵੀ ਦੱਸਿਆ ਮੈਂ ਤੁਹਾਨੂੰ, ਇਨਵੈਸਟ ਪੰਜਾਬ ਵਾਲੀ ਵੈਬਸਾਈਟ ਹੈ ਜਿਹੜੀ, ਉਹਦੇ ਵਿੱਚ ਤੁਹਾਨੂੰ ਇੱਕ ਬਟਨ ਮਿਲ ਜਾਏਗਾ, ਠੀਕ ਹੈ, ਜਿਹੜਾ ਮੈਂ ਤੁਹਾਨੂੰ ਦੱਸਿਆ ਫੋਕਸ ਸੈਕਟਰ, ਇਹਦੇ ਵਿੱਚ MSME ਇੱਕ ਬਟਨ ਮਿਲ ਜਾਏਗਾ। ਇਹ 30-35 ਪੇਜਾਂ ਦੀ PDF ਹੈ ਰਾਜੇ, ਠੀਕ ਹੈ। ਇਹ ਤੁਸੀਂ ਇੱਕ ਵਾਰੀ ਬਰੀਫ ਜਾਂ ਓਵਰਵਿਊ ਲੈ ਲੈਣਾ, ਇਹਦੇ ਵਿੱਚ MSME ਦੀ ਡੈਫੀਨੇਸ਼ਨ ਹੈ, MSME ਦੀ ਕੰਟਰੀਬਿਊਸ਼ਨ, ਇਹ ਸਾਰਾ ਕੁਝ ਇਹਦੇ ਵਿੱਚ ਕਲੀਅਰ ਕੀਤਾ ਹੋਏਗਾ, ਠੀਕ ਹੈ। ਤੇ ਪੰਜਾਬ ਦਾ ਹੀ ਹੈਗਾ, ਤਾਂ ਕਰਕੇ ਪੰਜਾਬ ਦੇ ਪੇਪਰ ਵਾਸਤੇ ਵੀ ਕਾਫੀ ਠੀਕ ਹੈ, ਠੀਕ ਹੈ। ਤੇ ਅਗਰ ਇਹ ਵੀ ਨਹੀਂ ਕਰਨਾ ਤਾਂ ਫਿਰ ਅਗੇਨ ਵਿਜ਼ਨ IAS ਹੈ ਹੀ ਗਿਆ, ਠੀਕ ਹੈ, ਵਿਜ਼ਨ IAS ਅਗੇਨ ਹੈ ਹੀ ਗਿਆ, MSME ਭਰੋ ਫਿਰ ਨਾਲ ਭਰੋ ਵਿਜ਼ਨ IAS, ਤੁਹਾਡੇ ਕੋਲ ਸਾਰਾ ਮਟੀਰੀਅਲ ਖੁੱਲ੍ਹ ਜਾਏਗਾ, ਠੀਕ ਹੈ ਜੀ। ਇਹ ਰਾਜੇ ਹੁਣ ਦੇਖੋ ਜੇ ਆਪਾਂ ਗੱਲ ਕਰੀਏ ਰਜਿਸਟ੍ਰੇਸ਼ਨ ਪ੍ਰੋਸੀਜਰ ਦੀ, ਹੁਣ ਜਿਹੜਾ ਕੁਐਸਚਨ ਸਿਲੇਬਸ ਪੁੱਛ ਰਿਹਾ ਆਪਾਂ ਨੂੰ ਉਹਦੇ ਬਾਰੇ ਵੀ ਗੱਲ ਕਰਨੀ ਤਾਂ ਪਏਗੀ ਇੱਕ ਵਾਰੀ, ਠੀਕ ਹੈ, ਰਜਿਸਟ੍ਰੇਸ਼ਨ ਪ੍ਰੋਸੀਜਰ ਬਾਰੇ। ਤਾਂ ਇਹਦੇ ਵਿੱਚ ਕੀ ਹੈ ਰਾਜੇ, ਬੇਸਿਕਲੀ ਮਤਲਬ ਕੀ ਦੇਖ ਸਕਦੇ ਹੁਣ ਅਗੇਨ ਆਪਾਂ ਉਹ ਚੀਜ਼ ਤਾਂ ਨਹੀਂ ਕਰਨੀ ਹੈਗੀ ਵੀ ਪਹਿਲਾਂ ਕਿਹੜਾ ਬਟਨ ਦੱਬਣਾ ਹੈ ਫਿਰ ਕਿਹੜਾ ਬਟਨ ਦੱਬਣਾ ਹੈ। ਦੇਖੋ ਪ੍ਰੋਸੀਜਰ ਤਾਂ ਉਹੀ ਕਹਿੰਦਾ ਹੈ, ਪ੍ਰੋਸੀਜਰ ਤਾਂ ਉਹੀ ਹੁੰਦਾ ਵੀ ਕਿਵੇਂ ਪ੍ਰੋਸੈਸ ਕਰਨਾ ਆਪਣੇ, ਤਾਂ ਬਟ ਉਹ ਚੀਜ਼ ਨਹੀਂ, ਕਿਉਂਕਿ ਇਹਦੇ ਵਿੱਚ ਕੁਐਸਚਨ ਕੀ ਪੁੱਛੂਗਾ ਐਗਜ਼ਾਮੀਨਰ, ਤੁਸੀਂ ਸੋਚੋ ਵੀ ਪਹਿਲਾਂ ਕਿਹੜਾ ਬਟਨ ਦੱਬਣਾ, ਇਹ ਕੁਐਸਚਨ ਪੁੱਛੂਗਾ ਨਹੀਂ, ਇਹ ਜਿਹਾ ਕੁਐਸਚਨ ਕਿਵੇਂ ਪੁੱਛ ਸਕਦਾ। ਤਾਂ ਆਪਾਂ ਦੇਖਣਾ ਹੈ ਵੀ ਇਸ ਟੌਪਿਕ ਦੇ ਅੰਡਰ ਰਹਿੰਦੇ ਕਿਹੜਾ ਕੁਐਸਚਨ ਐਗਜ਼ਾਮੀਨਰ ਪੁੱਛ ਸਕਦਾ, ਠੀਕ ਹੈ, ਇਹ ਚੀਜ਼ ਆਪਾਂ ਨੇ ਐਨਾਲਾਈਜ਼ ਕਰਨੀ ਹੈ। ਤਾਂ ਪਹਿਲੀ ਗੱਲ ਤਾਂ ਰਾਜੇ ਕੁਐਸਚਨ ਇਹੀ ਬਣ ਸਕਦਾ ਹੈ ਵੀ ਰਜਿਸਟ੍ਰੇਸ਼ਨ MSME ਦੀ ਕਿੱਥੇ ਹੋਊਗੀ, ਤਾਂ ਓਬਵੀਅਸ ਹੀ ਗੱਲ ਹੈ MSME ਦੀ ਵੈਬਸਾਈਟ ਦੇ ਉੱਪਰ, ਠੀਕ ਹੈ। ਇਹ ਜਿਹੜੀ ਵੈਬਸਾਈਟ ਹੈ ਰਾਜੇ MSME ਦੀ, ਇੱਥੇ ਹੀ ਰਜਿਸਟ੍ਰੇਸ਼ਨ ਹੋਊਗੀ MSME ਦੀ, ਠੀਕ ਹੈ। ਇਹ ਇੱਕ ਕੁਐਸਚਨ ਬਣਦਾ, ਠੀਕ ਹੈ। ਆਪਾਂ ਕੀ ਐਨਾਲਾਈਜ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਵੀ ਕਿੱਥੋਂ ਕੁਐਸਚਨ ਬਣ ਸਕਦਾ ਹੈ, ਠੀਕ ਹੈ। ਤਾਂ ਇੱਥੋਂ ਕੁਐਸਚਨ ਬਣ ਸਕਦਾ ਡੈਫੀਨੇਟਲੀ। ਇਸ ਵੈਬਸਾਈਟ ਦੇ ਅਗਰ ਤੁਸੀਂ ਨੀਚੇ ਜਾਓਗੇ ਬੋਟਮ ਮੋਸਟ 'ਤੇ, ਤਾਂ ਇੱਕ ਬਟਨ ਹੈਗਾ ਰਾਜੇ ਜਿਹਦੇ ਵਿੱਚ ਰਜਿਸਟ੍ਰੇਸ਼ਨ ਲਿਖਿਆ ਹੋਇਆ ਹੈ, ਠੀਕ ਹੈ। ਤਾਂ ਇਹ ਵਾਲਾ ਜਿਹੜਾ ਤੁਹਾਡੇ ਕੋਲ ਇੱਕ ਵਿੰਡੋ ਨਵੀਂ ਖੁੱਲ੍ਹ ਜਾਏਗੀ, ਠੀਕ ਹੈ। ਇਹਦੇ ਵਿੱਚ ਕੀ ਹੈ ਰਾਜੇ, ਦੇਖੋ ਹੁਣ ਆਪਾਂ ਡਿਡਿਊਸ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਪਹਿਲੀ ਗੱਲ ਤਾਂ ਦੇਖੋ ਦਿਸ ਇਜ਼ ਦਾ ਓਨਲੀ ਗਵਰਨਮੈਂਟ ਪੋਰਟਲ ਫੋਰ MSME ਰਜਿਸਟ੍ਰੇਸ਼ਨ। ਤਾਂ ਕੁਐਸਚਨ ਕੀ ਆ ਸਕਦਾ ਰਾਜੇ ਵੀ ਕਿੱਥੋਂ ਤੁਸੀਂ ਰਜਿਸਟਰ ਕਰ ਸਕਦੇ ਹੋ, ਤਾਂ ਸਿਰਫ ਔਰ ਸਿਰਫ ਓਨਲੀ MSME ਦੀ ਜਿਹੜੀ ਵੈਬਸਾਈਟ ਹੈਗੀ ਆ ਉੱਥੇ ਹੀ ਰਜਿਸਟਰ ਕਰ ਸਕਦੇ ਹੋ, ਠੀਕ ਹੈ। ਦੂਜਾ ਕੀ ਹੈ ਰਾਜੇ, MSME ਰਜਿਸਟ੍ਰੇਸ਼ਨ ਉਸ ਦੀ ਉਦਯਮ ਰਜਿਸਟ੍ਰੇਸ਼ਨ ਵੀ ਕਹਿ ਦਿੰਦੇ ਆ, ਠੀਕ ਹੈ। ਇਹ ਵੀ ਕੁਐਸਚਨ ਬਣ ਸਕਦਾ ਹੈ ਵੀ ਉਦਯਮ ਰਜਿਸਟ੍ਰੇਸ਼ਨ ਕੀ ਹੁੰਦੀ ਹੈ, ਠੀਕ ਹੈ। ਉਹ ਪੁੱਛਣਗੇ ਵੀ ਕਾਰਪੋਰੇਟ ਦੀ, ਹਾਊਸਿਸ ਦੀ, ਇਹਦੀ ਉਹਦੀ MSME ਰਜਿਸਟ੍ਰੇਸ਼ਨ, ਤਾਂ ਆਪਣਾ ਆਨਸਰ ਆਊਗਾ ਰਾਜੇ MSME ਰਜਿਸਟ੍ਰੇਸ਼ਨ, ਕਿਉਂਕਿ ਇਹ ਦੋਨੋਂ ਚੀਜ਼ਾਂ ਸੇਮ ਹੀ ਨੇਗੀਆਂ। ਆਪਾਂ ਕੀ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕੁਐਸਚਨ ਕਿੱਥੋਂ ਬਣ ਸਕਦਾ, ਬੇਸਿਕਲੀ ਉਹੀ ਚੀਜ਼ ਬਾਰ-ਬਾਰ ਮੈਂ ਰਿਪੀਟ ਕਰ ਰਿਹਾ, ਠੀਕ ਹੈ। ਟ੍ਰੈਡਸ ਦੀ ਫੁੱਲ ਫਾਰਮ ਜ਼ਰੂਰ ਦੇਖ ਲੈਣਾ ਰਾਜੇ, ਟ੍ਰੈਡਸ ਕਾਫੀ ਇੰਪੋਰਟੈਂਟ ਵਰਡ ਹੈ, ਇਹਦੀ ਫੁੱਲ ਫਾਰਮ ਦੇਖ ਲੈਣਾ ਤੁਸੀਂ, ਠੀਕ ਹੈ। ਹੋਰ ਕੀ ਹੈ ਰਾਜੇ ਇਹਦੇ ਵਿੱਚ, ਇੱਕ ਹੋਰ ਚੀਜ਼ ਰਾਜੇ ਕਿ ਜਿਹੜੀ ਰਜਿਸਟ੍ਰੇਸ਼ਨ ਹੈ ਇਹ ਬਿਲਕੁਲ ਫ੍ਰੀ ਆਫ ਕੋਸਟ ਹੈਗੀ, ਠੀਕ ਹੈ। ਪੇਪਰ ਦੇ ਵਿੱਚ ਇਹ ਵੀ ਆ ਸਕਦਾ ਹੈ ਵੀ 100 ਰੁਪਏ ਲੱਗਦੇ ਨੇ, 500 ਰੁਪਏ ਲੱਗਦੇ ਨੇ, ਨਹੀਂ, ਬਿਲਕੁਲ ਫ੍ਰੀ ਆਫ ਕੋਸਟ ਰਜਿਸਟ੍ਰੇਸ਼ਨ ਹੈਗੀ ਹੈ MSME ਦੀ, ਠੀਕ ਹੈ। ਚਲੋ ਹੁਣ ਰਾਜੇ ਕੁਝ ਡਾਕੂਮੈਂਟਸ ਰਿਕੁਆਇਰਡ ਹੁੰਦੇ ਨੇ, ਠੀਕ ਹੈ। ਹੁਣ ਦੇਖੋ ਪੂਰੇ MSME ਰਜਿਸਟ੍ਰੇਸ਼ਨ ਪ੍ਰੋਸੈਸ ਦੇ ਵਿੱਚ ਕੀ ਹੁੰਦਾਗਾ ਵੀ ਕਿਵੇਂ ਅਸੀਂ ਕਿਹੜੇ ਡਾਕੂਮੈਂਟਸ ਰਿਕੁਆਇਰਡ ਨੇ, ਇਹ ਵੀ ਕੁਐਸਚਨ ਮਤਲਬ ਸ਼ਾਇਦ ਬਣ ਸਕਦਾ, ਤਾਂ ਆਪਾਂ ਦੇਖ ਲੈਣਾ ਇੱਕ ਵਾਰੀ, ਠੀਕ ਹੈ। ਆਧਾਰ ਨੰਬਰ ਚਾਹੀਦਾ ਹੈਗਾ ਕਿਸੇ ਬੰਦੇ ਦਾ, ਠੀਕ ਹੈ, ਜਿਹੜਾ ਬੰਦਾ ਉਹਨੂੰ ਲੈਣ ਜਾ ਰਿਹਾ ਹੈ। ਪੈਨ ਨੰਬਰ ਚਾਹੀਦਾ ਉਹਦਾ, ਠੀਕ ਹੈ। ਇੱਕ ਪ੍ਰੋਪਰ ਐਡਰੈਸ ਚਾਹੀਦਾ, ਲੋਕੇਸ਼ਨ ਚਾਹੀਦਾ ਆਰਗੇਨਾਈਜੇਸ਼ਨ ਦਾ, ਬੈਂਕ ਅਕਾਊਂਟ ਡਿਟੇਲਸ, ਠੀਕ ਹੈ। ਹੁਣ ਤੁਸੀਂ ਜਦੋਂ ਮੈਂ ਪੜ੍ਹਾ ਰਿਹਾ ਰਾਜੇ ਸਾਰਾ ਲਿਸਟ, ਥੋੜ੍ਹਾ ਜਿਹਾ ਟ੍ਰਿਵੀਅਲ ਲੱਗ ਰਿਹਾ ਹੋਣਾ, ਥੋੜ੍ਹਾ ਜਿਹਾ ਮਤਲਬ ਐਂ ਲੱਗ ਰਿਹਾ ਨਾ ਵੀ ਇਹ ਕਿਵੇਂ ਪੁੱਛ ਸਕਦੇ ਨੇ, ਠੀਕ ਹੈ। ਤਾਂ ਦੇਖੋ ਮੈਨੂੰ ਵੀ ਅਜੀਬ ਲੱਗਦਾ ਵੀ ਕਿਵੇਂ ਪੁੱਛ ਸਕਦੇ ਨੇ ਇਹ, ਬਟ ਜਦੋਂ ਦੇਖੋ ਸਿਲੇਬਸ ਦਾ ਨਾਮ ਹੀ ਇਹ ਹੈਗਾ ਵੀ ਰਜਿਸਟ੍ਰੇਸ਼ਨ ਪ੍ਰੋਸੀਜਰ ਦੱਸੋ, ਤਾਂ ਉਹਦੇ ਵਿੱਚ ਅਸੀਂ ਵੱਧੋ ਵੱਧ ਇਹੀ ਸੋਚਦੇ ਵੀ ਕਿਤੋਂ ਕੁਐਸਚਨ ਪੁੱਛ ਸਕਦਾ, ਠੀਕ ਹੈ। ਹੁਣ ਜੇ ਆਪਸ਼ਨ ਦੇ ਵਿੱਚ ਆਉਂਦਾ ਹੈ ਵੀ MSME ਰਜਿਸਟ੍ਰੇਸ਼ਨ ਵਾਸਤੇ ਤੁਹਾਡਾ ਬੈਂਕ ਅਕਾਊਂਟ ਜਿਹੜਾ ਡਿਟੇਲ ਆ ਉਹ ਚਾਹੀਦੀ ਹੈ, ਆਪਾਂ ਨੂੰ ਇੱਕ ਵਾਰੀ ਥੋੜ੍ਹਾ ਜਿਹਾ ਸ਼ੌਕ ਲੱਗੂਗਾ ਵੀ ਬੈਂਕ ਡਿਟੇਲ ਕੀ ਕਰਨਗੇ ਆਪਣੀ, ਠੀਕ ਹੈ। ਤਾਂ ਥੋੜ੍ਹਾ ਜਿਹਾ ਆਪਾਂ ਨੂੰ ਇੱਕ ਵਾਰੀ ਧੱਕਾ ਲੱਗੂਗਾ, ਠੀਕ ਹੈ, ਵੀ ਸ਼ਾਇਦ ਆਪਾਂ ਇਹਨੂੰ ਗਲਤ ਮਾਰਕ ਕਰ ਦਈਏ, ਬਟ ਨਹੀਂ, ਇਹ ਸਹੀ ਹੈਗਾ, ਠੀਕ ਹੈ। ਤਾਂ MSME ਰਜਿਸਟ੍ਰੇਸ਼ਨ ਦੇ ਵਿੱਚ ਬੈਂਕ ਅਕਾਊਂਟ ਡਿਟੇਲ ਵੀ ਚਾਹੀਦੀਆਂ ਨੇਗੀਆਂ, ਠੀਕ ਹੈ। ਤਾਂ ਸ਼ਾਇਦ ਇਹ ਜਿਹੇ ਦੇਖੋ ਕੁਐਸਚਨ, ਇਹੋ ਜਿਹੀ ਚੀਜ਼ਾਂ ਦਾ ਕੁਐਸਚਨ ਜਿਹੜਾ ਕੀ ਆ ਬਣਨ ਦੀ ਉਮੀਦ ਹੈਗੀ ਆ, ਠੀਕ ਹੈ। ਤੁਸੀਂ ਪਲਾਂਟ ਦੇ ਵਿੱਚ ਕਿੰਨੀ ਇਨਵੈਸਟਮੈਂਟ ਕਰਨੀ ਇਹ ਵੀ ਦੱਸਣਾ ਪਊਗਾ, ਮਸ਼ੀਨਰੀ ਕਿੰਨੀ ਲੈ ਕੇ ਆਉਣੀ ਇਹ ਵੀ ਦੱਸਣਾ ਪਊਗਾ, ਠੀਕ ਹੈ। ਆਪਣੀ ਸੇਲ ਦੀ ਕਾਪੀਜ਼, ਪਰਚੇਜ਼ ਦੇ ਬਿੱਲ ਜਿਹੜੇ ਕੀ ਨੇ ਉਹ ਤੁਹਾਨੂੰ ਦੇਣੇ ਪੈਣਗੇ ਜਦੋਂ ਤੁਸੀਂ ਰਜਿਸਟ੍ਰੇਸ਼ਨ ਕਰਵਾਉਣੀ ਹੈਗੀ, ਠੀਕ ਹੈ। ਇਹ ਕੁਝ ਡਾਕੂਮੈਂਟਸ ਨੇ ਰਿਕੁਆਇਰਡ ਨੇ ਜਿਹੜੇ, ਠੀਕ ਹੈ। ਠੀਕ ਹੈ ਰਾਜੇ, ਇਹ ਸਾਰਾ ਦੇਖੋ ਸਾਰਾ ਡਿਟੇਲ ਦੇ ਵਿੱਚ ਆਪਾਂ ਕਵਰ ਕਰ ਲਿਆ ਵੀ ਕਿਹੜੇ ਟੌਪਿਕ ਨੂੰ ਕਿਹੜੇ ਸੋਰਸ ਤੋਂ ਆਪਾਂ ਨੇ ਕਵਰ ਕਰਨਾ ਹੈ, ਠੀਕ ਹੈ। ਮੈਨੇ ਜਸਟ ਇੱਕ ਬੁੱਕ ਦਾ ਨਾਮ ਨਹੀਂ ਦਿੱਤਾ ਤੁਹਾਨੂੰ ਵੀ ਤੁਸੀਂ ਇਸ ਬੁੱਕ ਦੇ ਵਿੱਚ ਪੜ੍ਹ ਲਓ, ਜਿਹੜੀ ਚੀਜ਼ ਬੁੱਕ ਦੇ ਵਿੱਚ ਜਿਹੜੇ ਸੋਰਸ ਦੇ ਵਿੱਚ ਜੋ ਆਪਣਾ ਸਬ ਟੌਪਿਕ ਕਵਰ ਹੋ ਰਿਹਾ ਮੈਨੇ ਸਿਰਫ ਉਹੀ ਤੁਹਾਨੂੰ ਦੱਸਿਆ, ਠੀਕ ਹੈ। ਹੁਣ ਦੇਖੋ ਇਹ ਥੋੜ੍ਹਾ ਜਿਹਾ ਟਾਈਮ ਹੈਗਾ, ਇਹ ਚੀਜ਼ਾਂ ਹੈਗੀਆਂ ਨਾ ਟਾਈਮ ਕੰਜ਼ਿਊਮਿੰਗ, ਤੁਹਾਨੂੰ ਪਤਾ ਹੀ ਓਬਵੀਅਸ ਹੀ ਗੱਲ ਹੈ। ਅਗਰ ਤਾਂ ਤੁਸੀਂ ਸਿਰਫ ਤਾਂ ਹੀ ਕਰ ਸਕਦੇ ਹੋ ਅਗਰ ਤੁਹਾਡੀ ਬਾਕੀ ਦਾ ਸਿਲੇਬਸ ਥੋੜ੍ਹਾ ਕਵਰਡ ਹੈ ਆਲਰੇਡੀ, ਠੀਕ ਹੈ। ਵੀ ਤੁਸੀਂ ਜਸਟ ਇਹ ਨਵਾਂ ਟੌਪਿਕ ਕਵਰ ਕਰਨਾ, ਬਾਕੀ ਤੁਹਾਨੂੰ ਆਲਰੇਡੀ ਆਉਂਦਾ ਹੈਗਾ, ਤਾਂ ਹੀ ਤੁਸੀਂ ਇੰਨਾ ਟਾਈਮ ਡਿਵੋਟ ਕਰ ਸਕਦੇ ਹੋ, ਠੀਕ ਹੈ। ਤਾਂ ਦੇਖੋ ਬਿਲਕੁਲ ਕੋਚਿੰਗ ਲੈਣ ਦੀ ਕੋਈ ਰਿਕੁਆਇਰਮੈਂਟ ਹੈ ਨਹੀਂ ਅਗਰ ਤੁਸੀਂ ਇਹ ਸਾਰਾ ਕੁਝ ਸੋਰਸਿਸ ਫੋਲੋ ਕਰਕੇ ਆਪਣਾ ਥੋੜ੍ਹਾ ਜਿਹਾ ਸਿਲੇਬਸ ਜਿਹਨੂੰ ਉਹਨੂੰ ਡਿਜ਼ਾਈਨ ਕਰ ਸਕਦੇ ਹੋ, ਠੀਕ ਹੈ। ਤਾਂ ਦੇਖੋ ਚੀਜ਼ ਕਰ ਤਾਂ ਸਕਦੇ ਹੋ, ਥੋੜ੍ਹਾ ਜਿਹਾ ਟਾਈਮ ਕੰਜ਼ਿਊਮਿੰਗ ਜ਼ਰੂਰ ਹੈ, ਠੀਕ ਹੈ। ਬਿਕਾਜ਼ ਸਰਚ ਕਰੋਗੇ ਕਈ ਚੀਜ਼ਾਂ ਅਨਵਾਂਟਡ ਵੀ ਤੁਹਾਨੂੰ ਮਿਲਣਗੀਆਂ, ਠੀਕ ਹੈ। ਤਾਂ ਓਬਵੀਅਸਲੀ ਟਾਈਮ ਕੰਜ਼ਿਊਮਿੰਗ ਤਾਂ ਹੈਗਾ,
ਅਗਰ ਤੁਹਾਡੇ ਕੋਲ ਟਾਈਮ ਹੈਗਾ ਤਾਂ ਡੈਫੀਨਿਟਲੀ ਕਰ ਸਕਦੇ ਹੋ। ਅਗਰ ਤੁਹਾਨੂੰ ਲੱਗਦਾ ਰਾਜੇ ਟਾਈਮ ਨਹੀਂ ਹੈਗਾ, ਤੁਹਾਡੀ ਬਾਕੀ ਦੀ ਤਿਆਰੀ ਵੀ ਘੱਟ ਹੈਗੀ ਆ ਜਾਂ ਕਰਨੀ ਹੈ, ਉਹਦੀ ਵੀ ਟਾਈਮ ਦੇਣਾ ਹੈ, ਤਾਂ ਡੈਫੀਨਿਟਲੀ ਤੁਸੀਂ ਕੀ ਹੈ ਕਿਸੇ ਕੋਚਿੰਗ ਦੀ ਹੈਲਪ ਲੈ ਸਕਦੇ ਹੋ, ਸਾਡੀ ਹੈਲਪ ਲੈ ਸਕਦੇ ਹੋ, ਜਾਂ ਕਿਸੇ ਹੋਰ ਵੀ ਜਿਹੜੇ ਮਰਜ਼ੀ ਇੰਸਟੀਟਿਊਟ ਤੁਹਾਨੂੰ ਲੱਗਦਾ ਹੈ ਤੁਸੀਂ ਹੈਲਪ ਲੈ ਸਕਦੇ ਹੋ। ਬਟ ਡਿਸਾਈਡ ਓਬਵੀਅਸਲੀ ਤੁਸੀਂ ਜੁਡੀਸ਼ੀਅਸਲੀ ਕਰਨਾ ਹੈ, ਵਾਈਜ਼ਲੀ ਡਿਸਾਈਡ ਕਰਨਾ ਹੈ ਵੀ ਕਿਹਨੂੰ ਤੁਸੀਂ ਚੂਜ਼ ਕਰਨਾ ਹੈਗਾ, ਠੀਕ ਹੈ। ਕਿੱਥੇ ਤੁਸੀਂ ਜਿਹੜੇ ਕਿ ਆਪਣੇ ਜਿਹੜੇ ਪੈਸਾ ਇਨਵੈਸਟ ਕਰਨਾ, ਜਾਂ ਆਪਣਾ ਸਭ ਤੋਂ ਵੱਡੀ ਗੱਲ ਟਾਈਮ ਇਨਵੈਸਟ ਕਰਨਾ ਹੈਗਾ, ਠੀਕ ਹੈ। ਕਿਉਂਕਿ ਟਾਈਮ ਨਹੀਂ ਦੁਬਾਰਾ ਆਉਣਾ ਹੈਗਾ, ਠੀਕ ਹੈ। ਬਾਕੀ ਸਭ ਕੁਝ ਦੁਬਾਰਾ ਆ ਜਾਊਗਾ, ਪੈਸਾ ਵੀ ਕੋਈ ਐਡੀ ਬਹੁਤ ਵੱਡਾ ਮੈਟਰ ਨਹੀਂ ਹੈਗਾ, ਟਾਈਮ ਨਹੀਂ ਮੁੜ ਕੇ ਦੁਬਾਰਾ ਆਉਣਾ। ਵੀ ਅਗਰ ਹੁਣ ਗਲਤ ਡਿਸੀਜਨ ਲੈ ਲਿਆ ਆਪਾਂ ਨੇ ਤਾਂ ਮੁੜ ਕੇ ਫਿਰ ਪਛਤਾਵਾ ਹੀ ਹੱਥ ਲੈ ਜਾਣਾ, ਠੀਕ ਹੈ। ਤਾਂ ਪਛਤਾਵਾ ਨੇ ਹੱਥ ਨਹੀਂ ਆਪਾਂ ਰਹਿਣ ਦੇਣਾ ਹੈਗਾ। ਅਗਰ ਸਾਡੇ ਵੱਲੋਂ ਰਾਜੇ ਹੋਰ ਕੋਈ ਗਾਈਡੈਂਸ ਦੀ ਲੋੜ ਹੈ, ਤੁਸੀਂ ਇਸ ਨੰਬਰ 'ਤੇ ਕਾਲ ਕਰ ਸਕਦੇ ਹੋ। ਵੈਸੇ ਮੈंने ਇਕੱਲੇ ਮਾਈਕਰੋ ਟੌਪਿਕ ਦੇ ਉੱਪਰ ਤੁਹਾਨੂੰ ਦੱਸਤਾ ਵੀ ਕਿਹੜੇ ਸੋਰਸਿਸ ਫੋਲੋ ਕਰਨੇ ਚਾਹੀਦੇ ਨੇ। ਅਗਰ ਕੋਈ ਹੋਰ ਵੀ ਕਨਫਿਊਜ਼ਨ ਰਹਿ ਜਾਂਦੀ ਹੈ, ਤੁਸੀਂ ਇਸ ਨੰਬਰ 'ਤੇ ਕਾਲ ਕਰੋ, ਵਟਸਐਪ ਕਰੋ, ਫੋਨ ਕਰੋ, ਜੋ ਮਰਜ਼ੀ ਕਰੋ, ਠੀਕ ਹੈ। ਕੋਈ ਇਨਫੋਰਮੇਸ਼ਨ ਲੈਣੀ ਹੈ ਤੁਸੀਂ, ਕੋਈ ਇਸ ਟੌਪਿਕ ਬਾਰੇ, ਇਸ ਸਿਲੇਬਸ ਬਾਰੇ, ਕੋਈ ਬੈਚ ਬਾਰੇ ਇਨਫੋਰਮੇਸ਼ਨ ਲੈਣੀ ਹੈ, ਠੀਕ ਹੈ। ਤਾਂ ਦੇਖੋ ਸਾਡੇ ਥੋੜ੍ਹਾ ਜਿਹਾ ਮੈਂ ਹੁਣ ਤੁਹਾਨੂੰ ਬੈਚਿਸ ਬਾਰੇ ਵੀ ਦੱਸਾਂਗਾ, ਥੋੜ੍ਹੀ ਐਡਵਰਟੀਜ਼ਮੈਂਟ ਵੀ ਕਰਾਂਗਾ, ਓਬਵੀਅਸਲੀ ਗੱਲ ਹੈ ਮੈਂ, ਠੀਕ ਹੈ। ਤਾਂ ਐਕਸਾਈਜ਼ ਦਾ ਬੈਚ ਰਾਜੇ ਆਲਰੇਡੀ ਚੱਲ ਰਿਹਾ ਹੈਗਾ, ਠੀਕ ਹੈ। 21 ਜੂਨ ਤੋਂ ਜਿਹੜਾ ਕੀ ਹੈ ਨਵਾਂ ਬੈਚ ਸਟਾਰਟ ਵੀ ਹੋਣਾ ਸੀਗਾ, ਠੀਕ ਹੈ। ਉਸ ਤੋਂ ਬਾਅਦ ਵੀ ਇੱਕ ਬੈਚ ਸਟਾਰਟ ਹੋਣਾ ਹੈਗਾ, ਤਾਂ ਤੁਸੀਂ ਸਾਰੇ ਬੈਚਿਸ ਇਨਫੋਰਮੇਸ਼ਨ ਵੀ ਇਸ ਤੋਂ ਲੈ ਸਕਦੇ ਹੋ। ਜਿਹੜੇ ਐਕਸਾਈਜ਼ ਦੇ ਵਿੱਚ ਨਵੇਂ ਟੌਪਿਕ ਐਡ ਹੋਏ ਨੇ, ਓਬਵੀਅਸਲੀ ਗੱਲ ਉਹ ਵੀ ਨਾਲ ਹੀ ਕਵਰ ਹੋਣਗੇ ਇਸ ਬੈਚ ਦੇ ਵਿੱਚ, ਠੀਕ ਹੈ। ਸੋਰਸਿਸ ਵਿਲ ਰਿਮੇਨ ਸੇਮ, ਜਿਹੜੇ ਸੋਰਸਿਸ ਮੈਂ ਇਸ ਵੀਡੀਓ ਦੇ ਵਿੱਚ ਕਵਰ ਕੀਤੇ ਨੇ ਉਹੀ ਸੋਰਸਿਸ ਮੈਂ ਜਿਹੜਾ ਕੀ ਹੈ ਇਹ ਸੋਰਸਿਸ ਦੀ ਹੈਲਪ ਤੋਂ ਹੀ ਜਿਹੜਾ ਕੀ ਹੈ ਆਪਣਾ ਸਿਲੇਬਸ ਡਿਜ਼ਾਈਨ ਹੋਊਗਾ, ਆਪਣਾ ਕੋਰਸ ਡਿਜ਼ਾਈਨ ਹੋਊਗਾ, ਠੀਕ ਹੈ। ਹੁਣ ਇਹ ਤੁਸੀਂ ਡਿਸੀਜਨ ਲੈਣਾ ਵੀ ਤੁਸੀਂ ਆਪਣੇ ਆਪ ਕਰਨਾ ਹੈ ਜਾਂ ਹੈਲਪ ਲੈਣੀ ਹੈ, ਠੀਕ ਹੈ। ਇਹ ਤੁਸੀਂ ਡਿਸਾਈਡ ਕਰਨਾ ਹੈ। ਅਗਰ ਟਾਈਮ ਹੈਗਾ ਰਾਜੇ ਕੋਈ ਲੋੜ ਨਹੀਂ ਹੈਗੀ, ਬਿਲਕੁਲ ਵੀ ਮੈਂ ਫਰੈਂਕਲੀ ਕਹਿ ਰਿਹਾ, ਕੋਈ ਲੋੜ ਨਹੀਂ ਕੋਚਿੰਗ ਦੀ। ਅਗਰ ਟਾਈਮ ਹੈਗਾ ਤੁਸੀਂ ਆਪਣੇ ਆਪ ਕਰ ਸਕਦੇ ਹੋ, ਕੋਈ ਦਿੱਕਤ ਨਹੀਂ ਹੈਗੀ। ਬਟ ਅਗਰ ਤੁਹਾਨੂੰ ਲੱਗਦਾ ਰਾਜੇ ਟਾਈਮ ਨਹੀਂ ਹੈਗਾ, ਫਿਰ ਕੰਪਰੋਮਾਈਜ਼ ਪਲੀਜ਼ ਨਾ ਕਰੋ, ਠੀਕ ਹੈ। ਫਿਰ ਅਗਰ ਹੈਲਪ ਲੈਣ ਦੀ ਲੋੜ ਲੱਗਦੀ ਤਾਂ ਲੈ ਲਿਓ, ਕੋਈ ਇਸ 'ਚ ਪ੍ਰੋਬਲਮ ਨਹੀਂ ਹੈਗੀ, ਠੀਕ ਹੈ। ਅਗਰ ਤੁਹਾਨੂੰ ਲੱਗਦਾ ਵੀ ਤੁਹਾਡੀ ਤਿਆਰੀ ਘੱਟ ਹੈਗੀ ਹੈ ਔਰ ਜੋਬ ਸਿਕਿਉਰ ਕਰਨੀ ਹੈ, ਠੀਕ ਹੈ, ਤਾਂ ਕੋਈ ਇਹਦੇ ਵਿੱਚ ਹਾਰਮ ਨਹੀਂ, ਕੋਈ ਨੁਕਸਾਨ ਨਹੀਂ ਹੈਗਾ। ਥੋੜ੍ਹੀ ਬਹੁਤੀ ਇਨਵੈਸਟਮੈਂਟ ਦੇ ਨਾਲ ਅਗਰ ਆਪਾਂ ਨੂੰ ਜੋਬ ਸਿਕਿਉਰ ਹੁੰਦੀ ਹੈ ਤਾਂ ਜੋਬ ਇਜ਼ ਬੈਟਰ ਹੈ ਰਾਜੇ, ਜੋਬ ਲੈਣੀ ਅੱਛੀ ਗੱਲ ਹੈਗੀ ਹੈ, ਠੀਕ ਹੈ। ਤਾਂ ਇਹ ਸਾਰਾ ਕੁਛ ਰਾਜੇ ਦੇਖੋ ਇਸ ਵਿੱਚ ਸੀਗਾ। ਅਗਰ ਹੋਰ ਵੀ ਕੋਈ ਹੈਲਪ ਚਾਹੀਦੀ ਰਾਜੇ ਤੁਸੀਂ ਇਸ ਕਾਲ ਨੰਬਰ 'ਤੇ ਕਾਲ ਕਰ ਸਕਦੇ ਹੋ ਡੈਫੀਨਿਟਲੀ। ਅਤੇ ਮੇਰੀ ਇਹ ਵੀ ਕੋਸ਼ਿਸ਼ ਰਹੇਗੀ ਰਾਜੇ ਕਿ ਜਿਹੜੇ ਇਹ ਟੌਪਿਕਸ ਨੇਗੇ ਹੁਣ ਕੁਛ ਜਿਵੇਂ ਨੀਤੀ ਆਯੋਗ, GST, ਠੀਕ ਹੈ, ਇਹਨਾਂ ਟੌਪਿਕਸ ਦੇ ਉੱਪਰ ਮੈਂ ਪੋਸੀਬਲੀ ਹੋਰ ਵੀ ਵੀਡੀਓ ਬਣਾਵਾਂ ਇੱਕ, ਠੀਕ ਹੈ। ਇੰਡਸਟਰੀਅਲ ਲੋਸ ਦੇ ਉੱਪਰ ਕੋਈ ਵੀਡੀਓ ਬਣਾਦਾ, ਸਕੀਮਾਂ ਦੇ ਉੱਪਰ ਕੋਈ ਵੀਡੀਓ ਬਣਾਦਾ, ਤਾਂ ਪੋਸੀਬਲ ਹੀ ਹੈਗੇ। ਮੈਂ ਕੋਸ਼ਿਸ਼ ਕਰਾਂਗਾ ਫ੍ਰੀ ਦੇ ਵਿੱਚ ਹੀ ਚੈਨਲ ਦੇ ਉੱਪਰ ਵੀਡੀਓਜ਼ ਅਪਲੋਡ ਕਰ ਦਈਏ ਜਲਦੀ ਹੀ, ਠੀਕ ਹੈ। ਉਦੋਂ ਤੱਕ ਰਾਜੇ ਤੁਸੀਂ ਆਪਣੇ ਆਪ ਪੜ੍ਹਨਾ ਹੈ, ਖੁਦ ਤਿਆਰੀ ਕਰਨੀ ਹੈ ਅੱਛੀ ਤਰ੍ਹਾਂ, ਠੀਕ ਹੈ। ਅਤੇ ਕੋਈ ਹੋਰ ਹੈਲਪ ਦੀ ਲੋੜ ਹੋਈ ਤੁਸੀਂ ਉਸ ਨੰਬਰ 'ਤੇ ਓਬਵੀਅਸਲੀ ਕਾਲ ਕਰ ਸਕਦੇ ਹੋ, ਠੀਕ ਹੈ ਰਾਜੇ। ਮਿਲਦੇ ਹਾਂ ਨੈਕਸਟ ਵੀਡੀਓ ਵਿੱਚ, ਟੇਕ ਕੇਅਰ ਰਾਜੇ, ਓਕੇ।